सत श्री अकाल बच्चे सारिਆਂ ਨੂੰ। बच्चे सक्सैस ट्री पंजाब चैनल ते सारिਆਂ ਦਾ ਸਵਾਗਤ है। अपना ਜਿਹੜਾ पिछले 8-10 ਦਿਨਾਂ ਤੋਂ ਪੰਜਾਬ ਦੇ ਪ੍ਰੀਵੀਅਸ ਈਅਰ ਐਗਜ਼ਾਮਸ ਦੇ ਵਿੱਚ ਜਿੰਨੇ ਸਵਾਲ ਆਏ ਨੇ ਤੇ ਉਹਦੇ ਨਾਲ ਹੋਰ ਜਿਹੜੇ ਸਿਮਿਲਰ ਕੁਐਸਚਨਸ ਨੇ, ਕੁਝ ਮੋਸਟ ਐਕਸਪੈਕਟਡ ਕੁਐਸਚਨਸ ਨੇ ਜਿਹੜੇ ਹੁਣ ਸਾਡੇ ਐਗਜ਼ਾਮਸ ਨਿਕਲਨੇ ਨੇ ਉਹਨਾਂ ਦੇ ਵਿੱਚ ਆਉਣ ਦੇ ਚਾਂਸਿਸ ਨੇ, ਉਹਨਾਂ ਨੂੰ ਲੈ ਕੇ ਇੱਕ ਸੈਸ਼ਨ ਚੱਲ ਰਿਹਾ। ਤਾਂ ਉਹਦੇ ਵਿੱਚ ਆਪਣੀ ਇੱਕ ਦਿਨ ਕੁਆਂਟਸ ਤੇ ਇੱਕ ਦਿਨ ਰੀਜ਼ਨਿੰਗ ਦੀ ਕਲਾਸ ਲਗਾਤਾਰ ਚੱਲ ਰਹੀ ਹੈ। ਤਾਂ ਅੱਜ ਆਪਣੀ ਕੁਆਂਟਸ ਦੀ ਅਗਲੀ ਕਲਾਸ ਆ। ਮਤਲਬ ਪਿਛਲੀ ਕਲਾਸਿਸ ਦੇ ਵਿੱਚ, ਪਿਛਲੀਆਂ ਕਲਾਸਾਂ ਦੇ ਵਿੱਚ ਆਪਾਂ ਜਿੰਨਾ ਕੁ ਪੜ੍ਹਿਆ ਉਹਦੇ ਕਮੈਂਟ ਸੈਕਸ਼ਨ ਦੇ ਵਿੱਚ ਕੁਝ ਸਟੂਡੈਂਟਸ ਲਗਾਤਾਰ ਕਮੈਂਟ ਕਰਦੇ ਹੁੰਦੇ ਨੇ ਕਿ ਕੁਝ ਆਹ ਕੁਐਸਚਨ ਇਨਕਲੂਡ ਕਰ ਲਓ ਜਾਂ ਉਹ ਕੁਐਸਚਨ ਇਨਕਲੂਡ ਕਰ ਲਓ। ਉਹਨਾਂ ਦੇ ਹਿਸਾਬ ਨਾਲ ਜਿਵੇਂ ਪਿਛਲੀ ਕਲਾਸ ਦੇ ਵਿੱਚ ਆਪਾਂ ਹੈਂਡਸ ਐਂਡ ਕਾਊਜ਼ ਕੀਤਾ ਸੀਗਾ, ਉਸ ਤੋਂ ਪਿਛਲੀ ਕਲਾਸ ਦੇ ਵਿੱਚ ਆਪਾਂ ਡੀਆਈ ਇਨਕਲੂਡ ਕੀਤੀ ਸੀ। ਤੇ ਡੀਆਈ ਪੜ੍ਹਾਉਣ ਲੱਗਿਆ ਮੈਂ ਤੁਹਾਨੂੰ ਕਿਹਾ ਸੀ ਕਿ ਡੀਆਈ ਨੇ ਇੱਕ ਤਾਂ ਜੇ ਸਾਡੇ ਹੁਣ ਦੇ ਪੇਪਰਾਂ 'ਚ ਡੀਆਈ ਆਉਣ ਲੱਗਦੀ ਹੈ, ਜਿਵੇਂ ਕੋਆਪਰੇਟਿਵ ਇੰਸਪੈਕਟਰ ਦੇ ਪੇਪਰ 'ਚ ਡੀਆਈ ਆਉਣ ਦੇ ਚਾਂਸਿਸ ਨੇ ਕਿਉਂਕਿ ਪੀਪੀਐਸਸੀ ਨੇ ਪੇਪਰ ਲੈਣਾ। ਨੈਬ ਤਹਿਸੀਲਦਾਰ ਦੇ ਪੇਪਰ 'ਚ ਵੀ ਉਮੀਦ ਹੈ ਕਿ ਥੋੜੀ ਬਹੁਤ ਡੀਆਈ ਪੁੱਛੀ ਜਾਊਗੀ। ਪਿਛਲੇ ਸਾਲ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਦਾ ਪੇਪਰ ਹੋਇਆ, ਉਹਦੇ ਵਿੱਚ ਡੀਆਈ ਆਈ ਸੀ, ਹਾਲਾਂਕਿ ਪੇਪਰ ਕੈਂਸਲ ਹੋ ਗਿਆ। ਪਰ ਹੁਣ ਪੰਜਾਬ ਦੇ ਬਾਕੀ ਜਿਹੜੇ ਕੰਪੀਟੀਸ਼ਨ ਐਗਜ਼ਾਮ ਨੇ, ਬਾਕੀ ਵਿਭਾਗਾਂ ਦੇ ਜਿਹੜੇ ਪੇਪਰ ਨੇ, ਉਹਨਾਂ 'ਚ ਵੀ ਡੀਆਈ ਥੋੜੀ ਬਹੁਤ ਪੁੱਛਣੀ ਸ਼ੁਰੂ ਹੋਈ ਹੈ। ਤਾਂ ਇੱਕ ਤਾਂ ਇਸ ਕਰਕੇ ਆਪਾਂ ਡੀਆਈ ਕਰਨੀ ਸ਼ੁਰੂ ਕੀਤੀ। ਦੂਜਾ ਇਹ ਹੈ ਕਿ ਜੇ ਡੀਆਈ ਕਿਸੇ ਪੇਪਰ 'ਚ ਨਹੀਂ ਵੀ ਆ ਰਹੀ ਤਾਂ ਡੀਆਈ ਦੀ ਪ੍ਰੈਕਟਿਸ ਦੇ ਨਾਲ ਸਾਡੀ ਕੈਲਕੂਲੇਸ਼ਨ ਬਹੁਤ ਇੰਪਰੂਵ ਹੁੰਦੀ ਹੈ, ਜਿਹੜੀ ਬਾਕੀ ਕੁਆਂਟ ਦੇ, ਬਾਕੀ ਮੈਥ ਦੇ ਸਾਰੇ ਚੈਪਟਰਾਂ ਦੇ ਵਿੱਚ ਇਕੱਲੇ ਸਵਾਲ 'ਚ ਕੰਮ ਆਉਂਦੀ ਆ। ਤਾਂ ਅੱਜ ਦੀ ਕਲਾਸ ਦੇ ਵਿੱਚ ਬੱਚੇ ਆਪਣੇ ਐਵਰੇਜ ਦੇ ਕੁਐਸਚਨ ਨੇ, ਮਿਕਸਚਰ ਐਲੀਗੇਸ਼ਨ ਦੇ ਕੁਐਸਚਨ ਨੇ, ਮੈਂਸੂਰੇਸ਼ਨ ਦੇ ਕੁਐਸਚਨ ਨੇ ਤੇ ਅਖੀਰ ਤੇ ਫਿਰ ਪਿਛਲੇ ਵਾਰ ਵਾਂਗੂ ਡੀਆਈ ਦੇ ਕੁਐਸਚਨ ਨੇ। ਤਾਂ ਡੀਆਈ ਦੇ ਕੁਐਸਚਨਸ ਇੱਕ ਸੈੱਟ ਮੈਂ ਕਰਾਉਂਗਾ, ਇੱਕ ਸੈੱਟ ਤੁਹਾਨੂੰ ਹੋਮਵਰਕ ਦਿੱਤਾ ਜਾਊਗਾ। ਤਾਂ ਜਿਵੇਂ ਇਹ ਵੀਡੀਓ ਖਤਮ ਹੋਊਗੀ ਉਹਦੇ ਅਖੀਰ ਤੇ ਮੈਂ ਉਹ ਪੂਰਾ ਡੀਆਈ ਦਾ ਸੈੱਟ ਦਿਖਾ ਦੂੰਗਾ। ਕੱਲਾ ਕੁਐਸਚਨ ਮੈਂ 5-5 10-10 ਸਕਿੰਟ ਲਈ ਰੋਕ ਕੇ ਦਿਖਾ ਦੂੰਗਾ, ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ। ਤੇ ਫਿਰ ਵੀਡੀਓ ਦੇ ਕਮੈਂਟਸ ਦੇ ਵਿੱਚ ਤੁਸੀਂ ਆਪਣਾ ਜੋ ਤੁਹਾਡੇ ਆਨਸਰ ਆਉਂਦੇ ਜਾਣਗੇ ਆਨਸਰਸ ਪੋਸਟ ਕਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ, ਡਿਸਕਸ ਕਰ ਲਿਓ। ਜੇ ਤਾਂ ਬਹੁਤੇ ਬੱਚਿਆਂ ਦੇ, ਜਿਵੇਂ ਪਿਛਲੀ ਵਾਰ ਹੋਇਆ ਸੀ, ਬਹੁਤੇ ਬੱਚਿਆਂ ਦੇ ਮਤਲਬ ਸਹੀ ਆਨਸਰ ਹੀ ਆਏ ਤਾਂ ਫਿਰ ਮੈਂ ਅਗਲੀ ਕਲਾਸ 'ਚ ਨਵਾਂ ਸੈੱਟ ਲੈ ਆਉਂਗਾ। ਜੇ ਕਿਤੇ ਡੀਆਈ 'ਚ ਪ੍ਰੋਬਲਮ ਹੋਈ, ਬੱਚੇ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦੇਣਗੇ, ਫਿਰ ਮੈਂ ਇਹੀ ਕੁਐਸਚਨ ਮਤਲਬ ਜਿਹੜਾ ਇਹੀ ਸੈੱਟ ਹੋਊਗਾ, ਇਹੀ ਕੁਐਸਚਨਸ ਅਗਲੀ ਕਲਾਸ 'ਚ ਕਰਵਾ ਦੂੰਗਾ। ਤਾਂ ਬੱਚੇ ਅੱਜ ਦੀ ਕਲਾਸ ਆਪਾਂ ਸਟਾਰਟ ਕਰਦੇ ਹਾਂ। ਹਾਂਜੀ, ਆਪਣਾ ਪਹਿਲਾ ਕੁਐਸਚਨ ਮੈਂਸੂਰੇਸ਼ਨ ਦਾ ਕੁਐਸਚਨ ਹੈ। ਕੁਐਸਚਨ ਹੈ ਅ ਰੈਕਟੈਂਗੂਲਰ ਗ੍ਰਾਸੀ ਪਲਾਟ 110 मीटर by 65 मीटर has a gravel path of 5 मीटर width all around it on the inside। ਐਗਜ਼ਾਮੀਨਰ ਕਹਿੰਦਾ ਆਪਣੇ ਕੋਲ ਇੱਕ ਰੈਕਟੈਂਗਲ ਦੀ ਸ਼ੇਪ ਦਾ ਪਲਾਟ ਹੈ, ਉਹਦੀਆਂ ਡਾਇਮੈਂਸ਼ਨਸ ਦਿੱਤੀਆਂ ਹੋਈਆਂ ਨੇ ਕਿ ਲੈਂਥ 110 ਮੀਟਰ ਹੈ, ਬ੍ਰੈਡਥ 65 ਮੀਟਰ ਹੈ, ਉਹਦੇ ਆਲੇ ਦੁਆਲੇ 5 ਮੀਟਰ ਦਾ ਪਾਥ ਹੈ। ਪਰ ਉਹ 5 ਮੀਟਰ ਦਾ ਪਾਥ ਕਿੱਥੇ ਹੈ? ਅੰਦਰਲੇ ਪਾਸੇ ਹੈ। ਬੱਚੇ ਆਪਾਂ ਜਦੋਂ ਰੈਕਟੈਂਗੂਲਰ ਪਾਥ ਪੜ੍ਹਦੇ ਆ ਮੈਂਸੂਰੇਸ਼ਨ ਦੇ ਵਿੱਚ ਤਾਂ ਤਿੰਨ ਤਰ੍ਹਾਂ ਦੇ ਪਾਥ ਪੜ੍ਹਦੇ ਆ, ਆਊਟਰ ਪਾਥ, ਇਨਰ ਪਾਥ ਤੇ ਕ੍ਰੋਸਡ ਪਾਥ। ਤਾਂ ਇਹ ਇਨਸਾਈਡ ਹੈ ਤਾਂ ਇਨਰ ਪਾਥ ਹੈ। A contractor offers for graveling the path at 75 ਪੈਸੇ ਪਰ ਸਕੁਆਇਰ ਮੀਟਰ, ਫਾਈਂਡ ਦਾ ਅਪਰੋਕਸੀਮੇਟ ਕਾਸਟ ਆਫ graveling the path। ਤਾਂ ਐਗਜ਼ਾਮੀਨਰ ਕਹਿੰਦਾ ਆਪਣੇ ਕੋਲ ਰੈਕਟੈਂਗਲ ਦੀ ਸ਼ੇਪ ਦਾ ਪਲਾਟ ਹੈ ਜਿਹਦੀਆਂ ਡਾਇਮੈਂਸ਼ਨਾਂ ਗਿਵਨ 110 ਤੇ 65, ਉਹਦੇ ਚਾਰਾਂ ਪਾਸਿਆਂ ਦੇ 5 ਮੀਟਰ ਅੰਦਰਲੇ ਪਾਸੇ ਇੱਕ ਪਾਥ ਬਣਿਆ ਹੋਇਆ ਤੇ ਇੱਕ ਠੇਕੇਦਾਰ ਨੇ ਕਿਹਾ ਕਿ ਮੈਂ 75 ਪੈਸੇ ਪਰ ਸਕੁਆਇਰ ਮੀਟਰ ਦੇ ਹਿਸਾਬ ਨਾਲ ਉਹ ਪਾਥ ਤਿਆਰ ਕਰ ਦੂੰਗਾ। ਤਾਂ ਆਪਣਾ ਕੁੱਲ ਖਰਚਾ ਕਿੰਨਾ ਆਊਗਾ ਇਹ ਦੱਸਣਾ। ਤਾਂ ਬੱਚੇ ਕੁੱਲ ਖਰਚਾ ਕਿੰਨਾ ਆਊਗਾ? 1 ਸਕੁਆਇਰ ਮੀਟਰ ਦੇ ਆਪਾਂ 75 ਪੈਸੇ ਦੇਣੇ ਨੇ ਉਸ ਠੇਕੇਦਾਰ ਨੂੰ। 1 ਸਕੁਆਇਰ ਮੀਟਰ ਦੇ 75 ਪੈਸੇ ਦੇਣੇ ਆ। ਤਾਂ ਜੇ 2 ਸਕੁਆਇਰ ਮੀਟਰ ਪਾਥ ਹੋਊਗਾ ਤਾਂ 2 ਗੁਣਾ 75 ਪੈਸੇ, 10 ਸਕੁਆਇਰ ਮੀਟਰ ਪਾਥ ਹੋਊਗਾ ਤਾਂ 10 ਗੁਣਾ 75 ਪੈਸੇ। ਤਾਂ ਜਿੰਨਾ ਵੀ ਆਪਣਾ ਪਾਥ ਦਾ ਏਰੀਆ ਹੋਊਗਾ ਗੁਣਾ 75 ਪੈਸੇ ਕਰਕੇ ਸਾਡੀ ਟੋਟਲ ਕੋਸਟ ਆ ਜਾਊਗੀ। ਤਾਂ ਬੇਸਿਕਲੀ ਆਪਾਂ ਪਾਥ ਦਾ ਏਰੀਆ ਫਾਈਂਡ ਕਰਨਾ। ਤਾਂ ਬੱਚੇ ਰੈਕਟੈਂਗੂਲਰ ਪਾਥ ਦੇ ਵਿੱਚ ਜਿਹੜੇ ਆਪਣੇ ਤਿੰਨ ਤਰ੍ਹਾਂ ਦੇ ਪਾਥ ਹੁੰਦੇ, ਉਹਦੇ ਵਿੱਚ ਇਨਰ ਪਾਥ ਦਾ ਏਰੀਆ ਕੀ ਹੁੰਦਾ? ਮੈਂ ਏਰੀਆ ਲਿਖ ਦਿੰਨਾ ਇੱਥੇ, ਬਾਕੀ ਵੈਸੇ ਬੱਚਿਆਂ ਨੂੰ ਪਤਾ ਹੋਊਗਾ। ਏਰੀਆ ਆਫ ਇਨਰ ਪਾਥ ਇਜ਼ 2W into L plus B minus 2W, ਜਿੱਥੇ W ਕੀ ਆ? ਪਾਥ ਦੀ ਵਿਡਥ 5 ਮੀਟਰ, L ਤੇ B ਰੈਕਟੈਂਗੂਲਰ ਪਾਰਕ ਹੈ ਜਿਹੜਾ, ਉਹਦੀਆਂ ਡਾਇਮੈਂਸ਼ਨ 110 ਤੇ 65। ਜੇ ਆਊਟਰ ਪਾਥ ਹੁੰਦਾ, ਜੇ ਉਹੀ ਚਾਰਾਂ ਪਾਸਿਆਂ ਦੇ, ਚਾਰਾਂ ਸਾਈਡਾਂ ਦੇ ਬਾਹਰਲੇ ਪਾਸੇ ਪਾਥ ਬਣਿਆ ਹੁੰਦਾ ਤਾਂ L plus B plus 2W ਆ ਜਾਂਦਾ। ਇਨਰ ਪਾਥ ਹੈ ਤਾਂ minus 2W ਆ ਗਿਆ। ਤਾਂ ਬੱਚੇ ਏਰੀਆ ਕਿੰਨਾ ਬਣ ਜੂਗਾ? ਆਪਾਂ ਏਰੀਆ ਕੱਢਣ ਲੱਗਿਆ ਪਾਥ ਦਾ। W ਦੀ ਵੈਲਿਊ 5 ਹੈ ਤਾਂ 2W 10 ਹੋ ਗਿਆ, ਇੰਟੂ L plus B, L 110 ਹੈ, B 65 ਹੈ ਤਾਂ 175, ਮਾਈਨਸ 2W ਉਹੀ 10 ਮਾਈਨਸ ਕਰ ਦਿਓ। ਤਾਂ 175 ਚੋਂ 10 ਮਾਈਨਸ ਹੋ ਗਿਆ 165। ਤਾਂ ਆਹ ਆ ਗਿਆ ਤੁਹਾਡਾ ਪਾਥ ਦਾ ਏਰੀਆ। ਪਾਥ ਦਾ ਏਰੀਆ ਬੱਚੇ ਆਪਣਾ ਆ ਗਿਆ 10 ਗੁਣਾ 165। ਇੰਨੇ ਸਕੁਆਇਰ ਮੀਟਰ ਆਪਾਂ ਪਾਥ ਤਿਆਰ ਕਰਾਉਣਾ 75 ਪੈਸੇ ਦੇ ਹਿਸਾਬ ਨਾਲ। ਤਾਂ ਕਿੰਨਾ ਖਰਚਾ ਆ ਜਾਊਗਾ? 10 ਗੁਣਾ 165
75 ਪੈਸੇ ਦੇ ਹਿਸਾਬ ਨਾਲ, ਕਿਉਂਕਿ ਆਪਣਾ ਆਨਸਰ ਸਾਰਾ ਰੁਪੀਸ ਦੇ ਵਿੱਚ ਨੇ ਚਾਰੇ ਆਪਸ਼ਨ, ਤਾਂ 75 ਪੈਸੇ ਨੂੰ ਰੁਪਏ 'ਚ ਕਨਵਰਟ ਕਰ ਦੋ ਤਾਂ 0 ਨਾਲ 0 ਕੱਟੀ ਗਈ। ਬੱਚੇ ਮਲਟੀਪਲਾਈ ਕਰਕੇ ਸਾਡਾ ਆਨਸਰ ਆ ਜਾਊਗਾ, ਤਾਂ ਮਲਟੀਪਲਾਈ ਕਰਕੇ ਕਿੰਨਾ ਆ ਜਾਊਗਾ। ਹੁਣ ਦੇਖੋ ਮਲਟੀਪਲੀਕੇਸ਼ਨ ਮੈਂ ਕਿਵੇਂ ਸੌਖੀ ਕਰਦਾ, ਬਿਲਕੁਲ ਨਹੀਂ ਪੈਨਿਕ ਹੋ ਰਹੇ ਕਿ 165 ਤੇ 75 ਨੂੰ ਗੁਣਾ ਕਰਨਾ ਪੈ ਰਿਹਾ ਹੈ, ਬਿਲਕੁਲ ਨਹੀਂ ਪੈਨਿਕ ਹੋ ਰਹੇ। ਮਲਟੀਪਲੀਕੇਸ਼ਨ ਮੈਂ ਕਿਵੇਂ ਕਰ ਰਿਹਾ, 75 ਨੂੰ ਮੈਂ 300/4 ਲਿਖ ਦਿੰਨਾ, 75 ਨੂੰ ਮੈਂ 300/4 ਲਿਖ ਦਿੰਨਾ, ਤਾਂ ਆ ਵੀ 0 ਕੱਟੀ ਗਈ, 30/4 ਰਹਿ ਗਿਆ। ਤਾਂ 165 ਗੁਣਾ 3 ਕਿੰਨਾ ਹੁੰਦਾ ਜੀ, 495। 165 ਗੁਣਾ 3 495, 495 ਦੇ ਪਿੱਛੇ ਲੱਗ ਗਈ 0, ਤਾਂ 4950, ਥੱਲੇ 4 ਦਾ 4 ਰਹਿ ਗਿਆ। ਤਾਂ ਬਿਲਕੁਲ ਨਹੀਂ ਆਪਾਂ ਘਬਰਾਏ, ਬਸ 75 ਦੀ ਚੀਰ ਫੜ ਕਰਕੇ 300/4 ਲਿਖਤਾ, ਫਿਰ 0 ਕੱਟੀ ਗਈ, 30 ਰਹਿ ਗਿਆ। 30 ਮਤਲਬ 0 ਤਾਂ ਲਾ ਦਾਂਗੇ, 3 ਗੁਣਾ 165 ਕੀਤਾ, 495, 0 ਨਾਲ ਲੱਗ ਗਈ, 4 ਥੱਲੇ ਆ ਗਿਆ, ਤਾਂ ਡਿਵਾਈਡ ਕਰਕੇ ਬੱਚੇ ਸਾਡਾ ਆਨਸਰ ਕੀ ਆ ਜਾਊਗਾ, 1237.5, ਪਿੱਛੇ 0 ਲਾ ਦਾਂਗੇ ਕਿਉਂਕਿ ਰੁਪਿਆਂ ਦੇ ਵਿੱਚ ਗੱਲ ਹੈ ਤਾਂ 50 ਪੈਸੇ। ਤਾਂ ਇੱਥੇ ਆਪਾਂ ਕੋਈ ਅਪਰੋਕਸੀਮੇਟ ਕੋਸਟ ਨਹੀਂ ਫਾਈਂਡ ਕੀਤੀ ਬੱਚੇ, ਆਪਾਂ ਐਗਜ਼ੈਕਟ ਕੋਸਟ ਫਾਈਂਡ ਕਰ ਲਈ, 1237.50 ਪੈਸੇ ਫਸਟ ਆਪਸ਼ਨ। ਤਾਂ ਮੈਂ ਕੰਸੈਪਟ ਵੀ ਸਮਝਾਇਆ, ਇਨਰ ਪਾਥ ਦੇ ਵਿੱਚ ਏਰੀਆ ਫਾਈਂਡ ਕਰਨਾ ਤਾਂ ਉਹਦਾ ਫਾਰਮੂਲਾ ਵੀ ਆਪਾਂ ਦੇਖਿਆ, ਜਿਹਦੇ ਨਾਲ ਹਮੇਸ਼ਾ ਫਾਈਂਡ ਕਰਨਾ ਹੁੰਦਾ ਆਊਟਰ ਪਾਥ, ਇਨਰ ਪਾਥ, ਕ੍ਰੋਸਡ ਪਾਥ। ਏਰੀਆ ਫਾਈਂਡ ਕਰਨ ਤੋਂ ਬਾਅਦ ਜਦੋਂ ਟੋਟਲ ਕੋਸਟ ਫਾਈਂਡ ਕੀਤੀ ਤਾਂ ਕੈਲਕੂਲੇਸ਼ਨ ਵੀ ਆਪਾਂ ਬਿਨਾਂ ਘਬਰਾਏ ਸੌਖੇ ਤਰੀਕੇ ਨਾਲ ਮੌਕੇ ਤੇ ਬਿਨਾਂ ਬ੍ਰੇਕ ਲਾਇਆ, ਬਿਨਾਂ ਟਾਈਮ ਵੇਸਟ ਕੀਤੇ ਕਿਵੇਂ ਕਰ ਸਕਦੇ ਆ, ਇਹ ਮੌਕੇ ਤੇ ਦਿਮਾਗ ਚੱਲਣਾ ਚਾਹੀਦਾ। ਤਾਂ ਕੈਲਕੂਲੇਸ਼ਨ ਦੀ ਪ੍ਰੈਕਟਿਸ ਚੰਗੀ ਹੋਣੀ ਚਾਹੀਦੀ ਹੈ ਸਾਰੇ ਬੱਚਿਆਂ ਦੀ, ਉਹ ਹੱਥ ਪੱਲਾ ਮਾਰ ਮਾਰ ਕੇ ਚੰਗੀ ਹੋਊਗੀ। ਤਾਂ ਅਗਲਾ ਕੁਐਸਚਨ ਬੱਚੇ, ਅ ਗਾਰਡਨ ਇਜ਼ 24 ਮੀਟਰ ਲੌਂਗ ਐਂਡ 14 ਮੀਟਰ ਵਾਈਡ। ਸਾਨੂੰ ਗਾਰਡਨ ਦੀ ਡਾਇਮੈਂਸ਼ਨਸ ਦਿੱਤੀਆਂ ਹੋਈਆਂ ਨੇ, 24 ਮੀਟਰ ਲੰਬਾ ਤੇ 14 ਮੀਟਰ ਚੌੜਾ। ਦੇयर ਇਜ਼ ਅ ਪਾਥ ਆਫ 1 ਮੀਟਰ ਵਾਈਡ ਆਊਟਸਾਈਡ। ਪਿਛਲੇ ਕੁਐਸਚਨ ਚ ਇਨਸਾਈਡ ਸੀ, ਇਹਦੇ ਵਿੱਚ ਆਊਟਸਾਈਡ ਹੈ। The garden along its side. If the path is to be constructed with square marble tiles 20 centimeter into 20 centimeter, then the number of tiles required to cover the path is। ਬੱਚੇ ਪਿਛਲੇ ਸਾਲ ਅਗਸਤ ਦੇ ਵਿੱਚ ਜਿਹੜਾ ਮੈਂ ਪਿਛਲਾ ਕੁਐਸਚਨ ਸੋਲਵ ਕਰਵਾਇਆ ਹੈਗਾ, ਇਹ 2016 ਦੇ ਪੇਪਰ ਦਾ ਕੁਐਸਚਨ ਹੈ। ਜਿਹੜਾ ਮੈਂ ਅਗਲਾ ਕੁਐਸਚਨ ਮਿਲਦਾ ਜੁਲਦਾ ਲੈ ਕੇ ਆਇਆ, ਇਹ ਜਿਹੜਾ ਪਿਛਲੇ ਸਾਲ ਅਗਸਤ ਚ ਪਟਵਾਰੀ ਦਾ ਪ੍ਰੀਲਿਮਸ ਹੋਇਆ ਸੀ 8 ਅਗਸਤ ਨੂੰ, ਉਹਦਾ ਕੁਐਸਚਨ ਹੈ। ਤਾਂ ਬੱਚੇ ਕੁਐਸਚਨ ਕੀ ਹੈ, ਐਗਜ਼ਾਮੀਨਰ ਕਹਿੰਦਾ ਇੱਕ ਰੈਕਟੈਂਗਲ ਦੀ ਸ਼ੇਪ ਦਾ ਗਾਰਡਨ ਹੈ ਜਿਹਦੀ ਸਾਨੂੰ ਲੈਂਥ ਤੇ ਬ੍ਰੈਡਥ ਦੀ ਵੈਲਿਊ ਦਿੱਤੀ ਆ, ਉਹਦੇ ਵਿੱਚ 1 ਮੀਟਰ ਚੌੜਾ ਪਾਥ ਤਿਆਰ ਕੀਤਾ ਆਊਟਰ ਸਾਈਡ ਤੇ। ਤਾਂ ਆਪਣੇ ਕੋਲ ਪੂਰਾ ਪਾਥ ਪਤਾ ਲੱਗ ਜੂਗਾ ਕਿਉਂਕਿ ਸਾਨੂੰ ਆਊਟਰ ਪਾਥ ਦਾ ਏਰੀਆ ਕੱਢਣਾ ਹੁੰਦਾ, ਪਿਛਲੇ ਚ ਇਨਰ ਪਾਥ ਦਾ ਕੱਢਿਆ, ਇਹ ਚ ਆਊਟਰ ਪਾਥ ਦਾ ਏਰੀਆ ਕੱਢਣਾ ਹੁੰਦਾ। ਤਾਂ ਏਰੀਆ ਆਫ ਆਊਟਰ ਪਾਥ ਵੀ ਮੈਂ ਲਿਖ ਦਿੰਦਾ, ਵੈਸੇ ਪਿਛਲੇ ਚ ਦੱਸਤਾ ਸੀ ਕਿ ਪਲੱਸ ਆ ਜਾਊਗਾ ਮਾਈਨਸ ਦੀ ਥਾਂ ਤੇ ਬਸ। ਤਾਂ ਆਊਟਰ ਪਾਥ ਦਾ ਏਰੀਆ ਆ ਗਿਆ 2W × L + B + 2W। ਤਾਂ ਆਊਟਰ ਪਾਥ ਦਾ ਏਰੀਆ ਕੱਢ ਲਿਆ। ਉਹ ਕਹਿੰਦਾ ਉਹ ਸਾਰੇ ਪਾਥ ਤੇ ਆਪਾਂ ਸਕੁਅਰ ਦੀ ਸ਼ੇਪ ਦੀਆਂ ਟਾਈਲਾਂ ਲਾ ਦੇਣੀਆਂ ਨੇ। ਇੱਕ ਟਾਈਲ ਦਾ ਏਰੀਆ 20 × 20 ਸੈਂਟੀਮੀਟਰ ਆ। ਇੱਕ ਟਾਈਲ ਦੀਆਂ ਡਾਇਮੈਂਸ਼ਨਸ ਸਾਨੂੰ ਦਿੱਤੀਆਂ ਨੇ ਕਿ ਭਾਈ ਇੱਕ ਟਾਈਲ ਐਡੀ ਹੈ 20 ਸੈਂਟੀਮੀਟਰ × 20 ਸੈਂਟੀਮੀਟਰ। ਤਾਂ ਐਗਜ਼ਾਮੀਨਰ ਕਹਿੰਦਾ ਕਿੰਨੀਆਂ ਟਾਈਲਾਂ ਲੱਗਣਗੀਆਂ। ਤਾਂ ਬੱਚੇ ਟਾਈਲਾਂ ਲੱਗਣਗੀਆਂ ਜਿੰਨਾ ਵੀ ਪੂਰਾ ਏਰੀਆ ਹੋਊਗਾ, ਆਹ ਏਰੀਆ ਹੋਊਗਾ। ਅੰਦਰ ਤਾਂ ਗਾਰਡਨ ਰਹਿ ਗਿਆ, ਆਹ ਏਰੀਆ, ਇਸ ਏਰੀਆ ਨੂੰ ਆਪਾਂ 20 ਸੈਂਟੀਮੀਟਰ × 20 ਸੈਂਟੀਮੀਟਰ ਦੀਆਂ ਟਾਈਲਾਂ ਨਾਲ ਕਵਰ ਕਰਨਾ ਹੈ। ਤਾਂ ਕੁੱਲ ਏਰੀਆ ਡਿਵਾਈਡ ਬਾਈ ਇੱਕ ਟਾਈਲ ਦਾ ਏਰੀਆ ਸਾਡੀਆਂ ਨੰਬਰ ਆਫ ਟਾਈਲਸ ਹੋਣਗੀਆਂ। ਤਾਂ ਬੱਚੇ ਨੰਬਰ ਆਫ ਟਾਈਲਸ ਕੀ ਹੋਣਗੀਆਂ, ਕੁੱਲ ਏਰੀਆ ਕਿੰਨਾ ਆ ਜਾਊਗਾ ਆਊਟਰ ਪਾਥ ਦਾ, W ਦੀ ਵੈਲਿਊ 1 ਹੈ ਤਾਂ 2 × 1 2 × L 24 B 14, 24 ਤੇ 14 38 + 2 × 1 2, 38 ਤੇ 2 40। ਇੰਨਾ ਏਰੀਆ ਆ ਗਿਆ ਪੂਰਾ ਪਾਥ ਦਾ। ਆਪਾਂ ਇਸ ਏਰੀਆ ਨੂੰ 20 ਸੈਂਟੀਮੀਟਰ × 20 ਸੈਂਟੀਮੀਟਰ ਦੀ ਟਾਈਲ ਦੇ ਨਾਲ ਕਵਰ ਕਰਨਾ। ਤਾਂ ਕਿੰਨੀਆਂ ਟਾਈਲਾਂ ਲੱਗਣਗੀਆਂ, ਡਿਵਾਈਡ ਕਰ ਦਿਓ ਇੱਕ ਟਾਈਲ ਦਾ ਏਰੀਆ, ਤਾਂ 20 × 20। ਬੱਚੇ ਉੱਪਰ ਦੋਨੇ ਵੈਲਿਊਜ਼ ਮੀਟਰ ਦੇ ਵਿੱਚ ਨੇ, ਥੱਲੇ ਦੋਨੇ ਸੈਂਟੀਮੀਟਰ ਚ ਨੇ। ਜੇ ਥੱਲੇ ਦੋਵੇਂ ਸੈਂਟੀਮੀਟਰ ਚ ਤਾਂ ਨਾ ਉੱਪਰ ਵੀ ਸੈਂਟੀਮੀਟਰ ਚ ਕਰਾਂਗੇ। 1 ਮੀਟਰ ਨੂੰ ਸੈਂਟੀਮੀਟਰ ਚ ਕੀਤਾ 100 ਗੁਣਾ, ਦੂਜੇ ਮੀਟਰ ਨੂੰ ਵੀ ਸੈਂਟੀਮੀਟਰ ਚ ਕੀਤਾ 100 ਗੁਣਾ। ਤਾਂ 100 × 100 ਮਤਲਬ ਇੱਕ ਦੇ ਪਿੱਛੇ 4 ਜ਼ੀਰੋ ਲੱਗ ਜਾਣਗੀਆਂ ਨਾ। ਤਾਂ 10 ਦੀ ਪਾਵਰ 4 ਸਾਈਡ ਤੇ ਲਾਤਾ ਆਪਾਂ। ਤਾਂ ਇਹ ਆ ਗਿਆ ਬੱਚੇ 2, ਆ ਗਿਆ 10, 10 ਦੇ ਨਾਲ 1 0 ਕੱਟੀ ਗਈ, 3 ਰਹਿ ਗਿਆ। ਤਾਂ 2 × 1000, 2 × 1000 ਆ ਗਿਆ ਬੱਚੇ 2000 ਟਾਈਲਸ। ਤਾਂ ਇਹ ਬੱਚੇ ਕੈਲਕੂਲੇਸ਼ਨ ਹੀ ਹੈ ਸਿੰਪਲ। ਤਾਂ ਆਨਸਰ ਆ ਗਿਆ ਤੁਹਾਡਾ ਥਰਡ ਆਪਸ਼ਨ 2000। ਆਪਸ਼ਨ ਧਿਆਨ ਨਾਲ ਮਾਰਕ ਕਰਨਾ ਹੈ, ਇੱਕ ਆਪਸ਼ਨ 200 ਹੈ, ਇੱਕ ਆਪਸ਼ਨ 2000 ਹੈ। ਕਨਫਿਊਜ਼ ਨਾ ਹੋ ਜਾਓ, ਕਾਲੀ ਚ ਕਿਤੇ 2 ਦੇ ਪਿੱਛੇ 0 ਜੀ ਦੇਖ ਕੇ ਪਹਿਲਾ ਆਪਸ਼ਨ ਮਾਰਕ ਕਰ ਦਿਓ, ਤੀਜਾ ਆਪਸ਼ਨ ਮਾਰਕ ਕਰਨਾ 2000 ਟਾਈਲਸ ਪੰਜਾਬ ਪਟਵਾਰੀ 2021।
21 ਜਿਹੜਾ ਪ੍ਰੀਲਿਮਸ ਹੋਇਆ ਸੀ ਉਹਦਾ ਕੁਐਸਚਨ ਹੈ ਬੱਚੇ ਇਹ। ਅਗਲਾ ਕੁਐਸਚਨ ਦੇਖੋ ਜੀ, ਇਹਦੇ ਨਾਲ ਮਿਲਦਾ ਜੁਲਦਾ। ਅ ਸਰਕੂਲਰ ਗ੍ਰਾਸੀ ਪਲਾਟ, ਦੋ ਸਵਾਲ ਕੀਤੇ ਆ, ਉਹ ਚ ਰੈਕਟੈਂਗਲ ਦੀ ਸ਼ੇਪ ਦੇ ਪਲਾਟ ਸੀ ਜਾਂ ਗਾਰਡਨ ਸੀ। ਸਰਕਲ ਦੀ ਸ਼ੇਪ ਦਾ ਪਲਾਟ ਹੈ ਵਿਦ 35 ਮੀਟਰ ਰੇਡੀਅਸ, ਹੈਜ਼ ਅ ਗ੍ਰੇਵਲਿੰਗ ਪਾਥ 7 ਮੀਟਰ ਵਾਈਡ ਆਲ ਰਾਉਂਡ ਇਟ ਔਨ ਦਾ ਆਊਟਰ ਸਾਈਡ। ਫਾਈਂਡ ਦਾ ਕੋਸਟ ਆਫ ਗ੍ਰੇਵਲਿੰਗ ਦਾ ਪਾਥ ਐਟ ₹20 ਪਰ ਸਕੁਅਰ ਮੀਟਰ। ਐਗਜ਼ਾਮੀਨਰ ਕਹਿੰਦਾ ਯਾਰ ਆ ਆਪਣੇ ਕੋਲ ਇੱਕ ਪਾਰਕ ਹੈ ਜਿਹਦਾ ਰੇਡੀਅਸ ਦਿੱਤਾ ਹੋਇਆ 35 ਮੀਟਰ। ਉਹ ਕਹਿੰਦਾ ਉਹਦੇ 7 ਮੀਟਰ ਬਾਹਰਲੇ ਪਾਸੇ ਆਪਾਂ ਇੱਕ ਪਾਥ ਤਿਆਰ ਕੀਤਾ, ਹੈਜ਼ ਅ ਗ੍ਰੇਵਲਿੰਗ ਪਾਥ 7 ਮੀਟਰ ਵਾਈਡ ਆਲ ਅਰਾਊਂਡ ਇਟ ਔਨ ਇਟਸ ਆਊਟਰ ਸਾਈਡ। ਤਾਂ 7 ਮੀਟਰ ਬਾਹਰਲੇ ਪਾਸੇ ਪਾਥ ਇਹੋ ਜਿਹਾ ਤਿਆਰ ਹੋ ਗਿਆ। ਆ 7 ਮੀਟਰ ਹੈ, ਜਿੱਥੋਂ ਮਰਜ਼ੀ ਦੇਖ ਲਓ 7 ਮੀਟਰ ਹੈ। ਤਾਂ ਬੱਚੇ ਇਹਦਾ ਰੇਡੀਅਸ ਕਿੰਨਾ ਹੋ ਗਿਆ? 35 ਤੇ 7 42। ਕਾਲੇ ਰੰਗ ਦਾ ਪਾਰਕ ਹੈ, ਉਹਦਾ ਰੇਡੀਅਸ 35, ਉਹਦੇ 7 ਮੀਟਰ ਸਾਰੇ ਪਾਸੇ ਬਾਹਰ 7 ਮੀਟਰ ਦਾ ਪਾਥ ਤਿਆਰ ਕਰਤਾ, ਤਾਂ ਪਾਥ ਸਮੇਤ ਵੀ ਸਰਕਲ ਬਣਿਆ ਜਿਹਦਾ ਰੇਡੀਅਸ 35 ਤੇ 7 42 ਹੋ ਗਿਆ। ਐਗਜ਼ਾਮੀਨਰ ਕਹਿੰਦਾ ਆਪਾਂ ਉਸ ਪਾਥ ਨੂੰ ਤਿਆਰ ਕਰਵਾਉਣਾ ₹20 ਸਕੁਅਰ ਮੀਟਰ ਦੇ ਹਿਸਾਬ ਨਾਲ। ਤਾਂ ਕੁੱਲ ਖਰਚਾ ਹਮੇਸ਼ਾ ਕਿ 1 ਸਕੁਅਰ ਮੀਟਰ ਦੇ ₹20 ਨੇ, ਤਾਂ 2 ਸਕੁਅਰ ਮੀਟਰ ਦੇ ₹40, 3 ਸਕੁਅਰ ਮੀਟਰ ਦੇ ₹60, 10 ਸਕੁਅਰ ਮੀਟਰ ਦੇ ₹200। ਤਾਂ ਜਿੰਨੇ ਸਕੁਅਰ ਮੀਟਰ ਦਾ ਪਾਥ ਤਿਆਰ ਕਰਾਉਣਾ, ਜੋ ਪਾਥ ਦਾ ਏਰੀਆ ਹੋਊਗਾ, ਆ ਮੈਂ ਸ਼ੇਡ ਕਰਤਾ, ਜੋ ਪਾਥ ਦਾ ਏਰੀਆ ਹੋਊਗਾ ਇਨਟੂ 20 ਕਰਕੇ ਸਾਡਾ ਆਨਸਰ ਆ ਜਾਊਗਾ। ਤਾਂ ਪਾਥ ਦਾ ਏਰੀਆ ਕਿਵੇਂ ਨਿਕਲੂ? ਸਰਕਲ ਦੇ ਕੇਸ ਚ ਪਾਥ ਦਾ ਏਰੀਆ ਨਿਕਲੂ ਰੈੱਡ ਸਰਕਲ ਦੇ ਵਿੱਚੋਂ ਬਲੈਕ ਸਰਕਲ ਮਾਈਨਸ ਕਰ ਦੋ। ਤਾਂ ਰੈੱਡ ਸਰਕਲ ਦਾ ਏਰੀਆ πr², r ਦੀ ਵੈਲਿਊ 42, ਮਾਈਨਸ ਬਲੈਕ ਸਰਕਲ ਦਾ ਏਰੀਆ πr², r ਦੀ ਵੈਲਿਊ 35। ਤਾਂ ਪਾਈ ਦੋਨਾਂ ਚੋਂ ਕਾਮਨ ਆ ਗਿਆ, 42 ਸਕੁਅਰ ਮਾਈਨਸ 35 ਸਕੁਅਰ। ਤਾਂ ਬੱਚੇ ਪਾਈ ਤਾਂ ਕਾਮਨ ਆ ਗਿਆ 22/7, 42 ਸਕੁਅਰ ਮਾਈਨਸ 35 ਸਕੁਅਰ ਕੀ ਬਣ ਗਿਆ? a ਸਕੁਅਰ ਮਾਈਨਸ b ਸਕੁਅਰ। ਤਾਂ ਐਲਜੈਬਰਿਕ ਐਕਸਪ੍ਰੈਸ਼ਨ ਲਾਉਣ ਲੱਗੇ ਆਪਾਂ। a ਸਕੁਅਰ ਮਾਈਨਸ b ਸਕੁਅਰ ਕੀ ਹੁੰਦਾ? a ਪਲੱਸ b ਇੰਟੂ a ਮਾਈਨਸ b। ਤਾਂ 22/7 ਇੰਟੂ a ਪਲੱਸ b ਤਾਂ ਹੋ ਗਿਆ 77, ਇੰਟੂ a ਮਾਈਨਸ b ਹੋ ਗਿਆ 7। 7 ਤੇ 7 ਕੈਂਸਲ, 22 ਗੁਣਾ 77 ਕਿੰਨਾ ਆ ਗਿਆ? 154, 21, 7 14, 16 80, 1694। ਤਾਂ 1694 ਤਾਂ ਏਰੀਆ ਆ ਗਿਆ, 1694 ਏਰੀਆ ਆ ਗਿਆ। ਤਾਂ ਟੋਟਲ ਕੋਸਟ ਕਿੰਨੀ ਆ ਗਈ? ₹20 ਦੇ ਹਿਸਾਬ ਨਾਲ। ਤਾਂ 20 ਗੁਣਾ 1694 ਮੇਰੇ ਖਿਆਲ ਚ 33880। ਆਪਸ਼ਨ ਦੇਖਿਓ ਜੀ, ਕੈਲਕੂਲੇਸ਼ਨ ਦੇਖ ਲਿਓ, ਗਲਤ ਨਾ ਹੋਵੇ। 33 ਥਰਡ ਆਪਸ਼ਨ ਪਿਆ ਜੀ, 33880। ਕੈਲਕੂਲੇਸ਼ਨ ਬਾਈ ਬਣ ਕੇ ਜ਼ੋਰ ਦਿੰਦੇ ਜਾਓ। ਕੈਲਕੂਲੇਸ਼ਨ ਜੇ ਸਾਡੀ ਬਹੁਤ ਚੰਗੀ ਹੋ ਜੂਗੀ, ਕਿਤੇ ਟਾਈਮ ਨਹੀਂ ਵੇਸਟ ਹੋਣਾ। ਸਾਡਾ ਟਾਈਮ ਹੀ ਦੋ ਥਾਵਾਂ ਤੇ ਵੇਸਟ ਹੁੰਦਾ। ਕੁਐਸਚਨ ਪੜ੍ਹ ਕੇ ਸੋਚਣ ਲੱਗ ਜਾਂਦੇ ਕਿ ਕਿਵੇਂ ਕਰਨਾ, ਇੱਕ ਟਾਈਮ ਉੱਥੇ ਵੇਸਟ ਹੁੰਦਾ। ਕੁਐਸਚਨ ਕਰਨ ਤੋਂ ਬਾਅਦ ਅਖੀਰ ਤੇ ਜਿਹੜੀ ਕੈਲਕੂਲੇਸ਼ਨ ਕਰਨੀ ਹੈ, ਇੱਕ ਟਾਈਮ ਉੱਥੇ ਵੇਸਟ ਹੁੰਦਾ। ਤਾਂ ਜੇ ਸਾਡੀ ਕਨਸੈਪਚੁਅਲ ਪ੍ਰੈਕਟਿਸ ਹੈ, ਕਨਸੈਪਟਸ ਬਹੁਤ ਚੰਗੀ ਤਰ੍ਹਾਂ ਰਿਵਾਈਜ਼ ਕੀਤੇ ਆ, ਤਾਂ ਕੁਐਸਚਨ ਪੜ੍ਹਨ ਤੋਂ ਬਾਅਦ ਟਾਈਮ ਨਹੀਂ ਵੇਸਟ ਕਰਾਂਗੇ, ਸਿੱਧਾ ਪਤਾ ਹੋਊਗਾ ਐਂ ਕਰਨਾ। ਦੂਜੇ ਨੰਬਰ ਤੇ ਜੇ ਸਾਡੀ ਕੈਲਕੂਲੇਸ਼ਨ ਦੀ ਪ੍ਰੈਕਟਿਸ ਹੈ ਤਾਂ ਇੱਥੇ ਵੀ ਟਾਈਮ ਨਹੀਂ ਵੇਸਟ ਕਰਾਂਗੇ। ਤਾਂ ਇਹ ਬੱਚੇ ਆਪਣਾ ਇੱਕ ਤਰ੍ਹਾਂ ਦਾ ਕੁਐਸਚਨ ਸੀਗਾ। ਅਗਲਾ ਕੁਐਸਚਨ ਦੇਖੋ, ਮਿਕਸਚਰ ਦਾ ਕੁਐਸਚਨ ਹੈ। ਅ ਕੰਟੇਨਰ, ਆਪਣੇ ਆਪ ਚ ਬੱਚੇ ਇੰਟਰਸਟਿੰਗ ਕੁਐਸਚਨ ਹੈ, ਤੇ ਮਿਕਸਚਰ ਦਾ ਕੋਈ ਬਹੁਤਾ ਲੰਬਾ ਚੌੜਾ ਜਾਂ ਟੇਢਾ ਕੁਐਸਚਨ ਨਹੀਂ ਹੈਗਾ, ਸਿੰਪਲ ਜਿਹਾ ਕੁਐਸਚਨ ਹੈ। ਧਿਆਨ ਨਾਲ ਦੇਖ ਲਓ ਕੁਐਸਚਨ ਕੀ ਹੈ। ਅ ਮਿਕਸਚਰ ਕੰਟੇਨਸ 40 ਲੀਟਰਸ ਆਫ ਮਿਲਕ। ਇੱਕ ਕੱਪ, ਸੌਰੀ ਅ ਮਿਕਸਚਰ ਨਹੀਂ, ਅ ਕੰਟੇਨਰ। ਆਪਣੇ ਕੋਲ ਇੱਕ ਕੰਟੇਨਰ ਹੈ, ਉਹਦੇ ਵਿੱਚ 40 ਲੀਟਰ ਮਿਲਕ ਆ, ਪਾਣੀ ਪੂਣੀ ਜਮਾ ਨਹੀਂ ਹੈਗਾ, ਸਾਰੇ ਦਾ ਸਾਰਾ 40 ਲੀਟਰ ਮਿਲਕ ਆ। ਉਹਦੇ ਵਿੱਚੋਂ ਫਰੋਮ ਦਿਸ 4 ਲੀਟਰ ਆਫ ਮਿਲਕ ਵਾਸ ਟੇਕਨ ਆਊਟ ਐਂਡ ਰਿਪਲੇਸਡ ਬਾਈ ਵਾਟਰ। ਐਗਜ਼ਾਮੀਨਰ ਕਹਿੰਦਾ ਆਪਣੇ ਕੋਲ 40 ਲੀਟਰ ਮਿਕਸਚਰ ਸੀ, ਆਪਣਾ 40 ਲੀਟਰ ਦਾ ਦੁੱਧ ਸੀਗਾ, ਮਿਲਕ ਸੀਗਾ, ਉਹਦੇ ਵਿੱਚੋਂ 4 ਲੀਟਰ ਕੱਢਿਆ, ਪਾਣੀ ਪਾਤਾ। 4 ਲੀਟਰ ਕੱਢਿਆ ਤਾਂ ਮਿਲਕ 36 ਰਹਿ ਗਿਆ, ਪਾਣੀ ਬਾਕੀ 4 ਲੀਟਰ ਪਾਤਾ। ਫਿਰ ਹੁਣ ਮਿਕਸਚਰ ਬਣ ਗਿਆ 36 ਤੇ 4 ਦਾ। ਦਿਸ ਪ੍ਰੋਸੈਸ ਵਾਜ਼ ਰਿਪੀਟਡ ਫਰਦਰ 2 ਟਾਈਮਸ। 2 ਵਾਰੀ ਫਿਰ ਇਹੀ ਕੀਤਾ, ਮਿਲਕ 4 ਕੱਢਿਆ, ਪਾਣੀ ਪਾਤਾ, ਦੂਜੀ ਵਾਰ ਮਿਕਸਚਰ ਹੈ ਤਾਂ ਮਿਕਸਚਰ 4 ਕੱਢਿਆ, ਪਾਣੀ ਪਾਤਾ, ਤੀਜੀ ਵਾਰ ਫਿਰ ਮਿਕਸਚਰ ਹੈ, 4 ਕੱਢਿਆ, ਪਾਣੀ ਪਾਤਾ। ਇਹ ਕਰਨ ਤੋਂ ਬਾਅਦ ਹਾਊ ਮਚ ਮਿਲਕ ਇਜ਼ ਨਾਓ ਕੰਟੇਨਡ ਇਨ ਦਾ ਕੰਟੇਨਰ। ਤਾਂ ਬੱਚੇ ਆਹ ਦੇਖੋ, ਆਹ ਆਪਣਾ ਕੰਟੇਨਰ ਹੈ, ਪੇਪਰ ਦੇ ਵਿੱਚ ਬਣਾਉਣ ਦੀ ਜਮਾ ਲੋੜ ਨਹੀਂ ਪੈਣੀ। ਇਹਦੇ ਵਿੱਚ ਕੀ ਹੈ? 40 ਲੀਟਰ ਮਿਲਕ ਹੈ, ਤੇ ਆਪਾਂ ਹਰ ਵਾਰ ਕੀ ਕਰ ਰਹੇ ਹਾਂ? ਆਪਾਂ ਇਹਦੇ ਵਿੱਚੋਂ 4 ਲੀਟਰ ਬਾਹਰ ਕੱਢ ਰਹੇ ਹਾਂ। 40 ਦੇ ਵਿੱਚੋਂ 4 ਲੀਟਰ ਕੱਢਣ ਦਾ ਮਤਲਬ 1/10 ਕੱਢਿਆ ਜਾ ਰਿਹਾ ਹੈ। ਇੰਨੀ ਗੱਲ ਸਮਝ ਆ ਗਈ ਸਾਰਿਆਂ ਨੂੰ? 40 ਲੀਟਰ ਮਿਲਕ ਸੀਗਾ, ਉਹਦੇ ਵਿੱਚੋਂ 4 ਲੀਟਰ ਕੱਢਿਆ ਜਾ ਰਿਹਾ ਹੈ। ਦੂਜੀ ਵਾਰ ਜੋ ਮਰਜ਼ੀ ਹੋ ਜੇ, ਓਕੇ 40 ਦੇ ਵਿੱਚੋਂ 4 ਲੀਟਰ ਕੱਢਿਆ ਜਾ ਰਿਹਾ ਹੈ। ਇੰਟਰਸਟਿੰਗ ਗੱਲ ਦੱਸਦਾ, ਉਹਦੇ ਸਿਰ ਤੇ ਬਹੁਤ ਈਜ਼ੀ ਹੋ ਜਾਊਗਾ ਬੱਚੇ। 40 ਦੇ ਵਿੱਚੋਂ
4 ਲੀਟਰ ਕੱਢਣ ਦਾ ਮਤਲਬ 1/10 ਨਿਕਲ ਰਿਹਾ ਤਾਂ ਰਿਮੇਨਿੰਗ ਕਿੰਨਾ ਰਹਿ ਗਿਆ 10 ਦੇ ਵਿੱਚੋਂ 1 ਨਿਕਲ ਗਿਆ ਤਾਂ ਰਿਮੇਨਿੰਗ ਰਹਿ ਗਿਆ 9/10 ਰਿਮੇਨਿੰਗ ਰਹਿ ਗਿਆ 9/10 ਦੂਜੀ ਵਾਰ ਉਹਦੇ ਵਿੱਚ ਮਿਲਕ ਤੇ ਵਾਟਰ ਦੋਨੇ ਹੋਣਗੇ 36 ਲੀਟਰ ਮਿਲਕ 4 ਲੀਟਰ ਪਾਣੀ ਕੁੱਲ ਤਾਂ ਉਹਦਾ ਵੀ 40 ਹੀ ਬਣਦਾ ਨਾ ਦੂਜੀ ਵਾਰ ਉਹਦੇ ਵਿੱਚ ਆਲ ਦੋ ਹਾਲਾਂਕਿ 36 ਮਿਲਕ ਹੈ 4 ਪਾਣੀ ਹੋਊਗਾ ਪਰ ਕੁੱਲ ਤਾਂ ਉਹਦਾ ਵੀ 40 ਬਣਿਆ 40 ਚੋਂ ਜੇ ਫਿਰ 4 ਲੀਟਰ ਕੱਢਾਂਗੇ ਤਾਂ 1/10 ਨਿਕਲਿਆ 1/10 ਨਿਕਲਿਆ ਮਤਲਬ 9/10 ਰਹਿ ਗਿਆ ਤਾਂ ਦੂਜੀ ਵਾਰ ਦੋਵੇਂ 9/10 ਹੀ ਰਹਿ ਗਏ ਤੀਜੀ ਵਾਰ ਫੇਰ ਕੁੱਲ 40 ਆ ਉਹ ਚੋਂ 4 ਲੀਟਰ ਕੱਢਿਆ ਤਾਂ 1/10 ਕੱਢਿਆ ਪਿੱਛੇ 9/10 ਰਹਿ ਗਿਆ ਤਾਂ ਬੱਚੇ ਫਾਈਨਲੀ ਮਿਲਕ ਕਿੰਨਾ ਰਹਿ ਗਿਆ ਸਿੰਪਲ ਕਰਨ ਦਾ ਇਹ ਤਰੀਕਾ ਹੈ ਕੁੱਲ 40 ਲੀਟਰ ਚੋਂ ਪਹਿਲੀ ਵਾਰ 40 ਦੇ ਵਿੱਚੋਂ 4 ਲੀਟਰ ਕੱਢਿਆ ਮਤਲਬ 1/10 ਨਿਕਲਿਆ ਤਾਂ 9/10 ਰਹਿ ਗਿਆ ਦੂਜੀ ਵਾਰ ਜਿੰਨਾ ਵੀ ਮਿਲਕ ਹੈ ਸੋਲਵ ਕਰਨ ਦੀ ਲੋੜ ਨਹੀਂ ਹੈਗੀ ਕਿ 36 ਬਣ ਗਿਆ ਦੂਜੀ ਵਾਰ ਉਹਦਾ 9/10 ਰਹਿ ਗਿਆ ਤੀਜੀ ਵਾਰ ਉਹਦਾ 9/10 ਰਹਿ ਗਿਆ ਤਾਂ ਆਹ ਸਭ ਤੋਂ ਸੌਖਾ ਤਰੀਕਾ ਇਸ ਕੁਐਸਚਨ ਨੂੰ ਕਰਨ ਦਾ 0 ਨਾਲ 0 ਕੱਟੀ ਗਈ 9 × 9 × 9 ਬੱਚੇ ਹੁੰਦਾ 729 9 ਦਾ ਕਿਊਬ ਸਭ ਨੂੰ ਪਤਾ 729 ਹੁੰਦਾ ਇੰਟੂ 4 ਕਰਾਂਗੇ ਥੱਲੇ 2 ਜ਼ੀਰੋ ਲਾ ਦਾਂਗੇ 700 ਗੁਣਾ 4 2880 2916 2916 ਬਟੇ 100 29.16 ਲੀਟਰ ਆਨਸਰ ਆ ਜਾਊਗਾ ਬੱਚੇ ਇਸ ਕੁਐਸਚਨ ਦਾ 29.16 ਲੀਟਰ ਸੈਕਿੰਡ ਆਪਸ਼ਨ ਬਹੁਤ ਆਸਾਨੀ ਨਾਲ ਆਨਸਰ ਆਊਗਾ ਕਿ ਸਾਡੇ ਕੋਲ 40 ਲੀਟਰ ਮਿਲਕ ਹੈ ਉਹਦੇ ਵਿੱਚੋਂ ਜੇ ਅਸੀਂ 4 ਲੀਟਰ ਕੱਢਿਆ ਤਾਂ ਮਤਲਬ 1/10 ਨਿਕਲਿਆ ਤਾਂ ਰਿਮੇਨਿੰਗ 9/10 ਰਹਿ ਗਿਆ ਤਾਂ ਜਦੋਂ ਚੀਜ਼ਾਂ ਨਿਕਲ ਰਹੀਆਂ ਨੇ ਉਹ 9/10 9/10 9/10 ਹੁੰਦੀਆਂ ਜਾਣਗੀਆਂ ਕਿਉਂਕਿ ਫਿਰ 36 ਨਹੀਂ ਨਾ ਰਹਿ ਗਿਆ 4 ਲੀਟਰ ਪਾਣੀ ਪਾਤਾ ਤਾਂ ਟੋਟਲ ਫਿਰ 40 ਬਣਾਤਾ ਤਾਂ 40 ਚੋਂ 4 ਕੱਢਾਂਗੇ ਫਿਰ ਦੋਨੇ 9/10 ਹੀ ਰਹਿਣਗੇ ਤਾਂ ਆਪਾਂ ਮਿਲਕ ਦੇਖਣ ਤਾਂ ਮਿਲਕ 9/10 ਹੀ ਰਹਿ ਰਿਹਾ ਹੈ ਤਾਂ ਤੀਜੀ ਵਾਰ ਫਿਰ 9/10 ਰਹਿ ਗਿਆ ਤਾਂ 3 ਵਾਰ ਤੋਂ ਬਾਅਦ ਉਹ ਕਿੰਨੀ ਕੁਆਂਟੀਟੀ ਰਹਿ ਗਈ 40 ਤੋਂ ਸ਼ੁਰੂ ਹੋ ਕੇ ਹਰ ਵਾਰੀ 1/10 ਨਿਕਲ ਗਿਆ ਤਾਂ 9/10 9/10 9/10 ਰਹਿ ਗਿਆ 29.16 ਲੀਟਰ ਇਹ ਤੋਂ ਸੌਖਾ ਤਰੀਕਾ ਨਹੀਂ ਹੈਗਾ ਅਗਲੀ ਐਗਜ਼ਾਮਪਲ ਦੇ ਵਿੱਚ ਪਤਾ ਲੱਗ ਜੂਗਾ A vessel with capacity 63 ਲੀਟਰ is full of milk ਹੁਣ ਆਪਣੇ ਕੋਲ 40 ਦੀ ਥਾਂ ਤੇ 63 ਲੀਟਰ ਹੈ ਸਾਰੇ ਦਾ ਸਾਰਾ ਦੁੱਧ ਦਾ ਭਰਿਆ ਹੋਇਆ ਪਹਿਲਾਂ ਉਹਦੇ ਵਿੱਚੋਂ 9 ਲੀਟਰ ਬਾਹਰ ਕੱਢਿਆ ਗਿਆ is taken out and replaced by same amount of water ਜਿੰਨਾ ਪਾਣੀ ਕੱਢਿਆ ਓਨਾ ਹੀ ਜਿੰਨਾ ਮਿਲਕ ਕੱਢਿਆ ਓਨਾ ਹੀ ਪਾਣੀ ਐਡ ਕਰਤਾ ਮਤਲਬ ਟੋਟਲ 63 ਦਾ 63 ਹੀ ਬਣਿਆ ਰਿਹਾ ਜਿੰਨਾ ਮਿਲਕ ਕੱਢਿਆ ਓਨਾ ਹੀ ਵਾਟਰ ਐਡ ਹੋ ਗਿਆ ਮਤਲਬ ਟੋਟਲ ਨਹੀਂ ਹਿੱਲਿਆ ਟੋਟਲ 63 ਲੀਟਰ ਹੈ 9 ਲੀਟਰ ਮਿਲਕ ਕੱਢਿਆ ਪਾਣੀ ਨਾਲ ਰਿਪਲੇਸ ਕਰਤਾ ਐਂਡ ਫਰਦਰ ਦੂਜੀ ਵਾਰ 7 ਲੀਟਰ ਕੱਢਿਆ ਐਂਡ ਰਿਪਲੇਸਡ ਬਾਈ ਸੇਮ ਅਮਾਊਂਟ ਆਫ ਵਾਟਰ ਦੈਨ ਫਾਈਂਡ ਐਟ ਦਾ ਐਂਡ ਆਫ ਸੈਕਿੰਡ ਪ੍ਰੋਸੈਸ ਦਾ ਅਮਾਊਂਟ ਆਫ ਵਾਟਰ ਕਿੰਨਾ ਹੈ ਅਮਾਊਂਟ ਆਫ ਵਾਟਰ ਦੱਸਣਾ ਬੱਚੇ ਮਿਲਕ ਨਹੀਂ ਦੱਸਣਾ ਤਾਂ ਆਪਾਂ ਕੱਢ ਸਿਰਫ ਮਿਲਕ ਸਕਦੇ ਆ ਜਿਹੜਾ ਇਨੀਸ਼ੀਅਲੀ ਪਿਆ ਉਹਦੇ ਵਿੱਚ ਜੋ ਸਿਰਫ ਨਿਕਲ ਰਿਹਾ ਹੈ ਆਪਾਂ ਉਹਦੀ ਕੁਆਂਟੀਟੀ ਕੱਢ ਸਕਦੇ ਆ ਮਿਲਕ ਕਿੰਨਾ ਮੇਰੇ ਖਿਆਲ 'ਚ ਮੈਂ ਆਪਸ਼ਨ ਮਿਲਕ ਦੇ ਲੈ ਆਇਆ ਆਪਸ਼ਨ ਬੱਚੇ ਮੈਂ ਗਲਤੀ ਨਾਲ ਮਿਲਕ ਦੇ ਲੈ ਆਇਆ ਤਾਂ ਆਪਾਂ ਮਿਲਕ ਕੱਢਦੇ ਆ ਮੈਂ ਵਾਟਰ ਸਮਝਾ ਦੂੰਗਾ ਕਿ ਵਾਟਰ ਕਿੰਨਾ ਹੈ ਮਿਲਕ ਇਨੀਸ਼ੀਅਲੀ 63 ਲੀਟਰ ਹੈ ਜੀ ਪਹਿਲੀ ਵਾਰ 9 ਲੀਟਰ ਕੱਢਿਆ ਤਾਂ 63 ਦੇ ਵਿੱਚੋਂ 9 ਕੱਢਣ ਦਾ ਮਤਲਬ 1/7 ਨਿਕਲ ਗਿਆ 63 ਦੇ ਵਿੱਚੋਂ 9 ਕੱਢਣ ਦਾ ਮਤਲਬ ਵੈਸੇ ਤਾਂ ਤੁਸੀਂ 63 ਚੋਂ ਸਿੱਧਾ 9 ਕੱਢ ਸਕਦੇ ਹੋ ਵੀ 52 ਰਹਿ ਗਏ 54 ਰਹਿ ਗਿਆ 54 ਦੇ ਟੇਬਲ 'ਚ 54 ਦੇ ਚੱਕਰ 'ਚ ਨਾ ਪਾਓ 9 ਲੀਟਰ ਕੱਢਣਾ ਮਤਲਬ 1/7 ਨਿਕਲ ਗਿਆ ਤਾਂ 6/7 ਰਹਿ ਗਿਆ ਦੂਜੀ ਵਾਰ ਟੋਟਲ ਤਾਂ ਫਿਰ 63 ਹੋ ਗਿਆ 7 ਲੀਟਰ ਕੱਢਿਆ ਤਾਂ 63 ਚੋਂ 7 ਕੱਢਣ ਦਾ ਮਤਲਬ 1/9 ਕੱਢਿਆ ਤਾਂ 8/9 ਰਹਿ ਗਿਆ ਤਾਂ ਮਿਲਕ ਫਾਈਨਲੀ ਕਿੰਨਾ ਰਹਿ ਗਿਆ 7 × 9 63 ਉੱਪਰਲਾ 63 ਕੈਂਸਲ ਹੋ ਗਿਆ ਤਾਂ ਆਨਸਰ ਆ ਗਿਆ ਬੱਚੇ 48 ਲੀਟਰਸ ਤਾਂ ਜੇ ਇਸ ਕੁਐਸਚਨ 'ਚ ਮਿਲਕ ਪੁੱਛਿਆ ਹੁੰਦਾ ਤਾਂ 48 ਲੀਟਰ ਪਰ ਵਾਟਰ ਪੁੱਛਿਆ ਪਰ ਮੈਂ ਆਪਸ਼ਨ ਮਿਲਕ ਦੇ ਲੈ ਆਇਆ ਵਾਟਰ ਪੁੱਛਿਆ ਤਾਂ 63 ਦੇ ਵਿੱਚੋਂ 48 ਮਾਈਨਸ ਕਰ ਦੋ ਪਾਣੀ ਬੱਚੇ ਆ ਜਾਊਗਾ ਤੁਹਾਡਾ 15 ਲੀਟਰ ਜੇ ਇਸ ਕੁਐਸਚਨ ਦੇ ਵਿੱਚ ਐਗਜ਼ਾਮੀਨਰ ਨੇ ਵਾਟਰ ਪੁੱਛਿਆ ਤਾਂ ਆਪਸ਼ਨਸ ਦੇ ਹਿਸਾਬ ਨਾਲ ਗੱਲ ਕਰੀਏ 15 ਲੀਟਰ ਆਨਸਰ ਆ ਜਾਣਾ ਸੀ ਹਾਂਜੀ ਕਲੀਅਰ ਹੈ ਬੱਚੇ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸਦੇ ਜਾਇਓ ਪਿਛਲੀ ਕਲਾਸ ਦੇ ਵਿੱਚ ਮੈਂ ਪੁੱਛਿਆ ਸੀਗਾ ਕਿ ਭਾਈ ਚੱਲਦੀ ਕਲਾਸ 'ਚ ਮੈਨੂੰ ਦੱਸ ਦਿਓ ਮੈਂ ਸਲੋ ਤਾਂ ਨਹੀਂ ਪੜ੍ਹਾ ਰਿਹਾ ਫਾਸਟ ਤਾਂ ਨਹੀਂ ਪੜ੍ਹਾ ਰਿਹਾ ਸਪੀਡ ਠੀਕ ਹੈ ਕੀ ਕਰਾਂ ਇਹਨੂੰ ਤਾਂ ਜ਼ਿਆਦਾਤਰ ਬੱਚਿਆਂ ਨੇ ਕਿਹਾ ਸੀਗਾ ਕਿ ਕਿਉਂਕਿ ਆਪਾਂ ਸਿਰਫ ਪ੍ਰੈਕਟਿਸ ਕਰ ਰਹੇ ਹਾਂ ਕਮੈਂਟ ਸੈਕਸ਼ਨ ਦੇ ਵਿੱਚ ਬੱਚਿਆਂ ਨੇ ਕਿਹਾ ਸੀ ਕਿਉਂਕਿ ਆਪਾਂ ਸਿਰਫ ਪ੍ਰੈਕਟਿਸ ਕਰ ਰਹੇ ਤਾਂ ਬਹੁਤਾ ਡਿਟੇਲ 'ਚ ਨਾ ਸਮਝਾ ਕੇ ਸਿਰਫ ਸੋਲਵ ਕਰਵਾਉਣ ਤੇ ਜ਼ਿਆਦਾ ਜ਼ੋਰ ਦੇਵਾਂ ਤਾਂ ਕਿ 4 ਸਵਾਲ ਕਲਾਸ 'ਚ ਵੱਧ ਹੋ ਜਾਣ ਤਾਂ ਅੱਜ ਮੈਂ ਥੋੜਾ ਜਿਹਾ ਸਿਰਫ ਸਮਝਾਉਣ ਤੇ ਜ਼ੋਰ ਦੇ ਰਿਹਾ ਤਾਂ ਇਸ ਕੁਐਸਚਨ 'ਚ ਬੱਚੇ ਵਾਟਰ ਪੁੱਛਿਆ ਤਾਂ 15 ਲੀਟਰ ਆਉਣਾ ਸੀ ਪਰ ਕਿਉਂਕਿ ਮੈਂ ਆਪਸ਼ਨ ਮਿਲਕ ਦੇ ਲੈ ਆਇਆ ਤਾਂ ਮਿਲਕ 48 ਲੀਟਰ ਆ ਜਾਊਗਾ ਇਸ ਕੁਐਸਚਨ ਦਾ ਇਹਦੇ ਨਾਲ ਦਾ ਇੱਕ ਹੋਰ ਕੁਐਸਚਨ from the 50 liters of milk 5 liter is taken out and after it 5 liter of water is added to the rest amount of milk ਐਗਜ਼ਾਮੀਨਰ ਕਹਿੰਦਾ ਆਪਣੇ ਕੋਲ 50 ਲੀਟਰ ਦਾ ਮਿਲਕ ਆ ਜਿਹਦੇ ਵਿੱਚੋਂ 5 ਲੀਟਰ ਕੱਢਿਆ
ਤੇ ਪਾਣੀ ਪਾਤਾ। Again 5 liter of the mixture is taken out and was replaced by same amount of water. If this process is continued similarly for the third time also, then the amount of milk left. ਤਾਂ ਬੱਚੇ ਮਿਲਕ ਕਿੰਨਾ ਰਹਿ ਗਿਆ ਇਹ ਦੱਸਣਾ ਹੈ। ਤਾਂ ਟੋਟਲ ਕਿੰਨਾ ਮਿਲਕ ਹੈ 50, ਉਹਦੇ ਵਿੱਚੋਂ ਕਿੰਨਾ ਕੱਢਿਆ 5 ਲੀਟਰ ਕੱਢਿਆ, ਤਾਂ 50 ਚੋਂ 5 ਕੱਢਣ ਦਾ ਮਤਲਬ 1/10 ਨਿਕਲਿਆ, ਤਾਂ 9/10 ਰਹਿ ਗਿਆ। ਦੂਜੀ ਵਾਰ ਫੇਰ ਟੋਟਲ ਤਾਂ ਕਿਉਂਕਿ ਵਾਟਰ ਵਾਪਸ ਐਡ ਕਰਤਾ ਤੇ ਟੋਟਲ ਫੇਰ 50 ਬਣਾਤਾ, ਤਾਂ ਦੂਜੀ ਵਾਰ 50 ਚੋਂ 5 ਨਿਕਲਣ ਦਾ ਮਤਲਬ 1/10 ਨਿਕਲਿਆ, ਤਾਂ 9/10 ਰਹਿ ਗਿਆ। ਤੀਜੀ ਵਾਰ ਫੇਰ 50 ਚੋਂ 5 1/10 ਨਿਕਲਿਆ, 9/10 ਰਹਿ ਗਿਆ। ਤਾਂ ਫਾਈਨਲੀ ਮਿਲਕ ਕਿੰਨਾ ਰਹਿ ਗਿਆ 0 ਨਾਲ 0 ਕੈਂਸਲ। 9 × 9 × 9 ਬੱਚੇ ਸਭ ਨੂੰ ਪਤਾ 729, 729 ਗੁਣਾ 5 ਕਿੰਨਾ ਹੋ ਗਿਆ 3645, 3645 ਬਟੇ 100 36.45 ਲੀਟਰ। ਤਾਂ ਇਸ ਕੁਐਸਚਨ ਦਾ ਆਨਸਰ 36.45 ਥਰਡ ਆਪਸ਼ਨ। ਤਾਂ ਇਹ ਬੱਚੇ ਆਪਣਾ ਮਿਕਸਚਰ ਐਲੀਗੇਸ਼ਨ ਦੇ ਵਿੱਚੋਂ ਮਿਕਸਚਰ ਦੇ ਕੁਐਸਚਨਸ ਨੇ। ਮਿਕਸਚਰ ਐਲੀਗੇਸ਼ਨ ਇਕੱਠਾ ਚੈਪਟਰ ਪਰ ਉਹਦੇ ਵਿੱਚੋਂ ਇਹ ਮਿਕਸਚਰ ਦੇ ਕੁਐਸਚਨਸ ਨੇ ਆਪਣੇ। ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸਦੇ ਜਾਇਓ ਕਿ ਆਹ ਤਰੀਕੇ ਸਮਝ ਆ ਗਏ। ਜਿਹੜੇ ਬੱਚਿਆਂ ਨੇ ਤਾਂ ਇਹ ਤਰੀਕੇ ਪੜ੍ਹੇ ਹੋਏ ਨੇ, ਰਿਵਾਈਜ਼ ਕੀਤੇ ਹੋਏ ਨੇ, ਮੇਰੇ ਕੁਐਸਚਨ ਕਰਵਾਉਣ ਲੱਗਿਆ ਜਦੋਂ ਮੈਂ ਸਲਾਈਡ ਖੋਲੀ ਉਦੋਂ ਹੀ ਸੋਲਵ ਕਰਕੇ ਕਮੈਂਟ ਸੈਕਸ਼ਨ 'ਚ ਕਮੈਂਟ ਕਰਦੇ ਜਾਓ। ਜਿਹੜੇ ਬੱਚਿਆਂ ਨੇ ਕੁਐਸਚਨਸ ਦੇਖੇ ਤਾਂ ਹੋਏ ਨੇ ਪਰ ਲੈਂਥੀ ਮੈਥਡਸ ਨਾਲ ਕੀਤੇ ਆ ਜਾਂ ਅੱਜ ਤੱਕ ਸਮਝ ਨਹੀਂ ਆਏ ਹੈਗੇ ਜਾਂ ਜੋ ਵੀ ਹੈ, ਉਹ ਫਿਰ ਕਰਨ ਦੀ ਕਾਹਲੀ ਨਾ ਕਰਿਆ ਕਰੋ, ਦੇਖਿਆ ਕਰੋ ਧਿਆਨ ਨਾਲ ਤੇ ਸਮਝਣ ਤੋਂ ਬਾਅਦ ਕਮੈਂਟ ਕਰਿਆ ਕਰੋ ਕਿ ਹਾਂ ਭਾਈ ਪੱਲੇ ਪੈ ਗਿਆ ਕਿ ਨਹੀਂ। ਅੱਗੇ ਆ ਜਾਓ ਬੱਚੇ ਐਵਰੇਜ ਦਾ ਕੁਐਸਚਨ। ਐਵਰੇਜ ਦੇ ਮਾਮਲੇ 'ਚ ਐਗਜ਼ਾਮੀਨਰ ਕਹਿੰਦਾ 4 ਸਾਲ ਪਹਿਲਾਂ ਦਾ ਐਵਰੇਜ ਏਜ ਆਫ ਹਸਬੈਂਡ ਐਂਡ ਵਾਈਫ ਵਾਸ 28 ਈਅਰਸ। 4 ਸਾਲ ਪੁਰਾਣੀ 2018 ਦੀ ਗੱਲ ਕੀਤੀ ਹੈ ਐਗਜ਼ਾਮੀਨਰ ਨੇ ਕਿ ਕੋਈ ਕਪਲ ਹੈ ਹਸਬੈਂਡ ਤੇ ਵਾਈਫ, ਉਹਨਾਂ ਦੀ ਐਵਰੇਜ ਏਜ 28 ਸਾਲ ਹੈ। If the present average age of husband, wife and their son is 22 years, what is the age of their son? ਤਾਂ ਬੱਚੇ ਇਸ ਕੁਐਸਚਨ ਦੇ ਵਿੱਚ ਮੈਂ ਇੱਕ ਲੌਜਿਕ ਦੱਸਣਾ ਤੁਹਾਨੂੰ। ਚਾਹੇ 2 ਪਰਸਨ ਹੋਣ, ਚਾਹੇ 3 ਪਰਸਨ, 5 ਪਰਸਨ, 20 ਪਰਸਨ, ਜਿੰਨੇ ਮਰਜ਼ੀ ਪਰਸਨਸ ਦਾ ਗਰੁੱਪ ਹੋਵੇ, ਜਿੰਨੇ ਮਰਜ਼ੀ ਲੋਕਾਂ ਦਾ ਸਮੂਹ ਹੋਵੇ, ਉਹਨਾਂ ਦੀ ਤੁਹਾਨੂੰ ਜੋ ਵੀ ਐਵਰੇਜ ਦਿੱਤੀ ਹੈ, ਮੰਨ ਲਓ 7 ਸਾਲ ਉਹਨਾਂ ਦੀ ਐਵਰੇਜ ਦਿੱਤੀ ਹੋਈ ਹੈ ਸਾਨੂੰ, ਜੇ ਉਹਨਾਂ ਦੀ ਪ੍ਰੈਜ਼ੈਂਟ ਐਵਰੇਜ ਪੀ ਲਿਖਤਾ ਪ੍ਰੈਜ਼ੈਂਟ ਐਵਰੇਜ 2 ਬੰਦੇ ਨੇ, 10 ਬੰਦੇ ਨੇ, 15 ਬੰਦੇ ਨੇ, 150 ਬੰਦਾ, ਜਿੰਨੇ ਮਰਜ਼ੀ ਲੋਕ ਨੇ, ਮੈਟਰ ਹੀ ਨਹੀਂ ਕਰਦਾ ਜਿੰਨੇ ਮਰਜ਼ੀ ਲੋਕ ਨੇ, ਜੇ ਉਹਨਾਂ ਦੀ ਪ੍ਰੈਜ਼ੈਂਟ ਐਵਰੇਜ 7 ਸਾਲ ਹੈ ਤਾਂ ਨੈਕਸਟ ਈਅਰ ਉਹਨਾਂ ਦੀ ਐਵਰੇਜ ਕੀ ਹੋਊਗੀ ਬੱਚੇ? ਨੈਕਸਟ ਈਅਰ ਦਾ ਮਤਲਬ 1 ਸਾਲ ਬਾਅਦ, 1 ਸਾਲ ਬਾਅਦ ਉਹਨਾਂ ਦੀ ਐਵਰੇਜ 1 ਇਨਕਰੀਜ਼ ਕਰੂਗੀ। ਤਾਂ ਬੱਚੇ ਐਵਰੇਜ ਦੇ ਮਾਮਲੇ 'ਚ ਮੈਂ ਇਹ ਦੱਸਣਾ ਹੈ ਕਿ ਜਿੰਨੇ ਮਰਜ਼ੀ ਲੋਕ ਹੋਣੇ ਮੈਟਰ ਹੀ ਨਹੀਂ ਕਰਦਾ, ਐਵਰੇਜ 1 ਸਾਲ 'ਚ 1 ਇਨਕਰੀਜ਼ ਕਰਦੀ ਹੈ, 4 ਸਾਲਾਂ 'ਚ 4 ਇਨਕਰੀਜ਼ ਕਰਦੀ ਹੈ। ਜੇ ਤੁਹਾਨੂੰ ਕਿਸੇ ਦੀ ਪ੍ਰੈਜ਼ੈਂਟ ਐਵਰੇਜ ਪਤਾ ਹੈ, ਜਿੰਨੇ ਮਰਜ਼ੀ ਲੋਕ ਹੋਣ, ਪਰਿਵਾਰ ਦੇ 5 ਮੈਂਬਰਾਂ ਦੀ ਐਵਰੇਜ ਸਾਨੂੰ ਦਿੱਤੀ ਹੈ, ਸਾਨੂੰ ਪ੍ਰੈਜ਼ੈਂਟ ਐਵਰੇਜ ਪਤਾ ਹੈ ਤੇ ਅਸੀਂ 7 ਸਾਲ ਪੁਰਾਣੀ ਐਵਰੇਜ ਦੇਖਣੀ ਹੈ ਤਾਂ 7 ਮਾਈਨਸ ਕਰਕੇ ਆ ਜਾਊਗਾ। ਐਵਰੇਜ 1 ਸਾਲ 'ਚ 1 ਇਨਕਰੀਜ਼ ਕਰਦੀ ਹੈ। ਤਾਂ ਇੱਥੇ ਬੱਚੇ ਕੁਐਸਚਨ ਦੇ ਵਿੱਚ ਸਾਨੂੰ ਦਿੱਤਾ ਹੋਇਆ ਕਿ ਹਸਬੈਂਡ ਤੇ ਵਾਈਫ ਨੇ ਉਹਨਾਂ ਦੀ 4 ਸਾਲ ਪੁਰਾਣੀ ਐਵਰੇਜ 28 ਸਾਲ ਹੈ। ਤਾਂ ਹਸਬੈਂਡ ਤੇ ਵਾਈਫ 2 ਜਾਣੇ ਨੇ, ਉਹਨਾਂ ਦੀ ਜੇ 4 ਸਾਲ ਪੁਰਾਣੀ ਐਵਰੇਜ 28 ਹੈ ਤਾਂ ਪ੍ਰੈਜ਼ੈਂਟ ਐਵਰੇਜ 32 ਸਾਲ ਹੋਊਗੀ। ਤਾਂ ਪ੍ਰੈਜ਼ੈਂਟ ਐਵਰੇਜ ਬੱਚੇ 32 ਸਾਲ ਹੋਊਗੀ, ਇਹਦੇ ਵਿੱਚ ਤਾਂ ਕੋਈ ਡਾਊਟ ਨਹੀਂ ਹੈਗਾ। 4 ਸਾਲ ਪੁਰਾਣੀ ਐਵਰੇਜ 28 ਹੈ ਤਾਂ ਐਵਰੇਜ 4 ਸਾਲਾਂ 'ਚ 4 ਇਨਕਰੀਜ਼ ਹੋ ਕੇ ਪ੍ਰੈਜ਼ੈਂਟ ਐਵਰੇਜ 32 ਸਾਲ। ਤੇ ਪ੍ਰੈਜ਼ੈਂਟ ਦਾ ਕੇਸ ਹੀ ਦਿੱਤਾ ਹੋਇਆ ਹਸਬੈਂਡ, ਵਾਈਫ ਤੇ ਉਹਨਾਂ ਦੇ ਨਿਆਣਾ, ਉਹਨਾਂ ਦੀ ਐਵਰੇਜ ਬਣਦੀ ਹੈ 22 ਸਾਲ। ਤਾਂ ਆਪਾਂ ਨਿਆਣੇ ਦੀ ਉਮਰ ਦੱਸਣੀ ਹੈ। ਤਾਂ ਬੱਚੇ ਬਹੁਤ ਈਜ਼ੀ ਹੈ, ਆਹ ਡਾਟਾ ਸਾਡੇ ਸਾਹਮਣੇ ਆ ਗਿਆ। ਸਾਨੂੰ ਦਿੱਤਾ ਕਿ 4 ਸਾਲ ਪਹਿਲਾਂ ਹਸਬੈਂਡ ਤੇ ਵਾਈਫ ਦੀ ਐਵਰੇਜ 28 ਹੈ ਤਾਂ ਮਤਲਬ ਪ੍ਰੈਜ਼ੈਂਟ 32 ਹੈ। ਇਹ ਅਸੀਂ ਦਿਮਾਗ 'ਚ ਕੱਢ ਲੈਣਾ। ਅੱਗੇ ਸਾਨੂੰ ਦਿੱਤਾ ਹੈ ਕਿ ਪ੍ਰੈਜ਼ੈਂਟ ਹਸਬੈਂਡ ਤੇ ਵਾਈਫ ਦੀ ਐਵਰੇਜ 32 ਆ ਗਈ, ਹਸਬੈਂਡ ਵਾਈਫ ਤੇ ਸਨ ਦੀ ਐਵਰੇਜ 22 ਆ। ਹਸਬੈਂਡ ਤੇ ਵਾਈਫ ਤਾਂ ਦੋਨੇ 32 ਸਾਲ ਦੇ, ਐਵਰੇਜ ਦਾ ਮਤਲਬ ਦੋਨਾਂ ਦੀ ਉਮਰ 32 ਸਾਲ ਹੈ। ਵੈਸੇ ਤਾਂ ਵੱਧ ਘੱਟ ਹੋ ਸਕਦੀ ਆ, ਪਰ ਮੈਂ ਪਿਛਲੀ ਕਲਾਸ 'ਚ ਵੀ ਜਦੋਂ ਐਵਰੇਜ ਦੇ ਕੁਐਸਚਨ ਕਰਾਏ ਸੀ ਉਦੋਂ ਵੀ ਇਹ ਗੱਲ ਬੋਲ ਕੇ ਕਹੀ ਸੀ ਕਿ ਜੋ ਸਾਨੂੰ ਐਵਰੇਜ ਪਤਾ ਹੈ ਫਿਰ ਮੰਨੋ ਸਭ ਦੀ ਵੈਲਿਊ ਉਨੀ ਹੈ। ਤਾਂ ਦੋਹਾਂ ਦੀ ਐਵਰੇਜ 32 ਦਾ ਮਤਲਬ ਇਹਦੀ ਉਮਰ ਵੀ 32 ਹੈ, ਇਹਦੀ ਉਮਰ ਵੀ ਮੰਨ ਕੇ ਚੱਲੋ 32 ਹੈ। ਤਾਂ ਇੱਥੇ ਇਹਦੀ ਵੀ 32, ਇਹਦੀ ਵੀ 32। ਇਹ ਐਵਰੇਜ ਤੋਂ ਕਿੰਨੇ ਜ਼ਿਆਦਾ ਨੇ? ਇਹ ਵੀ 10 ਜ਼ਿਆਦਾ ਹੈ, ਇਹ ਵੀ 10 ਜ਼ਿਆਦਾ, ਤਾਂ 20 ਸਾਲ ਜ਼ਿਆਦਾ ਨੇ। ਇਹ ਦੋਨੇ 20 ਸਾਲ ਜ਼ਿਆਦਾ ਨੇ ਤਾਂ ਐਵਰੇਜ ਮੇਨਟੇਨ ਕਰਨ ਲਈ ਇਹ 20 ਸਾਲ ਘੱਟ ਹੋਣਾ ਚਾਹੀਦਾ। ਤਾਂ 22 ਚੋਂ 20 ਮਾਈਨਸ ਕਰ ਦਿਓ, ਸਨ ਦੀ ਏਜ ਆ ਗਈ 2 ਸਾਲ। ਤਾਂ ਇਹ ਤੋਂ ਸੌਖਾ ਤਰੀਕਾ ਨਹੀਂ ਹੈਗਾ ਬੱਚੇ ਇਸ ਕੁਐਸਚਨ ਨੂੰ ਕਰਨ ਦਾ। ਬਸ ਤੁਹਾਡੇ ਦਿਮਾਗ ਦੇ ਵਿੱਚ ਇਹ ਆ ਜਾਣਾ ਚਾਹੀਦਾ ਕਿ ਹਸਬੈਂਡ ਤੇ ਵਾਈਫ ਦੀ 4 ਸਾਲ ਪੁਰਾਣੀ ਐਵਰੇਜ 28 ਹੈ ਤਾਂ ਪ੍ਰੈਜ਼ੈਂਟ ਐਵਰੇਜ 4 ਜੁੜ ਕੇ 32 ਹੋਊਗੀ। ਹਸਬੈਂਡ ਤੇ ਵਾਈਫ ਦੀ ਪ੍ਰੈਜ਼ੈਂਟ ਐਵਰੇਜ 32 ਆ,
ਹਸਬੈਂਡ ਵਾਈਫ ਤੇ ਸਨ ਦੀ ਪ੍ਰੈਜ਼ੈਂਟ ਐਵਰੇਜ 22 ਹੈ। 32 ਦਾ ਮਤਲਬ ਦੋਨਾਂ ਦੀ ਉਮਰ 32 ਸਾਲ, ਮਤਲਬ ਇਹਦੀ ਵੀ 10 ਜ਼ਿਆਦਾ, ਇਹਦੀ ਵੀ 10 ਜ਼ਿਆਦਾ, 20 ਸਾਲ ਜ਼ਿਆਦਾ ਹੋ ਗਈ। ਤਾਂ ਐਵਰੇਜ ਮੇਨਟੇਨ ਰੱਖਣ ਲਈ ਸਨ ਦੀ 20 ਮਾਈਨਸ ਕਰਨੀ ਪੈਣੀ ਹੈ। ਜਿੰਨੀ ਵੱਧ ਹੈ ਤੀਜੇ ਦੀ ਉਨੀ ਘੱਟ ਹੋਣੀ ਚਾਹੀਦੀ ਹੈ, ਤਾਂ ਹੀ ਐਵਰੇਜ ਮੇਨਟੇਨ ਰਹੂਗੀ 22 ਸਾਲ। ਤਾਂ 20 ਮਾਈਨਸ ਕਰੋ, 22 ਚੋਂ 20 ਕੱਢੇ, ਸਨ ਦੀ ਏਜ 2 ਸਾਲ। ਤਾਂ ਇਹ ਕੁਐਸਚਨ ਹੈ ਬੱਚੇ ਆਪਣਾ। ਅਗਲਾ ਕੁਐਸਚਨ ਦੇਖੋ ਇਹਦੇ ਵਿੱਚ ਬੱਚੇ, 3 years ago the average age of 5 members of a family was 17 years। ਪਰਿਵਾਰ 'ਚ 5 ਮੈਂਬਰ ਨੇ, ਉਹਨਾਂ ਦੀ ਜੇ 3 ਸਾਲ ਪਹਿਲਾਂ ਐਵਰੇਜ 17 ਸਾਲ ਸੀ ਤਾਂ ਬੱਚੇ ਪ੍ਰੈਜ਼ੈਂਟ ਐਵਰੇਜ ਕੀ ਹੋਊਗੀ? 20 ਸਾਲ। ਇਹਦੇ ਵਿੱਚ ਤਾਂ ਕੋਈ ਡਾਊਟ ਨਹੀਂ, ਇਹ ਤਾਂ ਆਪਾਂ ਪੜ੍ਹਿਆ ਏ। ਮੈਂਬਰ 5 ਨੇ 7 ਨੇ ਜਿੰਨੇ ਮਰਜ਼ੀ ਨੇ, ਜੇ 3 ਸਾਲ ਪਹਿਲਾਂ ਐਵਰੇਜ 17 ਸੀ ਤਾਂ ਪ੍ਰੈਜ਼ੈਂਟ ਐਵਰੇਜ 3 ਜੋੜ ਕੇ 20 ਸਾਲ ਆ ਜਾਊਗੀ। A baby having been born, the average age of the family is same today। Today ਦਾ ਮਤਲਬ ਪ੍ਰੈਜ਼ੈਂਟ ਦੀ ਗੱਲ ਹੋ ਰਹੀ ਹੈ। ਤਾਂ ਪ੍ਰੈਜ਼ੈਂਟ ਐਵਰੇਜ 5 ਮੈਂਬਰ ਪਲੱਸ 1 ਬੇਬੀ ਸੇਮ ਮਤਲਬ 17 ਸਾਲ। ਤਾਂ ਬੱਚੇ 5 ਮੈਂਬਰਾਂ ਦੀ ਐਵਰੇਜ 20 ਸਾਲ ਹੈ। 5 ਮੈਂਬਰਾਂ ਦੀ ਐਵਰੇਜ 20 ਸਾਲ ਹੈ, ਮਤਲਬ 5 ਦੀ ਉਮਰ 20 ਸਾਲ ਮੰਨਾਂਗੇ। ਇੱਥੇ 5 ਮੈਂਬਰ ਪਲੱਸ 1 ਬੇਬੀ ਦੀ ਉਮਰ 17 ਬਣਦੀ ਹੈ ਐਵਰੇਜ। ਤਾਂ 5 ਦੀ ਉਮਰ ਤਾਂ 20 ਸਾਲ ਹੈ, 3 ਜ਼ਿਆਦਾ, ਤਾਂ 5 ਦੀ ਕਿੰਨੀ ਜ਼ਿਆਦਾ ਹੋਊਗੀ? 15 ਜ਼ਿਆਦਾ। ਤਾਂ ਇਹਦੀ ਕਿੰਨੀ ਹੋਊਗੀ ਐਵਰੇਜ ਮੇਨਟੇਨ ਰੱਖਣ ਲਈ? ਇਹਦੀ ਹੋਊਗੀ 15 ਘੱਟ। ਤਾਂ 17 ਚੋਂ 15 ਮਾਈਨਸ ਕਰੋ, ਇਹਦੀ ਉਮਰ ਵੀ ਇਸ ਕੁਐਸਚਨ 'ਚ 2 ਸਾਲ ਆ ਗਈ। ਤਾਂ ਬੇਬੀ ਦੀ ਏਜ ਫਸਟ ਆਪਸ਼ਨ 2 ਸਾਲ। ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸੋ। ਆ ਤਾਂ ਮੈਂ ਸਮਝਾਉਣ ਦੇ ਲਈ ਲਿਖ ਰਿਹਾ, ਤੁਸੀਂ ਤਾਂ ਇੰਨਾ ਲਿਖੋਗੇ ਨਹੀਂ। ਤੁਸੀਂ ਕੁਐਸਚਨ ਪੜ੍ਹੋਗੇ ਕਿ ਭਾਈ 5 ਮੈਂਬਰ ਨੇ, ਉਹਨਾਂ ਦੀ 3 ਸਾਲ ਪਹਿਲਾਂ ਐਵਰੇਜ 17 ਸਾਲ ਹੈ ਤਾਂ ਪ੍ਰੈਜ਼ੈਂਟ ਐਵਰੇਜ 20 ਆ ਗਈ। ਇਹ ਦਿਮਾਗ 'ਚ ਹੈ ਕਿ 5 ਮੈਂਬਰਾਂ ਦੀ ਪ੍ਰੈਜ਼ੈਂਟ ਐਵਰੇਜ 20 ਆ। ਨਿਆਣੇ ਦਾ ਜਨਮ ਹੋਇਆ ਤੇ ਪਰਿਵਾਰ ਦੀ ਐਵਰੇਜ ਸੇਮ ਰਹਿ ਗਈ ਟੂਡੇ, ਮਤਲਬ ਅੱਜ ਉਹਨਾਂ ਦੀ ਐਵਰੇਜ 17 ਹੀ ਰਹਿ ਗਈ। ਤਾਂ 5 ਜਾਣੇ ਦੀ ਪ੍ਰੈਜ਼ੈਂਟ ਐਵਰੇਜ 20 ਹੈ, 5 ਜਾਣੇ ਪਲੱਸ 1 ਨਿਆਣੇ ਦੀ ਐਵਰੇਜ 17 ਹੈ। ਤਾਂ 5 ਦੀ ਐਵਰੇਜ 20 ਦਾ ਮਤਲਬ ਸਾਰਿਆਂ ਦੀ ਉਮਰ 20 ਸਾਲ, 3 ਸਾਲ ਜ਼ਿਆਦਾ। 5 ਜਾਣਿਆਂ ਦੀ 3 ਸਾਲ ਜ਼ਿਆਦਾ ਮਤਲਬ 15 ਜ਼ਿਆਦਾ। ਤਾਂ ਐਵਰੇਜ ਮੇਨਟੇਨ ਰੱਖਣ ਲਈ ਇਹਦੀ 15 ਘੱਟ ਹੋਊਗੀ। ਤਾਂ 17 ਚੋਂ 15 ਘੱਟ 2 ਸਾਲ ਆਨਸਰ ਆ ਗਿਆ ਬੱਚੇ ਇਸ ਕੁਐਸਚਨ ਦਾ। ਇਹ ਸਾਡਾ ਐਵਰੇਜ ਦਾ ਪ੍ਰੀਵੀਅਸ ਈਅਰ ਐਗਜ਼ਾਮ ਦਾ ਕੁਐਸਚਨ ਹੈ। ਮਤਲਬ ਪਿਛਲਾ ਕੁਐਸਚਨ ਹੈ ਜਿਹੜਾ ਹਸਬੈਂਡ ਤੇ ਵਾਈਫ ਵਾਲਾ, ਪਿਛਲਾ ਕੁਐਸਚਨ ਹੈ ਜਿਹੜਾ ਹਸਬੈਂਡ ਤੇ ਵਾਈਫ ਵਾਲਾ, ਇਹ ਪ੍ਰੀਵੀਅਸ ਈਅਰ ਐਗਜ਼ਾਮ ਦਾ ਕੁਐਸਚਨ ਹੈ। ਇਹ ਮੈਂ ਉਹਦੇ ਨਾਲ ਦਾ ਸਿਮਿਲਰ ਕੁਐਸਚਨ ਲੈ ਕੇ ਆਇਆ ਹੋਇਆ। ਅਗਲਾ ਕੁਐਸਚਨ ਦੇਖੋ ਬੱਚੇ, ਅਗਲਾ ਕੁਐਸਚਨ ਰੇਸ਼ੀਓ ਆਪਣੇ ਮਿਕਸਚਰ ਐਲੀਗੇਸ਼ਨ ਦੇ ਵਿੱਚੋਂ ਐਲੀਗੇਸ਼ਨ ਦਾ। ਮੈਂ ਪਿਛਲੀ ਕਲਾਸ ਦੇ ਵਿੱਚ ਕਿਹਾ ਸੀਗਾ, ਪਰ ਪਿਛਲੀ ਕਲਾਸ 'ਚ ਇਹ ਕੁਐਸਚਨ ਕਰਵਾ ਨਹੀਂ ਸੀ ਸਕਿਆ, ਟਾਈਮ ਪੂਰਾ ਹੋ ਗਿਆ ਸੀਗਾ, ਕਿ ਅਸੀਂ ਐਲੀਗੇਸ਼ਨ ਕਈ ਥਾਵਾਂ ਤੇ ਲਾਈ ਹੈ। ਅਸੀਂ ਪ੍ਰਾਈਸ ਦੀ ਐਲੀਗੇਸ਼ਨ ਕੱਢ ਕੇ ਦੇਖੀ, ਅਸੀਂ ਏਜ ਦੀ ਐਲੀਗੇਸ਼ਨ, ਅਸੀਂ ਮਾਰਕਸ ਦੀ ਐਲੀਗੇਸ਼ਨ, ਅਸੀਂ ਕਿੰਨੀਆਂ ਹੀ ਚੀਜ਼ਾਂ ਦੀ ਐਲੀਗੇਸ਼ਨ ਕੱਢ ਕੇ ਦੇਖੀ ਹੈ। ਇੱਥੇ ਰੇਸ਼ੀਓ ਦੇ ਉੱਤੇ ਐਲੀਗੇਸ਼ਨ ਲੱਗੂਗੀ। ਐਗਜ਼ਾਮੀਨਰ ਕਹਿੰਦਾ ਆਪਣੇ ਕੋਲ 2 ਵੈਸਲ ਨੇ A ਤੇ B, ਦੋਨਾਂ ਦੇ ਵਿੱਚ ਸਪਿਰਿਟ ਤੇ ਵਾਟਰ ਮਿਕਸਡ ਇਨ ਦਾ ਰੇਸ਼ੀਓ, ਪਹਿਲੇ 'ਚ 5:2, ਦੂਜੇ 'ਚ 7:6। Find the ratio in which these mixtures must be mixed to obtain a new mixture in the vessel C containing spirit and water in the ratio 8:5। ਐਗਜ਼ਾਮੀਨਰ ਕਹਿੰਦਾ ਆਪਣੇ ਕੋਲ ਆ ਪਹਿਲਾ ਭਾਂਡਾ ਹੈ, ਪਹਿਲਾ ਵੈਸਲ ਹੈ ਜਿਹਦੇ ਵਿੱਚ ਸਪਿਰਿਟ ਤੇ ਵਾਟਰ ਕੀ ਹੈ 5:2 ਦੇ ਵਿੱਚ। ਆ ਦੂਜਾ ਭਾਂਡਾ ਹੈ, ਦੂਜਾ ਵੈਸਲ ਜਿਹਦੇ ਵਿੱਚ ਸਪਿਰਿਟ ਤੇ ਵਾਟਰ ਕੀ ਹੈ 7:6 ਦੇ ਵਿੱਚ ਹੈ। ਐਗਜ਼ਾਮੀਨਰ ਕਹਿੰਦਾ ਇਹਨਾਂ ਦੋਨਾਂ ਵੈਸਲਸ ਦੇ ਵਿੱਚ ਜਿਹੜਾ ਮਿਕਸਚਰ ਹੈ ਉਹਨੂੰ ਕਿਹੜੀ ਰੇਸ਼ੀਓ 'ਚ ਮਿਕਸ ਕਰੀਏ। ਫਾਈਂਡ ਦਾ ਰੇਸ਼ੀਓ ਇਨ ਵਿਚ ਥੀਸ ਮਿਕਸਚਰਸ ਮਸਟ ਬੀ ਮਿਕਸਡ ਟੂ obtain ਅ ਨਿਊ ਮਿਕਸਚਰ ਇਨ ਵੈਸਲ ਸੀ, ਜਿਹਦੇ ਵਿੱਚ ਸਪਿਰਿਟ ਤੇ ਵਾਟਰ ਕੀ ਹੋਣ 8:5 ਦੇ ਵਿੱਚ ਹੋਣ। ਤਾਂ ਆਹ ਬਣਾਉਣਾ ਆਪਾਂ। ਤਾਂ ਬੱਚੇ ਇਹਦੇ ਵਿੱਚ ਕੀ ਹੋਊਗਾ, ਜਦੋਂ ਇੱਕ ਰੇਸ਼ੀਓ, ਇੱਕ ਮਿਕਸਚਰ ਤੇ ਦੂਜੇ ਮਿਕਸਚਰ ਨੂੰ ਮਿਕਸ ਕਰਨਾ ਹੈ, 2 ਮਿਕਸਚਰਸ ਨੂੰ ਮਿਕਸ ਕਰਕੇ ਨਵਾਂ ਮਿਕਸਚਰ ਬਣਾਉਣਾ ਹੈ, ਮਤਲਬ ਮਿਕਸਚਰ ਦੇ ਉੱਤੇ ਐਲੀਗੇਸ਼ਨ ਲਾਉਣੀ ਹੈ। ਤਾਂ ਉਦੋਂ ਬੱਚੇ ਤੁਸੀਂ ਕੀ ਕਰਨਾ ਹੈ, 5 ਤੇ 2 ਦਾ ਟੋਟਲ 7 ਬਣ ਗਿਆ, 7 ਤੇ 6 ਦਾ ਟੋਟਲ 13 ਬਣ ਗਿਆ, 8 ਤੇ 5 ਦਾ ਟੋਟਲ ਵੀ 13 ਬਣ ਗਿਆ। ਅਸੀਂ ਟੋਟਲ ਦੇਖ ਲੈਣਾ ਦੋਵੇਂ ਪਾਸੇ, ਸਪਿਰਿਟ ਤੇ ਵਾਟਰ ਦਾ ਮਤਲਬ ਪੂਰੇ ਵੈਸਲ ਦਾ ਟੋਟਲ 7, ਪੂਰੇ ਵੈਸਲ ਦਾ ਟੋਟਲ 13, ਪੂਰੇ ਵੈਸਲ ਦਾ ਟੋਟਲ 13। ਅਸੀਂ ਜਿਹੜੀ ਐਲੀਗੇਸ਼ਨ ਲਾਉਣੀ ਹੈ, ਧਿਆਨ ਨਾਲ ਸੁਣੋ, ਇੰਨੀ ਗੱਲ ਤਾਂ ਪਤਾ ਹੈ ਨਾ ਕਿ ਇਹਨੂੰ ਤੇ ਇਹਨੂੰ ਮਿਕਸ ਕਰਨਾ ਹੈ ਤੇ ਆਹ ਬਣਾਉਣਾ, ਇੰਨੀ ਗੱਲ ਤਾਂ ਦਿਖ ਰਹੀ ਹੈ ਨਾ ਸਾਰਿਆਂ ਨੂੰ। ਤਾਂ ਜਿਨ੍ਹਾਂ ਨੂੰ ਮਿਕਸ ਕਰਨਾ ਉਹਨਾਂ ਤੇ ਐਲੀਗੇਸ਼ਨ ਲੱਗੂਗੀ।
ਜੋ ਬਣਾਉਣਾ ਉਹ ਮੀਨ ਵੈਲਿਊ ਲਈ ਜਾਊਗੀ। ਤਾਂ ਐਲੀਗੇਸ਼ਨ ਕਾਹਦੇ ਤੇ ਲਾਵਾਂਗੇ ਬੱਚੇ, ਜਦੋਂ ਮਿਕਸਚਰਸ ਦੇ ਉੱਤੇ ਐਲੀਗੇਸ਼ਨ ਲਾ ਕੇ ਕੁਝ ਬਣਾਉਣਾ ਹੋਵੇ ਉਦੋਂ ਮਿਕਸਚਰ ਕਾਹਦਾ, ਸਪਿਰਿਟ ਤੇ ਵਾਟਰ ਦਾ ਨਾ, ਤਾਂ ਤੁਸੀਂ ਐਲੀਗੇਸ਼ਨ ਚਾਹੇ ਸਪਿਰਿਟ ਤੇ ਲਾ ਦਿਓ ਚਾਹੇ ਵਾਟਰ ਤੇ ਲਾ ਦਿਓ, ਕਿਸੇ ਇੱਕ ਨੂੰ ਚੱਕ ਲਓ ਸੇਮ ਰੇਸ਼ੀਓ ਆਊਗੀ। ਕਿਸੇ ਇੱਕ ਨੂੰ ਚੱਕ ਲਓ, ਜੇ ਸਪਿਰਿਟ ਚੱਕਦੇ ਤਾਂ ਸਾਰਿਆਂ ਦਾ ਸਪਿਰਿਟ ਚੱਕਾਂਗੇ, ਜੇ ਵਾਟਰ ਚੱਕਦੇ ਤਾਂ ਸਾਰਿਆਂ ਦਾ ਵਾਟਰ ਚੱਕਾਂਗੇ। ਰੇਸ਼ੀਓ ਐਲੀਗੇਸ਼ਨ ਲਾ ਦਿਓ, ਰੇਸ਼ੀਓ ਆ ਜੂਗੀ ਪਹਿਲੇ ਵੈਸਲ ਤੇ ਦੂਜੇ ਵੈਸਲ ਨੂੰ ਜਿਹੜੀ ਰੇਸ਼ੀਓ ਚ ਮਿਕਸ ਕਰਨਾ ਆ ਰੇਸ਼ੀਓ ਆ ਜੂਗੀ। ਤਾਂ ਬੱਚੇ ਐਲੀਗੇਸ਼ਨ ਕਿਵੇਂ ਲਾਉਣੀ ਹੈ, ਪਹਿਲਾਂ ਤਾਂ ਤੁਸੀਂ ਟੋਟਲ ਲਓ, ਟੋਟਲ ਬਰਾਬਰ ਕਰੋ, ਐਲਸੀਐਮ ਲੈ ਲਓ। ਤਾਂ 7 13 13 ਦਾ ਐਲਸੀਐਮ ਆ ਗਿਆ 91, ਤਾਂ ਤਿੰਨਾਂ ਨੂੰ 91 ਬਣਾਓ। ਆਪਾਂ ਮੰਨ ਲਓ ਸਪਿਰਿਟ ਦੇ ਉੱਤੇ ਐਲੀਗੇਸ਼ਨ ਲਾਉਣ ਲੱਗੇ ਆ, ਸਪਿਰਿਟ ਦੇ ਉੱਤੇ ਐਲੀਗੇਸ਼ਨ ਲਾਉਣ ਲੱਗੇ ਆ, ਤਾਂ 7 ਨੂੰ 91 ਬਣਾਉਣ ਲਈ 13 ਗੁਣਾ, ਤਾਂ ਇਹਦਾ 13 ਗੁਣਾ ਹੋ ਗਿਆ 65। 13 ਨੂੰ 91 ਬਣਾਉਣ ਲਈ 7 ਗੁਣਾ, ਤਾਂ ਇਹਦਾ 7 ਗੁਣਾ ਹੋ ਗਿਆ 49। ਇੱਥੇ 13 ਨੂੰ 91 ਬਣਾਉਣ ਲਈ 7 ਗੁਣਾ, ਇਹਦਾ 7 ਗੁਣਾ ਹੋ ਗਿਆ 56। ਤਾਂ ਬੱਚੇ ਐਲੀਗੇਸ਼ਨ ਤੁਸੀਂ ਜੇ ਸਪਿਰਿਟ ਦੇ ਉੱਤੇ ਲਾਉਣ ਲੱਗੇ ਹੋ ਤਾਂ ਸਾਰਿਆਂ ਚੋਂ ਸਪਿਰਿਟ ਚੱਕਾਂਗੇ। 65 49 ਤੇ ਐਲੀਗੇਸ਼ਨ ਲੱਗੂ 56 ਨੂੰ ਸੈਂਟਰ 'ਚ ਰੱਖ ਕੇ, 65 ਇੱਥੇ ਲਿਖ ਦੇ, 65 ਤੇ 49 ਤੇ ਐਲੀਗੇਸ਼ਨ ਲੱਗੂ 56 ਨੂੰ ਮੀਨ ਵੈਲਿਊ ਰੱਖ ਕੇ। ਤਾਂ ਇਹ ਆ ਗਿਆ ਬੱਚੇ 9, ਇਹ ਆ ਗਿਆ 7। ਤਾਂ ਕਿਹੜੀ ਰੇਸ਼ੀਓ 'ਚ ਮਿਕਸ ਹੋਣਗੇ, 7:9 ਦੇ ਵਿੱਚ। ਤਾਂ ਹਮੇਸ਼ਾ ਯਾਦ ਰੱਖਣਾ ਜਦੋਂ 7:9 ਤੁਹਾਡਾ ਥਰਡ ਆਪਸ਼ਨ, ਜਦੋਂ ਦੋ ਮਿਕਸਚਰਸ ਨੂੰ ਮਿਕਸ ਕਰਕੇ ਨਵਾਂ ਮਿਕਸਚਰ ਬਣਾਉਣਾ ਹੋਵੇ, ਇੱਕ ਮਿਕਸਚਰ 'ਚ ਸਪਿਰਿਟ ਤੇ ਵਾਟਰ ਦੀ ਰੇਸ਼ੀਓ ਗਿਵਨ ਹੈ, ਦੂਜੇ ਮਿਕਸਚਰ 'ਚ ਸਪਿਰਿਟ ਤੇ ਵਾਟਰ ਦੀ ਰੇਸ਼ੀਓ ਗਿਵਨ ਹੈ, ਤੇ ਅਸੀਂ ਉਹਨਾਂ ਨੂੰ ਕਿਹੜੀ ਰੇਸ਼ੀਓ 'ਚ ਮਿਕਸ ਕਰੀਏ ਕਿ ਆਹ ਰੇਸ਼ੀਓ ਬਣ ਜੇ, ਤਾਂ ਹਮੇਸ਼ਾ ਟੋਟਲ ਬਰਾਬਰ ਕਰੋ। ਟੋਟਲ ਬਰਾਬਰ ਹੋਊਗਾ ਐਲਸੀਐਮ ਲੈ ਕੇ, ਟੋਟਲ ਦਾ ਐਲਸੀਐਮ ਲੈ ਲਾਂਗੇ, ਫਿਰ ਕਿਸੇ ਇੱਕ ਤੇ ਐਲੀਗੇਸ਼ਨ ਲੱਗ ਜੂ, ਆਈਦਰ ਸਾਰਿਆਂ ਦਾ ਸਪਿਰਿਟ ਆਈਦਰ ਸਾਰਿਆਂ ਦਾ ਵਾਟਰ ਚੱਕ ਲਓ। ਜੇ ਅਸੀਂ ਵਾਟਰ ਚੱਕ ਕੇ ਐਲੀਗੇਸ਼ਨ ਲਾਵਾਂਗੇ ਤਾਂ ਵੀ ਬੱਚੇ 7:9 ਆਨਸਰ ਆਊਗਾ, ਤੇ ਉਹ ਦੋਨਾਂ ਵੈਸਲਸ ਦੀ ਰੇਸ਼ੀਓ ਆ ਜਾਊਗੀ ਜੋ ਆਪਾਂ ਆਨਸਰ ਫਾਈਂਡ ਕਰਨਾ। ਤਾਂ ਇਹ ਮਿਕਸਚਰਸ ਦੇ ਉੱਤੇ ਵੀ ਐਲੀਗੇਸ਼ਨ ਲੱਗ ਜਾਂਦਾ ਹੁੰਦਾ, ਇਹ ਉਹਦੇ ਤਰ੍ਹਾਂ ਦਾ ਇੱਕ ਆਪਣੇ ਆਪ 'ਚ ਯੂਨੀਕ ਟਫ ਕੁਐਸਚਨ ਹੈ। ਇਹ ਕੋਈ ਆਸਾਨ ਕੁਐਸਚਨ ਨਹੀਂ ਹੈਗਾ ਕਿ ਦੇਖਦੇ ਆਨਸਰ ਆ ਜਾਊਗਾ, ਸੋਲਵ ਕਰਨਾ ਪਊਗਾ, ਟੋਟਲ ਬਰਾਬਰ ਕਰਨਾ ਪਊਗਾ ਐਲਸੀਐਮ ਲੈ ਕੇ, ਮਤਲਬ ਜਿਹੜੀਆਂ 2-3 ਚੀਜ਼ਾਂ ਕਰਨੀਆਂ ਪੈਣਗੀਆਂ ਉਹ ਤੁਹਾਡੇ ਸਾਹਮਣੇ, ਤੇ ਫਿਰ ਆਨਸਰ ਆਊਗਾ। ਆਨਸਰ ਕੱਢਣ ਵੇਲੇ ਪਹਿਲਾ ਵੈਸਲ ਤੇ ਦੂਜਾ ਵੈਸਲ, ਉਹਦੇ ਲਈ ਤੁਸੀਂ ਚਾਹੇ ਸਾਰਿਆਂ ਦਾ ਸਪਿਰਿਟ ਚੱਕ ਲਓ ਚਾਹੇ ਸਾਰਿਆਂ ਦਾ ਵਾਟਰ ਚੱਕ ਲਓ, ਸੇਮ ਹੀ ਆਊਗਾ। ਅਗਲਾ ਕੁਐਸਚਨ ਦੇਖੋ ਬੱਚੇ। ਓਕੇ, ਤੁਸੀਂ ਜਦੋਂ ਹੁਣ ਘਰੇ ਇਹ ਕੁਐਸਚਨ ਕਰੋਗੇ, ਇੱਕ ਵਾਰ ਤਾਂ ਲਾਈਵ ਦੇਖ ਰਹੇ ਹੋ, ਫਿਰ ਵੀਡੀਓ ਦੁਬਾਰਾ ਦੇਖ ਕੇ ਇਸ ਕੁਐਸਚਨ ਨੂੰ ਖੋਲ ਕੇ ਵਾਟਰ ਦੇ ਉੱਤੇ ਐਲੀਗੇਸ਼ਨ ਲਾ ਕੇ ਦੇਖਿਓ। 7 ਨੂੰ 91 ਬਣਾਉਣਾ, 13 ਗੁਣਾ ਤਾਂ 13 ਗੁਣਾ 26, 7 ਗੁਣਾ 42, 7 ਗੁਣਾ 35, ਤਾਂ 26 42 ਤੇ ਐਲੀਗੇਸ਼ਨ ਲੱਗੂਗੀ, 35 ਨੂੰ ਵਿਚਾਲੇ ਰੱਖ ਕੇ ਰੇਸ਼ੀਓ 7:9 ਆਊਗੀ, ਤੁਸੀਂ ਲਾ ਕੇ ਦੇਖ ਸਕਦੇ ਹੋ। ਅਗਲਾ ਕੁਐਸਚਨ ਦੇਖੋ ਬੱਚੇ ਇਹਦੇ ਨਾਲ ਦਾ, ਵੈਸਲਸ A and B contain mixtures of milk and water in the ratio 4:5 and 5:1 ਰਿਸਪੈਕਟਿਵਲੀ। ਦੋ ਵੈਸਲ ਨੇ A ਤੇ B, ਦੋਨਾਂ 'ਚ ਮਿਲਕ ਤੇ ਵਾਟਰ ਹੈ, ਪਹਿਲੇ 'ਚ 4:5 ਦੂਜੇ 'ਚ 5:1। ਉਹ ਕਹਿੰਦਾ ਕਿਹੜੀ ਰੇਸ਼ੀਓ ਦੇ ਵਿੱਚ should quantities of these mixtures must be taken from A and B to form a new mixture in which milk to water is in the ratio 5:4, ਜਿਹਦੇ ਵਿੱਚ ਮਿਲਕ ਤੇ ਵਾਟਰ 5:4 ਦੇ ਵਿੱਚ ਹੋਵੇ। ਤਾਂ ਆਹ ਦੇਖੋ ਬੱਚੇ, ਪਹਿਲੇ ਦੇ ਵਿੱਚ ਆ ਮੈਂ ਡਾਇਗਰਾਮਾਂ ਜਿਹੜੀਆਂ ਬਣਾ ਰਿਹਾ ਪੇਪਰ 'ਚ ਨਾ, ਇਹ ਕਲਾਕਾਰੀ ਕਰਨ ਲੱਗ ਜਾਓ। ਪਹਿਲੇ ਵੈਸਲ ਦੇ ਵਿੱਚ ਵੀ ਮਿਲਕ ਤੇ ਵਾਟਰ ਹੈ, ਦੂਜੇ ਦੇ ਵਿੱਚ ਵੀ ਮਿਲਕ ਤੇ ਵਾਟਰ ਹੈ। ਕਿਹੜੀ ਰੇਸ਼ੀਓ ਦੇ ਵਿੱਚ ਹੈ? ਪਹਿਲੇ ਦੇ ਵਿੱਚ 4:5 ਦੇ ਵਿੱਚ ਹੈ, ਦੂਜੇ 'ਚ 5:1 ਦੇ ਵਿੱਚ ਹੈ। ਐਗਜ਼ਾਮੀਨਰ ਕਹਿੰਦਾ ਇਹਨਾਂ ਨੂੰ ਕਿਹੜੀ ਰੇਸ਼ੀਓ 'ਚ ਮਿਕਸ ਕਰੀਏ ਕਿ ਮਿਕਸਚਰ ਦੇ ਵਿੱਚ ਮਿਲਕ ਤੇ ਵਾਟਰ ਆ ਜਾਏ 5:4 ਦੇ ਵਿੱਚ। ਤਾਂ ਬੱਚੇ ਜਦੋਂ ਮਿਕਸਚਰਸ ਨੂੰ ਮਿਕਸ ਕਰਨਾ ਹੈ, ਜਦੋਂ ਮਿਕਸਚਰਸ ਨੂੰ ਮਿਕਸ ਕਰਨਾ ਹੈ, ਟੋਟਲ ਬਰਾਬਰ ਕਰੋ। ਟੋਟਲ ਦੇਖੋ ਜੀ ਕਿੰਨਾ ਹੈ, 4 ਤੇ 5 ਦਾ ਟੋਟਲ 9, 5 ਤੇ 1 ਦਾ ਟੋਟਲ 6, 5 ਤੇ 4 ਦਾ ਟੋਟਲ 9। ਤਾਂ ਬਰਾਬਰ ਕਰਾਂਗੇ ਐਲਸੀਐਮ ਲੈ ਕੇ, 9 6 ਤੇ 9 ਦਾ ਐਲਸੀਐਮ 18 ਆ ਗਿਆ। ਤਾਂ ਇਹਨੂੰ 18 ਕਰਾਂਗੇ 2 ਗੁਣਾ ਕਰਕੇ। ਤਾਂ ਜੇ ਆਪਾਂ ਮਿਲਕ ਦੇ ਉੱਤੇ ਐਲੀਗੇਸ਼ਨ ਲਾਉਣ ਲੱਗੇ ਤਾਂ ਸਾਰਿਆਂ ਦਾ ਮਿਲਕ ਚੱਕ ਲਾਂਗੇ ਜੀ। ਇਹਨੂੰ 18 ਕਰਾਂਗੇ 2 ਗੁਣਾ ਕਰਕੇ, ਤਾਂ ਇਹ ਹੋ ਗਿਆ 8। ਇਹਨੂੰ 18 ਕਰਾਂਗੇ 3 ਗੁਣਾ ਕਰਕੇ, ਤਾਂ ਇਹ ਹੋ ਗਿਆ 15। ਇਹਨੂੰ 18 ਕਰਾਂਗੇ 2 ਗੁਣਾ ਕਰਕੇ, ਤਾਂ ਇਹ ਹੋ ਗਿਆ 10। ਤੁਸੀਂ ਵਾਟਰ ਦੇ ਉੱਤੇ ਵੀ ਲਾ ਸਕਦੇ ਸੀ, ਆਪਾਂ ਮਿਲਕ ਦੇ ਉੱਤੇ ਲਾ ਰਹੇ ਹਾਂ। ਤਾਂ ਬੱਚੇ ਐਲੀਗੇਸ਼ਨ ਲਾ ਕੇ ਕਿਹੜੀ ਰੇਸ਼ੀਓ 'ਚ ਮਿਕਸ ਹੋਣਗੇ? ਦੋਨੇ ਵੈਸਲ 8 ਤੇ 15 ਦੇ ਉੱਤੇ ਐਲੀਗੇਸ਼ਨ ਲੱਗੂ, 10 ਨੂੰ ਵਿਚਾਲੇ ਰੱਖ ਕੇ। 8 ਤੇ 15 ਦੇ ਉੱਤੇ ਐਲੀਗੇਸ਼ਨ ਲੱਗੂ, 10 ਨੂੰ ਵਿੱਚ ਰੱਖ ਕੇ। ਤਾਂ ਇੱਧਰ ਆ ਗਿਆ 2, ਇੱਧਰ ਆ ਗਿਆ 5, ਤਾਂ ਆਨਸਰ ਵਿਲ ਬੀ 5:2। ਤਾਂ ਆਨਸਰ ਕੀ ਆ ਜਾਊਗਾ ਬੱਚੇ ਤੁਹਾਡਾ? 4th ਆਪਸ਼ਨ 5:2। ਸਮਝ ਆ ਗਿਆ ਬੱਚੇ ਸਾਰਿਆਂ ਨੂੰ?
ਮੈਂ ਉਮੀਦ ਕਰਦਾ ਇਹ ਕੁਐਸਚਨ ਸਾਰੇ ਬੱਚਿਆਂ ਨੇ ਨਹੀਂ ਦੇਖਿਆ ਹੋਊਗਾ। ਇੱਕ ਸੈਕਸ਼ਨ ਬੱਚਿਆਂ ਦਾ ਤੁਹਾਡੇ ਵਿੱਚ ਇਹੋ ਜਿਹਾ ਹੋਊਗਾ ਜਿਨ੍ਹਾਂ ਨੇ ਕੁਐਸਚਨ ਪਹਿਲੀ ਵਾਰ ਦੇਖਿਆ ਕਿ ਮਿਕਸਚਰਾਂ ਨੂੰ ਮਿਕਸ ਕੀਤਾ ਜਾ ਰਿਹਾ ਹੈ। ਮਿਲਕ ਤੇ ਵਾਟਰ ਨੂੰ ਮਿਕਸ ਕਰਕੇ ਮਿਕਸਚਰ ਤਾਂ ਬਣਦੇ ਦੇਖਿਆ, ਦੋ ਮਿਕਸਚਰਾਂ ਨੂੰ ਮਿਕਸ ਕਰਕੇ ਮਿਕਸਚਰ ਬਣ ਰਿਹਾ ਹੈ, ਉਹਦੇ ਤੇ ਐਲੀਗੇਸ਼ਨ ਲਾ ਰਿਹਾ। ਮੈਂ ਮੰਨ ਕੇ ਚੱਲਦਾ ਕਾਫੀ ਬੱਚਿਆਂ ਨੇ ਪਹਿਲੀ ਵਾਰ ਦੇਖਿਆ ਹੋਣਾ ਜਾਂ ਦੇਖਿਆ ਹੋਣਾ ਪਰ ਕਰਨ ਦਾ ਤਰੀਕਾ ਨਹੀਂ ਪਤਾ ਹੋਣਾ ਵੀ ਉਹਨਾਂ ਤੇ ਐਲੀਗੇਸ਼ਨ ਕਿਵੇਂ ਲੱਗੂ। ਤਾਂ ਬੱਚੇ ਤੁਸੀਂ ਵਾਟਰ ਦੇ ਉੱਤੇ ਵੀ ਐਲੀਗੇਸ਼ਨ ਲਾ ਸਕਦੇ ਹੋ। 5:2 ਹੀ ਆਨਸਰ ਆਊਗਾ, ਟਰਾਈ ਕਰਕੇ ਦੇਖ ਲਿਓ। ਹਾਂਜੀ ਬੱਚੇ, ਅਗਲਾ ਕੁਐਸਚਨ ਸੇਮ ਮਿਲਦਾ ਜੁਲਦਾ ਕੁਐਸਚਨ। ਦਾ ਐਸਿਡ ਐਂਡ ਵਾਟਰ ਇਨ ਟੂ ਵੈਸਲਸ A ਐਂਡ B ਆਰ ਇਨ ਦਾ ਰੇਸ਼ੀਓ 4:3 ਐਂਡ 2:3 ਰਿਸਪੈਕਟਿਵਲੀ। ਉਹ ਕਹਿੰਦਾ ਦੋ ਵੈਸਲਾਂ ਦੇ ਵਿੱਚ ਐਸਿਡ ਤੇ ਵਾਟਰ ਹੈ, ਪਹਿਲੇ 'ਚ 4:3 'ਚ ਹੈ, ਦੂਜੇ 'ਚ 2:3 ਦੇ ਵਿੱਚ ਹੈ। ਇਨ ਵਟ ਰੇਸ਼ੀਓ ਸ਼ੁੱਡ ਦਾ ਲਿਕੁਇਡਸ ਇਨ ਬੋਥ ਦਾ ਵੈਸਲਸ ਬੀ ਮਿਕਸਡ ਟੂ obtain a new mixture in C containing half acid and half water। half acid and half water ਦਾ ਮਤਲਬ 1:1 ਦੇ ਵਿੱਚ ਚਾਹੀਦਾ ਸਾਨੂੰ। ਤਾਂ ਬੱਚੇ ਧਿਆਨ ਨਾਲ ਦੇਖੋ, ਪਹਿਲੇ ਵੈਸਲ ਦੇ ਵਿੱਚ ਕੀ ਹੈ, ਐਸਿਡ ਤੇ ਵਾਟਰ ਹੈ 4:3 ਦੇ ਵਿੱਚ। ਦੂਜੇ ਵੈਸਲ ਦੇ ਵਿੱਚ ਐਸਿਡ ਤੇ ਵਾਟਰ ਹੈ 2:3 ਦੇ ਵਿੱਚ। ਤਾਂ ਪਹਿਲੇ ਦੇ ਵਿੱਚ ਕੀ ਹੈ 4:3 ਦੇ ਵਿੱਚ, ਦੂਜੇ ਦੇ ਵਿੱਚ ਕੀ ਹੈ 2:3 ਦੇ ਵਿੱਚ। ਤੇ ਆਪਾਂ ਇਹਨਾਂ ਨੂੰ ਕਿਹੜੀ ਰੇਸ਼ੀਓ 'ਚ ਮਿਕਸ ਕਰੀਏ, ਆਪਾਂ ਇਹਨਾਂ ਨੂੰ ਕਿਹੜੀ ਰੇਸ਼ੀਓ ਦੇ ਵਿੱਚ ਮਿਕਸ ਕਰੀਏ ਕਿ ਮਿਕਸਚਰ ਦੇ ਵਿੱਚ ਐਸਿਡ ਤੇ ਵਾਟਰ ਆ ਜਾਣ ਹਾਫ ਐਸਿਡ ਐਂਡ ਹਾਫ ਵਾਟਰ, ਯਾਨੀ ਕਿ 1:1। ਤਾਂ ਬੱਚੇ ਜਦੋਂ ਮਿਕਸਚਰਾਂ ਨੂੰ ਮਿਕਸ ਕਰਨਾ ਹੈ ਤਾਂ ਐਲੀਗੇਸ਼ਨ ਲਾਉਣੀ ਹੈ। ਐਲੀਗੇਸ਼ਨ ਲਾਵਾਂਗੇ ਕਿਸੇ ਇੱਕ ਤੇ, ਜੇ ਐਸਿਡ ਚੱਕਣ ਲੱਗਿਆ ਤਾਂ ਫਿਰ ਸਾਰਿਆਂ ਦਾ ਐਸਿਡ ਚੱਕਾਂਗੇ, ਪਰ ਐਸਿਡ ਦੇ ਉੱਤੇ ਐਲੀਗੇਸ਼ਨ ਲਾਉਣ ਤੋਂ ਪਹਿਲਾਂ ਟੋਟਲ ਬਰਾਬਰ ਕਰੋ। ਇਹਦਾ ਟੋਟਲ 7, ਇਹਦਾ ਟੋਟਲ 5, ਇਹਦਾ ਟੋਟਲ 2, ਤਾਂ 7 5 ਦਾ ਟੋਟਲ 7 5 2 ਦਾ ਐਲਸੀਐਮ 70 ਆ ਗਿਆ। ਤਾਂ 70 ਬਣਾਓ ਸਾਰਿਆਂ ਨੂੰ। ਫਿਰ ਐਸਿਡ ਨੂੰ ਦੇਖੋ ਕੀ ਬਣ ਜੂਗਾ, ਇਹਨੂੰ 70 ਬਣਾਉਣਾ 10 ਗੁਣਾ, ਤਾਂ ਇਹ 10 ਗੁਣਾ ਹੋ ਜੂਗਾ 40। ਇਹਨੂੰ 70 ਬਣਾਉਣਾ ਆਪਣਾ 14 ਗੁਣਾ, ਇਹ 14 ਗੁਣਾ ਹੋ ਜੂਗਾ 28। ਇਹਨੂੰ 70 ਬਣਾਉਣਾ 35 ਗੁਣਾ, ਇਹ 35 ਗੁਣਾ ਹੋ ਜੂਗਾ 35। ਤਾਂ ਐਸਿਡ ਦੇ ਉੱਤੇ ਐਲੀਗੇਸ਼ਨ ਲਾ ਦਿਓ 40, 28 ਦੇ ਉੱਤੇ ਐਲੀਗੇਸ਼ਨ ਲਾ ਦਿਓ 35 ਨੂੰ ਵਿੱਚ ਰੱਖ ਕੇ। ਤਾਂ ਇਹ ਆ ਗਿਆ 5, ਇਹ ਆ ਗਿਆ 7। ਤਾਂ ਆਨਸਰ ਕੀ ਆ ਜਾਊਗਾ ਬੱਚੇ ਤੁਹਾਡਾ 7:5। ਮੈਂ ਉਮੀਦ ਕਰਦਾ ਕਿ ਇੰਨੀ ਕੁ ਪ੍ਰੈਕਟਿਸ ਕਰਨ ਤੋਂ ਬਾਅਦ ਜਿਹੜੇ ਬੱਚਿਆਂ ਨੇ ਬਿਲਕੁਲ ਵੀ ਪਹਿਲੀ ਵਾਰ ਦੇਖਿਆ ਹੋਊਗਾ ਇਹ ਕੁਐਸਚਨ, ਜਾਂ ਦੇਖੇ ਹੋਣਗੇ ਪਰ ਕੀਤੇ ਨਹੀਂ ਹੋਣੇ, ਜਾਂ ਕਿਸੇ ਹੋਰ ਤਰੀਕੇ ਨਾਲ ਲੈਂਥੀ ਮੈਥਡ ਨਾਲ ਕੀਤੇ ਹੋਣਗੇ, ਉਹ ਬੱਚਿਆਂ ਨੂੰ ਆ 3-4 ਕੁਐਸਚਨਾਂ ਦੀ ਪ੍ਰੈਕਟਿਸ ਕਰਨ ਤੋਂ ਬਾਅਦ ਥੋੜਾ ਜਿਹਾ ਹੌਸਲਾ ਹੋ ਗਿਆ ਹੋਊਗਾ ਵੀ ਪੁੱਛੋ ਜੋ ਪੁੱਛਣਾ ਕਰ ਲਾਂਗੇ। ਤਾਂ ਇੰਨੀ ਗੱਲ ਕਲੀਅਰ ਆ ਬੱਚੇ। ਮਾੜਾ ਜਿਹਾ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸਦੇ ਜਾਇਆ ਕਰੋ ਕਿ ਜਿਹੜਾ ਆਪਾਂ ਹੱਥ ਪੱਲਾ ਜਾਂ ਮਾਰਦੇ ਹਾਂ 2-4 ਸਵਾਲਾਂ ਨਾਲ 2-2 ਹੱਥ ਕਰਦੇ ਹਾਂ, ਇਹ ਸਮਝ ਵੀ ਆ ਰਿਹਾ। ਪਲੀਜ਼ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਦੱਸਦੇ ਜਾਇਓ। ਅਗਲਾ ਕੁਐਸਚਨ ਦੇਖੋ ਬੱਚੇ, ਅਗਲਾ ਆਪਣਾ DI ਦਾ ਕੁਐਸਚਨ ਆ ਗਿਆ। DI ਦੇ ਕੁਐਸਚਨ ਦੇ ਵਿੱਚ ਕੀ ਗਿਵਨ ਆ, ਦਾ ਬਾਰ ਗ੍ਰਾਫ। ਮੈਂ ਪਿਛਲੀ ਕਲਾਸ 'ਚ ਵੀ ਕਿਹਾ ਸੀ ਤੁਹਾਨੂੰ ਕਿ ਆਪਾਂ ਪਿਛਲੀ ਕਲਾਸ 'ਚ ਡਾਟਾ ਟੇਬਲ ਦੀ ਐਗਜ਼ਾਮਪਲ ਲਈ ਸੀ। ਡਾਟਾ ਟੇਬਲ ਦੀ ਐਗਜ਼ਾਮਪਲ ਕੀ ਲਈ ਸੀ ਕਿ ਆਪਣੇ ਕੋਲ MNPQR ਸਟੇਟਸ ਨੇ, ਉਹਦੇ ਵਿੱਚੋਂ ਕਿੰਨੇ ਬੱਚੇ ਅਪੀਅਰ ਹੋਏ, ਉਹਦੇ ਵਿੱਚੋਂ ਕਿੰਨੇ ਕੁਆਲੀਫਾਈ ਕਰ ਗਏ। 5 ਸਾਲ ਦਾ ਡਾਟਾ ਗਿਵਨ ਸੀਗਾ, ਉਹਦੇ ਵਿੱਚੋਂ ਕੁਝ 5 ਕੁਐਸਚਨ ਪੁੱਛੇ ਗਏ। ਉਹ ਕੁਐਸਚਨਸ ਮੈਂ ਕਰਵਾਏ। ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਬਾਰ ਗ੍ਰਾਫ ਲੈ ਕੇ ਆਇਆ ਸੀ। ਉਹ ਬਾਰ ਗ੍ਰਾਫ ਤੁਹਾਨੂੰ ਹੋਮਵਰਕ ਦਿੱਤਾ, ਜਿਹੜਾ ਤੁਸੀਂ ਵੀਡੀਓ ਦੇ ਕਮੈਂਟ ਦੇ ਵਿੱਚ ਆਪਣੇ ਆਨਸਰਸ ਮਾਰਕ ਕੀਤੇ ਹੋਏ ਆ, ਤੇ ਕਿਸੇ ਬੱਚੇ ਦਾ ਆਨਸਰ ਗਲਤ ਨਹੀਂ ਸੀ, ਜਾਂ ਮੈਂ ਘੱਟੋ ਘੱਟ ਇਹੋ ਜਿਹਾ ਕੋਈ ਕਮੈਂਟ ਨਹੀਂ ਪੜ੍ਹਿਆ ਹੈਗਾ। ਬਾਕੀ ਗੱਲਾਂ ਪਾਸੇ ਕਰੋ। ਜਿਹੜੇ ਆਪਣੇ ਆਹ ਸੈਸ਼ਨ ਚੱਲਦੇ ਨੇ, ਬਾਈ ਬਣ ਕੇ ਇਹਨੂੰ ਲਾਈਕ ਸ਼ੇਅਰ ਸ਼ੋਰ ਜਾਂ ਜੋ ਵੀ ਹੁੰਦੀਆਂ ਨੇ ਫਾਰਮੈਲਿਟੀਜ਼ ਬਾਈ ਬਣ ਕੇ ਕਰਦੇ ਜਾਇਆ ਕਰੋ। ਜਿਨ੍ਹਾਂ ਕੋਲ ਮੇਰਾ ਨੰਬਰ ਹੈ ਚਾਹੇ ਮੈਨੂੰ ਵਟਸਐਪ ਕਰਦੇ ਕਰੋ। ਜਿਹੜੇ ਕੁਝ ਤੁਸੀਂ ਵਟਸਐਪ ਗਰੁੱਪਸ ਜੁਆਇਨ ਕੀਤੇ ਹੋਏ ਜਾਂ ਟੈਲੀਗ੍ਰਾਮ ਚੈਨਲਸ ਜੁਆਇਨ ਕੀਤੇ ਆ, ਇਹਦੇ ਵਿੱਚ ਸ਼ੇਅਰ ਕਰਦੇ ਜਾਇਆ ਕਰੋ। ਕਿਉਂ ਕਰਨਾ ਸਭ ਨੂੰ ਪਤਾ ਹੈਗਾ, ਕੁਛ ਇੱਥੇ ਆਪਾਂ ਵੱਡੀਆਂ ਲੰਬੀਆਂ ਚੌੜੀਆਂ ਗੱਲਾਂ ਨਹੀਂ ਕਰਦੇ। ਲਾਈਕ ਕਰਨਾ, ਸ਼ੇਅਰ ਕਰਨਾ ਜ਼ਿੰਮੇਵਾਰੀ ਨਾਲ ਮਾੜਾ ਜਿਹਾ ਕਰਦੇ ਜਾਇਆ ਕਰੋ। ਕਿਉਂ ਕਰਨਾ ਮਤਲਬ ਆਲਮੋਸਟ ਸਾਰਿਆਂ ਨੂੰ ਪਤਾ ਹੈਗਾ ਕਿ ਇਹਦੇ ਨਾਲ ਥੋੜੀ ਜਿਹੀ ਰੀਚ ਵੱਧਦੀ ਹੈ ਕਿ 4 ਜਵਾਕਾਂ ਨੂੰ ਪਤਾ ਲੱਗਦਾ ਹੈ ਕਿ ਘੱਟੋ ਘੱਟ ਤਿਆਰੀ ਕਰਕੇ ਜਿਹੜੇ ਘਰੇ ਬੈਠੇ ਨੇ ਉਹ YouTube ਤੇ 2-4 ਅੱਖਰ ਪੜ੍ਹ ਸਕਦੇ ਨੇ, ਸਿੱਖ ਸਕਦੇ ਨੇ ਫ੍ਰੀ ਆਫ ਕੋਸਟ, ਬਿਨਾਂ ਕੋਈ ਪੈਸਾ ਪੇ ਕੀਤੇ। ਪਿਛਲੀ ਕਲਾਸ 'ਚ ਮੈਂ ਤੁਹਾਨੂੰ ਬਾਰ ਗ੍ਰਾਫ ਦਾ ਜਿਹੜਾ ਕੁਐਸਚਨ ਕਰਵਾਇਆ ਸੀਗਾ, ਉਹ ਮਤਲਬ ਸਾਰੇ ਬੱਚਿਆਂ ਨੇ ਆਲਮੋਸਟ ਸਹੀ ਆਨਸਰ ਮਾਰਕ ਕੀਤੇ ਸੀ। ਕਿਸੇ ਬੱਚੇ ਦਾ ਇਹੋ ਜਿਹਾ ਕੋਈ ਕਮੈਂਟ ਨਹੀਂ ਸੀ ਹੈਗਾ ਕਿ ਸਾਨੂੰ ਨਹੀਂ ਆਇਆ। ਤਾਂ ਇਸ ਕਰਕੇ ਮੈਂ ਕਿਹਾ ਸੀ ਅਗਲੀ ਕਲਾਸ 'ਚ ਫਿਰ ਮੈਂ ਨਵਾਂ ਬਾਰ ਗ੍ਰਾਫ ਦਾ ਕੁਐਸਚਨ ਲਿਆਓ। ਤਾਂ ਅੱਜ ਦੀ ਕਲਾਸ 'ਚ ਆਪਣਾ ਬਾਰ ਗ੍ਰਾਫ ਦਾ ਕੁਐਸਚਨ ਹੈ। ਕੁਐਸਚਨ ਕੀ ਹੈ ਕਿ ਬਾਰ ਗ੍ਰਾਫ ਗਿਵਨ ਬਿਲੋ ਸ਼ੋਜ਼ ਦਾ ਡਾਟਾ ਆਫ ਪ੍ਰੋਡਕਸ਼ਨ ਆਫ ਪੇਪਰ, ਲੱਖਾਂ ਦੇ ਵਿੱਚ ਹੈ, ਲੱਖ ਟਨਸ ਦੇ ਵਿੱਚ ਹੈ, ਬਾਈ 3 ਡਿਫਰੈਂਟ ਕੰਪਨੀਜ਼ X, Y ਐਂਡ Z ਓਵਰ ਦਾ ਈਅਰਸ। ਤਾਂ 3 ਕੰਪਨੀਜ਼ ਨੇ, ਨੀਲੇ ਵਾਲੀ X ਹੈ, ਲਾਲ ਵਾਲੀ Y ਹੈ, ਹਰੇ ਵਾਲੀ Z ਹੈ।
ਤਾਂ ਇਹ ਤਿੰਨ ਕੰਪਨੀਆਂ 5 ਸਾਲਾਂ 'ਚ 1996 97 98 99 ਤੇ 2000 ਦੇ ਵਿੱਚ ਕਿੰਨਾ ਪੇਪਰ ਪ੍ਰੋਡਿਊਸ ਕਰਦੀਆਂ ਨੇ ਉਹਦਾ ਡਾਟਾ ਗਿਵਨ ਹੈ। ਤੇ ਜਿਹੜੀ ਕੰਪਨੀ ਦੀ ਬਾਰ ਉੱਚੀ ਆ ਉਹ ਜ਼ਿਆਦਾ ਪੇਪਰ ਪ੍ਰੋਡਿਊਸ ਕਰਦੀ ਹੈ, ਜਿਹਦੀ ਬਾਰ ਨੀਵੀਂ ਆ ਉਹ ਘੱਟ ਪੇਪਰ ਪ੍ਰੋਡਿਊਸ ਕਰਦੀ ਆ। ਤਾਂ ਤਿੰਨ ਕੰਪਨੀਆਂ ਦਾ ਆਪਾਂ ਨੂੰ ਹਰ ਸਾਲ ਦਾ ਡਾਟਾ ਗਿਵਨ ਹੈ ਤੇ ਇਹ ਸਾਰੀਆਂ ਜਿਹੜੀਆਂ ਵੈਲਿਊਜ਼ ਨੇ ਉਹ ਸਾਨੂੰ ਵਾਈ ਐਕਸਿਸ ਦੇ ਵਿੱਚ ਦਿਖ ਰਹੀਆਂ ਨੇ। ਜੇ ਆਪਾਂ 1996 ਦੀ ਗੱਲ ਕਰੀਏ, ਪਹਿਲੇ ਸਾਲ ਦੀ ਗੱਲ ਕਰੀਏ, ਤਾਂ ਐਕਸ ਕੰਪਨੀ ਨੀਲੇ ਰੰਗ ਦੀ ਬਾਰ ਹੈ, ਉਹ ਪੇਪਰ ਪ੍ਰੋਡਿਊਸ ਕਰਦੀ ਹੈ 30 ਦੇ ਬਰਾਬਰ ਹੈ ਇਹਦੀ ਆਹ ਟਿਪ, 30 ਦੇ ਬਰਾਬਰ ਮਤਲਬ ਇਹਦੀ ਵੈਲਿਊ 30 ਹੈ ਤਾਂ 30 ਲੱਖ ਟਨ। ਜਿਹੜੀ ਵਾਈ ਕੰਪਨੀ ਹੈ, ਵਾਈ ਕੰਪਨੀ ਦੀ ਵੈਲਿਊ 30 ਤੇ 20 ਦੇ ਅੱਧ ਜੇ ਚ ਹੈ ਤਾਂ ਇਹਦੀ ਵੈਲਿਊ ਆ ਗਈ 30 ਤੇ 20 ਦੇ ਅੱਧ ਚ 25। ਜਿਹੜੀ ਦੇਖੋ ਬੱਚੇ ਸਟ੍ਰੇਟ ਲਾਈਨ ਹੈ ਉਹ ਤਾਂ 10 20 30 40 50 60 ਹੈ। ਜਿਹੜੀ ਵਿਚਾਲੇ ਡਾਟਡ ਲਾਈਨ ਉਹ 5 ਦੇ ਗੈਪ ਤੇ ਹੈ, ਮਤਲਬ 50 ਤੇ 60 ਦੇ ਵਿਚਲੀ ਡਾਟਡ ਲਾਈਨ 55 ਹੈ, 30 ਤੇ 40 ਦੇ ਵਿਚਲੀ ਡਾਟਡ ਲਾਈਨ 35 ਹੈ, 20 ਤੇ 30 ਦੇ ਵਿਚਲੀ ਡਾਟਡ ਲਾਈਨ 25 ਹੈ। ਤਾਂ ਇੰਨਾ ਕੁ ਸਮਝ ਆ ਰਿਹਾ, ਮੈਂ ਉਮੀਦ ਕਰਦਾ ਕਿ ਵੀਡੀਓ ਦੇ ਵਿੱਚ ਦਿਖ ਵੀ ਤੁਹਾਨੂੰ ਕਲੀਅਰ ਰਿਹਾ ਹੋਊਗਾ। 1996 ਚ Z ਦੀ ਗੱਲ ਕਰੀਏ ਤਾਂ ਉਹ 30 ਤੇ 40 ਦੇ ਵਿੱਚ ਯਾਨੀ ਕਿ 35 ਲੱਖ ਟਨ ਪੇਪਰ ਪ੍ਰੋਡਿਊਸ ਕਰਦੇ। ਤਾਂ ਆਪਾਂ ਨੂੰ ਹਰ ਇੱਕ ਸਾਲ ਦਾ ਪੇਪਰ ਪ੍ਰੋਡਿਊਸ ਕਿੰਨਾ ਕੀਤਾ ਜਾ ਰਿਹਾ ਉਹਦਾ ਡਾਟਾ ਗਿਵਨ ਹੈ। ਅੱਗੇ ਜੋ ਸਵਾਲ ਪੁੱਛੇ ਗਏ ਨੇ, ਜੋ ਮੈਂ ਪੁੱਛਣੇ ਨੇ, ਜੋ ਮੈਂ ਸੋਲਵ ਕਰਵਾਉਣੇ ਨੇ, ਉਸ ਤੋਂ ਪਹਿਲਾਂ ਜੇ ਮੈਂ ਦੱਸਾਂ ਕਿ ਐਗਜ਼ਾਮੀਨਰ ਸਾਨੂੰ ਸਿੰਪਲ ਤੋਂ ਸਿੰਪਲ ਕੀ ਪੁੱਛ ਸਕਦਾ। ਸਿੰਪਲ ਤੋਂ ਸਿੰਪਲ ਐਗਜ਼ਾਮੀਨਰ ਸਾਨੂੰ ਪੁੱਛ ਸਕਦਾ ਹੈ ਕਿ Z ਕੰਪਨੀ ਦਾ 5 ਸਾਲਾਂ ਦਾ ਡਾਟਾ ਦੱਸੋ ਵੀ ਕਿੰਨਾ ਪੇਪਰ ਪ੍ਰੋਡਿਊਸ ਕੀਤਾ। ਤਾਂ Z ਕੰਪਨੀ ਦੀਆਂ 5 ਸਾਲਾਂ ਦੇ ਵੈਲਿਊਜ਼ ਐਡ ਕਰਾਂਗੇ ਆਪਾਂ। Z ਕੰਪਨੀ ਦੀਆਂ 5 ਸਾਲਾਂ ਦੀਆਂ ਵੈਲਿਊਜ਼ ਐਡ ਕਰਾਂਗੇ। ਪਹਿਲੇ 'ਚ 35, ਹੁਣ ਐਡ ਕਰਾਂਗੇ ਤਾਂ ਸਾਡੀ ਐਡੀਸ਼ਨ ਘੱਟੋ ਘੱਟ ਤੇਜ਼ ਹੋਣੀ ਚਾਹੀਦੀ ਹੈ। ਐਡੀਸ਼ਨ ਨਾ ਅਸੀਂ ਇੱਥੇ 35 ਲਿਖ ਲਿਆ, ਇੱਥੇ 40 ਲਿਖ ਲਿਆ ਜੀ, ਇੱਥੇ 45 ਲਿਖ ਲਿਆ। 35 40 ਤੇ 45 ਹੋ ਗਿਆ 120, 120 ਤੇ 35 ਹੋ ਗਿਆ 155, ਗਾਹਾਂ ਫਿਰ 35 ਹੋ ਗਿਆ 190। ਤਾਂ ਕੁਛ ਇਸ ਤਰ੍ਹਾਂ ਸਾਡੀ ਐਡੀਸ਼ਨ ਤੇਜ਼ ਹੋਣੀ ਚਾਹੀਦੀ ਹੈ। ਤਾਂ 190 ਲੱਖ ਟਨ। ਹੋਰ ਐਗਜ਼ਾਮੀਨਰ ਕੀ ਪੁੱਛ ਸਕਦਾ ਹੈ? ਐਗਜ਼ਾਮੀਨਰ ਪੁੱਛ ਸਕਦਾ ਹੈ ਕਿ 1999 ਤੇ 2000 ਇਹਨਾਂ ਦੋਨਾਂ ਸਾਲਾਂ 'ਚ ਦੱਸੋ ਤਿੰਨਾਂ ਕੰਪਨੀਆਂ ਨੇ ਕਿਹੜੇ ਸਾਲ 'ਚ ਜ਼ਿਆਦਾ ਪ੍ਰੋਡਿਊਸ ਕੀਤਾ। ਤਾਂ 1999 ਦੇ ਵਿੱਚ ਤਿੰਨਾਂ ਕੰਪਨੀਆਂ ਨੇ ਕਿੰਨਾ ਪ੍ਰੋਡਿਊਸ ਕੀਤਾ? 35 40 50। 35 40 50 ਹੋ ਗਿਆ 125। 2000 ਦੇ ਵਿੱਚ ਤਿੰਨਾਂ ਕੰਪਨੀਆਂ ਨੇ ਕਿੰਨਾ ਪ੍ਰੋਡਿਊਸ ਕੀਤਾ? 40 50 35। 40 50 ਤੇ 35 ਹੋ ਗਿਆ 125। ਤਾਂ ਦੋਨਾਂ ਸਾਲਾਂ 'ਚ ਇਹਨਾਂ ਤਿੰਨਾਂ ਕੰਪਨੀਆਂ ਦਾ ਟੋਟਲ ਕੰਬਾਈਨਡ ਟੋਟਲ ਬਰਾਬਰ ਹੈ 125 ਇੱਧਰ 125 ਇੱਧਰ। ਦੇਖੋ ਇੱਕ ਆਹ ਟਿੱਪਰ ਵਾਲ ਦੀ ਹੈ, ਇੱਕ ਆਹ ਟਿੱਪਰ ਵਾਲ ਦੀ ਹੈ, ਇੱਕ ਆਹ ਟਿੱਪਰ ਵਾਲ ਦੀ ਹੈ। ਤਾਂ ਕਿਸੇ ਦਾ ਵੱਧ ਘੱਟ ਹੈ ਨਹੀਂਗਾ। ਇਹਦੇ ਬਰਾਬਰ ਉਹ ਹੈ, ਇਹਦੇ ਬਰਾਬਰ ਉਹ ਹੈ, ਇਹਦੇ ਬਰਾਬਰ ਉਹ ਹੈ। ਤਾਂ ਤਿੰਨਾਂ ਕੰਪਨੀਆਂ ਦਾ ਦੋਨਾਂ ਈਅਰਸ ਦੇ ਵਿੱਚ ਟੋਟਲ ਸੇਮ ਹੈ। ਐਗਜ਼ਾਮੀਨਰ ਪਲੱਸ ਮਾਈਨਸ ਜਾਂ ਐਵਰੇਜ ਪੁੱਛ ਸਕਦਾ ਕਿ 5 ਸਾਲਾਂ 'ਚ ਵਾਈ ਨੇ ਜਿੰਨਾ ਪੇਪਰ ਪ੍ਰੋਡਿਊਸ ਕੀਤਾ ਉਹਦੀ ਐਵਰੇਜ ਦੱਸੋ ਜੀ। ਤਾਂ ਵਾਈ ਨੇ ਜਿੰਨਾ ਪੇਪਰ ਪ੍ਰੋਡਿਊਸ ਕੀਤਾ ਉਹ ਅਸੀਂ ਐਡ ਕਰਾਂਗੇ, ਕਿਉਂਕਿ ਐਵਰੇਜ ਦੱਸਣੀ ਹੈ ਤਾਂ 5 ਸਾਲਾਂ ਨੂੰ ਐਡ ਕੀਤਾ ਤਾਂ 5 ਨਾਲ ਡਿਵਾਈਡ ਕਰ ਦਾਂਗੇ। ਤਾਂ ਵਾਈ ਸੈਂਟਰ 'ਚ ਰੈੱਡ ਵਾਲਾ ਹੈਗਾ। 25 ਤੇ 35 ਹੋ ਗਿਆ 60 ਤੇ 35 ਹੋ ਗਿਆ 95, 95 ਤੇ 40 ਹੋ ਗਿਆ 135, 135 ਤੇ 50 ਹੋ ਗਿਆ 185। 185 ਆ ਗਿਆ ਐਡ ਕਰਕੇ ਸਮ, ਪਰ ਆਪਾਂ ਐਵਰੇਜ ਕੱਢਣੀ ਹੈ ਤਾਂ ਬਟੇ 5 ਕਰਕੇ 37 ਲੱਖ ਟਨ ਆ ਜਾਊਗਾ। ਵਾਈ ਦੀ 5 ਸਾਲਾਂ ਦੀ ਐਵਰੇਜ 37 ਲੱਖ ਟਨ ਆ ਗਈ। ਐਗਜ਼ਾਮੀਨਰ ਐਡੀਸ਼ਨ ਪੁੱਛ ਸਕਦਾ ਹੈ, ਐਵਰੇਜ ਕੱਢਣੀ ਪੁੱਛ ਸਕਦਾ, ਤਾਂ ਉਹਦੇ ਵਿੱਚ ਵੀ ਐਡੀਸ਼ਨ ਹੀ ਕਰਨੀ ਹੈ। 5 ਦੀ ਐਡ 5 ਨੂੰ ਐਡ ਕੀਤਾ ਤਾਂ 5 ਨਾਲ ਡਿਵਾਈਡ ਕਰਕੇ ਐਵਰੇਜ ਆ ਜਾਊਗੀ। ਐਗਜ਼ਾਮੀਨਰ ਰੇਸ਼ੀਓ ਪੁੱਛ ਸਕਦਾ ਹੈ। ਰੇਸ਼ੀਓ ਦੇ ਵਿੱਚ ਬੱਚੇ ਐਗਜ਼ਾਮੀਨਰ ਕੀ ਪੁੱਛੂਗਾ? ਐਗਜ਼ਾਮੀਨਰ ਪੁੱਛ ਲੂਗਾ ਵਾਈ ਕੰਪਨੀ ਦਾ 1996 ਤੇ 1997 ਦਾ ਦੱਸੋ ਰੇਸ਼ੀਓ ਕੱਢੋ Z ਕੰਪਨੀ ਦੇ 1999 ਤੇ 2000 ਦੇ ਨਾਲ। ਵਾਈ ਕੰਪਨੀ ਦਾ 96 97 ਤੇ Z ਕੰਪਨੀ ਦਾ 99 ਤੇ 2000 ਉਹਦੀ ਰੇਸ਼ੀਓ। ਤਾਂ ਵਾਈ ਕੰਪਨੀ ਰੈੱਡ ਮਾਰਕਰ ਹੈ। 96 97 ਕਿੰਨਾ ਬਣ ਗਿਆ? 25 ਤੇ 35 60। Z ਕੰਪਨੀ ਆਖਰੀ 2 ਸਾਲਾਂ 'ਚ, Z ਕੰਪਨੀ ਹਰੇ ਰੰਗ 'ਚ ਹੈ, 35 ਤੇ 35 70। ਤਾਂ ਬੱਚੇ ਰੇਸ਼ੀਓ ਕੀ ਆ ਗਈ? 6:7। ਤਾਂ ਐਗਜ਼ਾਮੀਨਰ ਰੇਸ਼ੀਓ ਕੱਢਣ ਨੂੰ ਕਹਿ ਸਕਦਾ ਤਾਂ ਰੇਸ਼ੀਓ ਵੀ ਇਸ ਤਰ੍ਹਾਂ ਕੱਢ ਲਾਂਗੇ ਅਸੀਂ। ਐਗਜ਼ਾਮੀਨਰ ਪਰਸੈਂਟੇਜ ਕੱਢਣ ਨੂੰ ਕਹਿ ਸਕਦਾ। ਪਰਸੈਂਟੇਜ ਕੱਢਣ ਲਈ ਹੋਰ ਇੰਟਰਸਟਿੰਗ ਕੁਐਸਚਨ ਬਣ ਸਕਦੇ ਨੇ। ਐਗਜ਼ਾਮੀਨਰ ਕਹੂਗਾ Z ਕੰਪਨੀ ਦੀ ਗੱਲ ਕਰਦਾ ਐਗਜ਼ਾਮੀਨਰ ਕਿ Z ਕੰਪਨੀ ਦਾ 1998 ਦੇ ਵਿੱਚ ਜਿੰਨਾ ਪੇਪਰ ਪ੍ਰੋਡਿਊਸ ਹੋਇਆ is what percent more Z company in 98 Z company in 98 is what percent more than the previous year। Z company ਨੇ 1998 ਚ ਜਿੰਨਾ ਪੇਪਰ ਪ੍ਰੋਡਿਊਸ ਕੀਤਾ is what percent more than
Z ਨੇ 97 ਜਿਹੜਾ ਪ੍ਰੋਡਿਊਸ ਕੀਤਾ ਸੀ, ਤਾਂ Z ਨੇ 97 ਕਿੰਨਾ ਪ੍ਰੋਡਿਊਸ ਕੀਤਾ 40, 98 ਕਿੰਨਾ ਪ੍ਰੋਡਿਊਸ ਕੀਤਾ 45। ਤਾਂ ਐਗਜ਼ਾਮੀਨਰ ਨੇ ਪੁੱਛਿਆ ਇਜ਼ ਕਿੰਨੇ % ਮੋਰ ਹੈ, ਤਾਂ ਨੰਬਰ ਦੇ ਵਿੱਚ ਕਿੰਨਾ ਮੋਰ ਹੈ, ਨੰਬਰ ਦੇ ਵਿੱਚ 5 ਮੋਰ ਹੈ। ਆਪਾਂ ਪਰਸੈਂਟੇਜ ਦੇ ਵਿੱਚ ਕੱਢਣਾ ਤਾਂ ਇਨੀਸ਼ੀਅਲ ਦੇ ਨਾਲ ਕੰਪੈਰੀਜ਼ਨ। ਬੱਚੇ ਪਰਸੈਂਟੇਜ ਕੱਢਣ ਵੇਲੇ ਜਦੋਂ ਵੀ ਕਿਸੇ ਚੀਜ਼ ਦਾ ਵਟ % ਇਨਕਰੀਜ਼ ਪੁੱਛਿਆ ਜਾਵੇ ਜਾਂ ਵਟ % ਡਿਕਰੀਜ਼ ਪੁੱਛਿਆ ਜਾਵੇ, ਚਾਹੇ ਇਨੀਸ਼ੀਅਲ ਦੇ ਨਾਲ ਕੰਪੈਰੀਜ਼ਨ ਹੋਊਗਾ। ਤਾਂ 5/40 ਗੁਣਾ 100, 5/40 ਹੋ ਗਿਆ 1/8, 12.5% ਆ ਜਾਊਗਾ। ਤਾਂ ਇਸ ਤਰ੍ਹਾਂ ਮਤਲਬ ਆਪਾਂ ਨੂੰ ਪਰਸੈਂਟੇਜ ਕੱਢਣ ਬਾਰੇ ਵੀ ਕੁਝ ਪੁੱਛਿਆ ਜਾ ਸਕਦਾ ਹੈਗਾ। ਮਤਲਬ ਜਿੰਨੇ ਵੀ ਤਰ੍ਹਾਂ ਦੇ ਜਿਹੜੇ ਕੁਐਸਚਨ ਬਣਨਗੇ ਪਰਸੈਂਟੇਜ ਜਾਂ ਰੇਸ਼ੀਓ 'ਚ ਬਣਨਗੇ, ਨਹੀਂ ਤਾਂ ਜਿਹੜੀ ਕੈਲਕੂਲੇਸ਼ਨ ਐਡੀਸ਼ਨ ਵਗੈਰਾ ਦੀ ਹੈ, ਐਵਰੇਜ ਕੱਢਣੀ, ਉਹ 'ਚ ਵੀ ਐਡੀਸ਼ਨ ਕਰਨੀ ਹੈ, ਤਾਂ ਕੁਛ ਇਸ ਤਰ੍ਹਾਂ ਦੀ ਕੈਲਕੂਲੇਸ਼ਨ ਦੇ ਕੁਐਸਚਨ ਪੁੱਛੇ ਜਾਣਗੇ। ਆਪਾਂ ਪਿਛਲੀ ਕਲਾਸ 'ਚ ਜਿਹੜੀ DI ਕੀਤੀ ਸੀ, ਅੱਜ ਆਪਣੀ ਮੇਰੇ ਖਿਆਲ 'ਚ 5ਵੀਂ ਕਲਾਸ ਹੈ, ਤਾਂ ਤੀਜੀ ਕਲਾਸ 'ਚ ਜਿਹੜੀ DI ਕੀਤੀ ਸੀ ਉਹਦੇ ਵਿੱਚ ਵੀ ਇਹੋ ਜਿਹੇ ਕੁਐਸਚਨ ਸੀ। ਜਿਹੜੇ ਮੈਂ ਤੁਹਾਨੂੰ ਘਰੇ ਕਰਨ ਨੂੰ ਦਿੱਤੇ ਉਹ ਵੀ ਇਹੋ ਜਿਹੇ ਕੁਐਸਚਨ ਸੀ, ਅੱਜ ਕਰਨ ਲੱਗਿਆ ਉਹ ਵੀ ਇਹੋ ਜਿਹੇ ਨੇ। ਜਿਹੜੇ ਮੈਂ ਹੋਮਵਰਕ ਦਊਂਗਾ ਅੱਜ ਦੀ ਕਲਾਸ ਦੇ ਵਿੱਚ ਉਹ ਵੀ ਇਹੋ ਜਿਹੇ ਕੁਐਸਚਨ ਨੇ। ਤਾਂ ਕੁਐਸਚਨਸ ਕਰਵਾਉਣ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਅਨਾਉਂਸ ਕਰਦਾ, ਪਿਛਲੀ ਕਲਾਸ ਦੇ ਕਮੈਂਟ ਸੈਕਸ਼ਨ ਦੇ ਵਿੱਚ ਕੁਝ ਬੱਚਿਆਂ ਨੇ ਕਿਹਾ ਹੋਇਆ ਸੀ ਕਿ ਬੋਰਡਸ ਐਂਡ ਸਟਰੀਮਸ ਦੇ ਕੁਐਸਚਨ ਕਰਵਾ ਦਿਓ, ਤੇ ਕੁਝ ਬੱਚਿਆਂ ਨੇ ਕਿਹਾ ਸੀ ਪਰਮੂਟੇਸ਼ਨ ਕੰਬੀਨੇਸ਼ਨ ਪ੍ਰੋਬੇਬਿਲਿਟੀ ਦੇ ਕੁਐਸਚਨ ਕਰਵਾ ਦਿਓ। ਤਾਂ ਬੱਚੇ ਅਗਲੀ ਕਲਾਸ ਦੇ ਵਿੱਚ ਮੈਂ ਬੋਰਡਸ ਐਂਡ ਸਟਰੀਮਸ ਦੇ ਕੁਐਸਚਨ ਲੈ ਕੇ ਆਉਂਗਾ, ਕਿਉਂਕਿ ਮੈਂ ਜਿਹੜੇ ਪੇਪਰ ਫਰੋਲ ਰਿਹਾ, ਮਤਲਬ ਜਿੱਥੇ ਕਿ ਜੇ ਮੈਂ ਪਹੁੰਚ ਗਿਆ ਬੋਰਡਸ ਐਂਡ ਸਟਰੀਮਸ ਦੇ ਕੁਐਸਚਨ ਹੈਗੇ ਨੇ, ਤਾਂ ਬੋਰਡਸ ਐਂਡ ਸਟਰੀਮਸ ਦੇ ਮੈਂ ਕੁਐਸਚਨ ਲੈ ਕੇ ਆਉਂਗਾ ਅਗਲੀ ਕਲਾਸ ਦੇ ਵਿੱਚ, ਅਗਲੀ PPT ਦੇ ਵਿੱਚ। ਪਰਮੂਟੇਸ਼ਨ ਕੰਬੀਨੇਸ਼ਨ ਜਾਂ ਪ੍ਰੋਬੇਬਿਲਿਟੀ ਦੇ ਕੁਐਸਚਨ ਹਲੇ ਨਹੀਂ ਆਏ ਤਾਂ ਉਹ ਮੇਰੇ ਧਿਆਨ 'ਚ ਨੇ, ਮੈਂ ਪੱਕਾ ਕਰਵਾਉਂਗਾ ਅਗਲੇ ਸੈਸ਼ਨਸ ਦੇ ਵਿੱਚ, ਮੈਂ ਉਹ ਲੈ ਕੇ ਆਉਂਗਾ। ਤਾਂ ਤੁਸੀਂ ਜੋ ਸੋਲਵ ਕਰਵਾਉਣਾ। ਓਕੇ, ਇੱਕ ਬੱਚੇ ਨੇ ਕਿਹਾ ਸੀਗਾ ਪਤਾ ਨਹੀਂ ਕਿਹੜਾ ਪੇਪਰ, ਅਕਾਊਂਟੈਂਟ ਦਾ ਪੇਪਰ ਜਾਂ ਕਿਹੜਾ ਪੇਪਰ, ਜਾਂ ਪਿਛਲਾ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ, ਉਹਦੇ ਵਿੱਚ ਕੋਈ ਵੈਨ ਡਾਇਗਰਾਮ ਵਾਲਾ ਕੁਐਸਚਨ ਸੀ, ਕੁਛ ਉਹ ਜਿਹਾ ਕਮੈਂਟ ਸੀਗਾ। ਉਹ ਬੱਚੇ ਮੇਰੀ ਜਿਹੜੀ ਕਿਤਾਬ ਸੀਗੀ, ਕਿਤਾਬ ਇੱਥੇ ਰਹਿ ਗਈ ਸੀ, PPT ਮੈਂ ਘਰੇ ਬੈਠ ਕੇ ਤਿਆਰ ਕੀਤੀ, ਸੋ ਇਸ ਕਰਕੇ ਮੈਂ ਉਹ ਕੁਐਸਚਨ ਨਹੀਂ ਇਨਕਲੂਡ ਕਰ ਸਕਿਆ। ਉਹ ਜਿਹੜਾ ਵੈਨ ਡਾਇਗਰਾਮ ਵਾਲਾ ਕੁਐਸਚਨ ਕਿਸੇ ਬੱਚੇ ਨੇ ਕਮੈਂਟ 'ਚ ਕਿਹਾ, ਮੈਂ ਉਹ ਵੀ ਕਰਵਾ ਦੂੰਗਾ। ਮੇਰੇ ਕੋਲ ਕਿਤਾਬ ਹੀ ਨਹੀਂ ਸੀਗੀ ਜਿੱਥੋਂ ਮੈਂ ਕੁਐਸਚਨ ਪਿਕ ਕਰ ਲੈਂਦਾ, ਸੋ ਇਸ ਕਰਕੇ ਮੈਂ ਕੁਐਸਚਨ ਸਾਰੇ ਕਰਵਾਉਂਗਾ, ਮਿਸ ਕੁਛ ਨਹੀਂ ਕਰਦਾ। ਮੈਂ ਅਨਾਊਂਸ ਕਰਦਾ ਜਾਇਆ ਕਰੂੰਗਾ ਕਿ ਭਾਈ ਅਗਲੀ ਕਲਾਸ 'ਚ ਕੁਛ ਆ ਲੈ ਕੇ ਆਉਂਗਾ, ਬਾਕੀ ਜੋ ਹੋਰ ਆਉਂਦਾ ਜਾਊਗਾ ਉਹ ਤਾਂ ਕਰਦੇ ਹੀ ਜਾਵਾਂਗੇ। ਇੱਕ ਕਲਾਸ ਛੱਡ ਕੇ ਆਪਾਂ DI ਵੀ ਕਰਦੇ ਜਾਇਆ ਕਰਾਂਗੇ। ਤਾਂ ਜੋ ਤੁਸੀਂ ਸਮਝ ਰਹੇ ਹੋ, ਕਿੰਨਾ ਕੁ ਸਮਝ ਆ ਰਿਹਾ ਹੈਗਾ, ਉਹ ਆਪਦੇ ਰਿਵਿਊਜ਼ ਕਮੈਂਟ ਸੈਕਸ਼ਨ 'ਚ ਦੇ ਦਿਆ ਕਰੋ। ਇਸ ਤੋਂ ਬਿਨਾ ਜੋ ਤੁਸੀਂ ਚਾਹੁੰਦੇ ਹੋ ਕਿ ਸਰ ਆਹ ਫਲਾਣੇ ਕੁਐਸਚਨ ਨੇ, ਰਜਿੰਦਰ ਪਿਛਲੀ ਕਲਾਸ ਦੇ ਵਿੱਚ ਕਹਿ ਰਿਹਾ ਸੀਗਾ ਕਿ ਉਹਦੇ ਕੋਲ ਕੋਈ ਪੇਪਰ ਨੇਗੇ, ਮੈਂ ਉਹਨੂੰ ਕਿਹਾ ਸੀ ਮੈਨੂੰ ਮੇਲ ਕਰ ਦਿਓ, ਮੈਂ ਮੇਲ ID ਆਪਦੀ ਕਮੈਂਟ ਸੈਕਸ਼ਨ 'ਚ ਲਿਖੀ ਸੀ, ਐਤਕੀ ਫੇਰ ਲਿਖ ਦੂੰਗਾ। ਤਾਂ ਜੇ ਤੁਸੀਂ ਕੋਈ ਪੇਪਰ ਸੋਲਵ ਕਰਵਾਉਣਾ, ਮੈਂ ਆਪਣੀ ਮੇਲ ID ਲਿਖ ਦਿੰਦਾ। ਤੁਹਾਡੇ ਕੋਲ ਸਕਸੈਸ ਟਰੀ ਦਾ ਨੰਬਰ ਹੈਗਾ 9353000041। ਅਦਰਵਾਈਜ਼ ਤੁਸੀਂ ਮੇਰੀ ਮੇਲ ID ਤੇ ਕੁਐਸਚਨ ਪੇਪਰ ਭੇਜ ਸਕਦੇ ਹੋ, ਪਰ ਮੈਨੂੰ ਨਾਲ ਦੀ ਨਾਲ ਇਨਫੋਰਮ ਵੀ ਕਰ ਦਿਓ ਮੇਲ ID ਤੇ ਕੁਐਸਚਨ ਪੇਪਰ ਆਇਆ, ਮੈਂ ਉਸ ਕੁਐਸਚਨ ਪੇਪਰ ਦੇ ਵਿੱਚ ਜਿਹੜੇ ਕੁਆਂਟਸ ਦੇ ਕੁਐਸਚਨ ਨੇ ਉਹ ਮੈਂ ਸੋਲਵ ਕਰਵਾ ਦੂੰਗਾ। ਤਾਂ ਤੁਹਾਡੇ ਕੋਲ ਜੇ ਕੋਈ ਇਹੋ ਜਿਹਾ ਪੇਪਰ ਹੈ ਜਿਹੜਾ ਮੈਂ ਹਾਲੇ ਨਹੀਂ ਕਰਵਾਇਆ ਜਾਂ ਅਗਲੇ ਦਿਨਾਂ 'ਚ ਵੀ ਨਹੀਂ ਕਰਵਾ ਰਿਹਾ, ਮਿਸ ਹੋ ਗਿਆ ਮੇਰੇ ਕੋਲੋਂ, ਤਾਂ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ ਕੁਐਸਚਨ ਪੇਪਰ। ਮੈਂ ਉਹ ਕੁਐਸਚਨ ਦੇ ਵਿੱਚ, ਉਹ ਪੇਪਰ ਦੇ ਵਿੱਚ ਜਿੰਨਾ ਕੁਆਂਟਸ ਹੈ ਸਾਰੇ ਦਾ ਸਾਰਾ ਕਰਵਾ ਦੂੰਗਾ। ਬਾਕੀ ਮਤਲਬ ਵਾਰੀ ਮੇਰੇ ਕੋਲ ਲਗਭਗ ਪੇਪਰ ਹੈਗੇ ਨੇ, ਤਾਂ ਮੈਂ ਕਰਵਾ ਹੀ ਦਊਂਗਾ ਸਾਰੇ ਦਾ ਸਾਰਾ। ਤਾਂ ਬੱਚੇ ਹਾਂਜੀ, ਕੁਐਸਚਨ ਦੇਖੋ ਇਹਦੇ ਵਿੱਚ। ਪਹਿਲਾ ਕੁਐਸਚਨ ਕੀ ਹੈ, ਫॉर ਵਿਚ ਆਫ ਦਾ ਫੋਲੋਇੰਗ ਈਅਰਸ, ਕਿਹੜੇ ਸਾਲ ਦੇ ਵਿੱਚ ਦਾ ਪਰਸੈਂਟੇਜ ਰਾਈਜ਼ ਮਤਲਬ ਇਨਕਰੀਜ਼ ਜਾਂ ਫॉल ਮਤਲਬ ਡਿਕਰੀਜ਼ ਇਨ ਦਾ ਪ੍ਰੋਡਕਸ਼ਨ ਫਰੋਮ ਦਾ ਪ੍ਰੀਵੀਅਸ ਈਅਰ ਇਜ਼ ਮੈਕਸਿਮਮ ਫॉर Y ਕੰਪਨੀ। ਐਗਜ਼ਾਮੀਨਰ ਕਹਿੰਦਾ Y ਕੰਪਨੀ ਦੇ ਗੱਲ ਹੋ ਰਹੀ ਹੈ, Y ਕੰਪਨੀ ਦੀ ਕਿਸੇ ਵੀ ਸਾਲ ਦੀ ਪ੍ਰੋਡਕਸ਼ਨ ਹੈ ਜਿਹੜੀ, ਉਹ ਪਿਛਲੇ ਸਾਲ ਦੇ ਮੁਕਾਬਲੇ ਪਰਸੈਂਟੇਜ ਦੇ ਵਿੱਚ ਚਾਹੇ ਉਹ ਇਨਕਰੀਜ਼ ਕਰ ਰਹੀ ਹੈ ਚਾਹੇ ਡਿਕਰੀਜ਼ ਕਰ ਰਹੀ ਹੈ, ਕਿਹੜੇ ਸਾਲ 'ਚ ਮੈਕਸਿਮਮ ਹੈ। ਪਰਸੈਂਟੇਜ ਦੇ ਵਿੱਚ ਉਹਦਾ ਚੇਂਜ ਕੱਢਣਾ ਹੈ, ਰਾਈਜ਼ ਫॉल ਮਤਲਬ ਚੇਂਜ, ਚਾਹੇ ਇਨਕਰੀਜ਼ ਚਾਹੇ ਡਿਕਰੀਜ਼, ਪਰਸੈਂਟੇਜ ਦੇ ਵਿੱਚ ਚੇਂਜ ਕੱਢੋ ਫਰੋਮ ਦਾ ਪ੍ਰੀਵੀਅਸ ਈਅਰ, ਤੇ ਦੱਸੋ ਕਿਹੜੇ ਸਾਲ 'ਚ ਮੈਕਸਿਮਮ ਹੈ। ਤਾਂ ਆਪਸ਼ਨ ਬੱਚੇ 97, 98, 99 ਤੇ 2000 ਹੈ। 1996 ਆਪਸ਼ਨ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਕਿਉਂਕਿ ਆਪਾਂ ਫਰੋਮ ਦਾ ਪ੍ਰੀਵੀਅਸ ਈਅਰ ਦੇਖਣਾ ਹੈ, ਤਾਂ 1995 ਤੋਂ ਦੇਖਾਂਗੇ ਨਾ 1996 ਦਾ ਚੇਂਜ ਕੱਢਣ ਲਈ। 1995 ਦਾ ਆਪਣੇ ਕੋਲ ਡਾਟਾ ਹੀ ਨਹੀਂ ਹੈਗਾ, ਆਪਣਾ ਡਾਟਾ ਹੀ 96, 97, 98, 99 ਤੇ 100 2000 ਦਾ। ਤਾਂ ਆਪਾਂ ਸਭ ਤੋਂ ਪਹਿਲਾ ਚੇਂਜ Y ਕੰਪਨੀ ਦੀ ਗੱਲ ਹੋ ਰਹੀ ਹੈ, ਸਭ ਤੋਂ ਪਹਿਲਾ ਚੇਂਜ 1997 ਦਾ ਹੀ ਦੇਖ ਸਕਦੇ ਆ। ਤਾਂ 1996 ਚ 25 ਹੈ, 1997 ਦੇ ਵਿੱਚ 35 ਹੈ। ਤਾਂ ਬੱਚੇ ਇਹ ਕਿੰਨਾ ਹੈਗਾ, 10 ਇਨਕਰੀਜ਼ ਕਰ ਗਿਆ 25 ਤੋਂ। ਪਰਸੈਂਟੇਜ ਦੇ ਵਿੱਚ ਦੱਸਣਾ ਹੈ, ਤਾਂ ਪਰਸੈਂਟੇਜ ਦੇ ਵਿੱਚ ਰਾਈਜ਼ ਜਾਂ ਫॉल ਹੈ, ਚਾਹੇ ਇਨਕਰੀਜ਼ ਹੈ ਚਾਹੇ ਡਿਕਰੀਜ਼ ਹੈ, ਉਹ ਫਰੋਮ ਦਾ ਪ੍ਰੀਵੀਅਸ ਈਅਰ ਦੇਖਿਆ ਜਾਊਗਾ। ਤਾਂ ਇੱਥੇ 10/25, 10/25 ਕਿੰਨਾ ਆ ਗਿਆ, 2/5 40%। ਤਾਂ ਇਸ ਸਾਲ ਦਾ 40% ਹੈ, ਇੱਥੇ ਲਿਖ ਦਿੰਦੇ 40%। ਕੈਲਕੂਲੇਟ ਕਿਵੇਂ ਕੀਤਾ ਉਹ ਸਾਰੇ ਦੇ ਸਾਹਮਣੇ ਹੈਗਾ। ਅਗਲੇ ਸਾਲ ਦਾ ਦੇਖੋ ਬੱਚੇ, 35 ਤੋਂ 35, ਇਹਦਾ ਤਾਂ 0 ਹੈਗਾ, ਤਾਂ ਇਹਦਾ ਤਾਂ ਮੈਕਸਿਮਮ ਹੈ ਨਹੀਂਗਾ।
अगले साल का देखो 35 तो 40 तो कितना इनक्रीज है 5 फ्रोम 35 5 फ्रोम 35 है तो 1/7 1/7 होंगे 14 2/7%। 40 तो 50 40 तो 50 है तो 10 इनक्रीज 40 तो 10/40 1/4 25%। तो किहड़े साल दे विच बच्चे परसेंट इनक्रीज या डिक्रीज मैक्सिमम है? मैं इनक्रीज या डिक्रीज नहीं देखा, खैर इनक्रीज ही हो रहा है, एक बार बराबर है अदरवाइज इनक्रीज ही हो रहा है, वाई की गल हो रही है। तो किहड़े साल च मैक्सिमम है? 1997 दे विच मैक्सिमम है। बड़े आराम नाल 10/25 कितना हो गया 2/5 परसेंटेज सानू पता है 2/5 की 40%। इत्थे 0 है तो 0%। इत्थे 5 का इनक्रीज है परसेंटेज कड्ढण लई इनीशियल तो देखांगे 5/35 1/7 हुंदा है 14 2/7%। इत्थे 40 तो 50 10 का इनक्रीज है 40 तो देखांगे 1/4 हो गया 25%। तो किहड़े साल च मैक्सिमम है बच्चे? 1997 दे विच मैक्सिमम है। तो इस क्वेश्चन का आंसर आऊगा 1997। बच्चे क्लीयर है जी सारिਆਂ ਨੂੰ? प्लीज़ कमेंट सैक्शन ਦੇ ਵਿੱਚ कमेंट करके दसदे जाओ। ਇਹ क्वेश्चन ਆਪਾਂ अलग तो कुछ नहीं कैलकुलेट किया, बस आ फिगरस ध्यान नाल देखिया ने। आ कैलकुलेट 10/25 दिमाग च हो गया, आप किते साइड ते नहीं किया भी 10/25 परसेंटेज कड्ढनी है मल्टीप्लाई 100 किमें होऊगा, ਇਹੋ ਜਿਹਾ कुछ नहीं कैलकुलेट किया। सानू पता 10/25 हुंदा 2/5 ते 2/5 कितना हुंदा 40%। जे असी परसेंटेज दी फ्रैक्शनस चंगी तरह कीतियां होणगियां ये ते कोई टाइम नहीं वेस्ट हो रहा, बिना कुछ कैलकुलेट किए दिमाग च आंसर आऊगा। समझ आ गया बच्चे सारिਆਂ ਨੂੰ? अगला क्वेश्चन देखो बच्चे ਇਹਦੇ ਵਿੱਚ वट इज द रेशियो, आप रेशियो कढ़नी बहुत सौखी चीज़ है। कादी एवरेज प्रोडक्शन ऑफ एक्स इन 98 तो 2000 टू द एवरेज प्रोडक्शन ऑफ वाई इन द सेम पीरियड। बच्चे आप 1998 तो लेके 2000 तक ਜਿਹੜੇ 3 ਸਾਲ ਨੇ ਉਹਦੇ ਵਿੱਚ एक्स ਦੀ एवरेज ਤੇ वाई ਦੀ एवरेज ਇਹਦੀ ਰੇਸ਼ੀਓ ਕੱਢਣੀ ਹੈ ਬੱਚੇ, ਕਿਉਂਕਿ एक्स ਦੀ ਜਿਹੜੀ ਐਵਰੇਜ ਕੱਢਣੀ ਹੈ ਉਹ ਵੀ 3 ਸਾਲਾਂ ਦੀ ਕੱਢਣੀ ਹੈ, वाई ਦੀ ਜਿਹੜੀ ਐਵਰੇਜ ਕੱਢਣੀ ਹੈ ਉਹ ਵੀ 3 ਸਾਲਾਂ ਦੀ ਕੱਢਣੀ ਹੈ। ਤਾਂ ਦੋਨੇ ਪਾਸੇ ਡਿਵਾਈਡ ਬਾਈ 3 ਹੋਊਗਾ, ਕਿਉਂਕਿ ਆਪਾਂ ਰੇਸ਼ੀਓ ਕੱਢਣੀ ਹੈ ਤਾਂ ਰੇਸ਼ੀਓ ਲਈ ਜੇ ਦੋਨੇ ਪਾਸੇ ਡਿਵਾਈਡ ਬਾਈ 3 ਨਹੀਂ ਕਰਾਂਗੇ ਕੱਟੇ ਹੀ ਜਾਣਾ ਉਹਨੇ ਵੈਸੇ ਵੀ, ਤਾਂ ਨਹੀਂ ਕਰਾਂਗੇ ਤਾਂ ਵੀ ਸਰ ਜੂਗਾ। ਤਾਂ x ਦਾ ਵੀ 3 ਸਾਲਾਂ ਦਾ ਐਡ ਕਰੋ, y ਦਾ ਵੀ 3 ਸਾਲਾਂ ਦਾ ਐਡ ਕਰੋ, ਉਹੀ ਸਾਡੀ ਰੇਸ਼ੀਓ ਬਣ ਜੂਗੀ। ਤਾਂ 1998 ਤੋਂ 2000 x ਕਿੰਨਾ ਬਣ ਗਿਆ? 1998 ਤੋਂ 2000 ਆਖਰੀ 3 ਸਾਲ x ਬਣ ਗਿਆ 25 ਤੇ 50 75 ਤੇ 40 115। 1998 ਤੋਂ ਲੈ ਕੇ 2000 ਤੱਕ ਜਿਹੜੇ 3 ਸਾਲ ਨੇ ਆਪਾਂ ਵੈਸੇ ਤਾਂ ਐਵਰੇਜ ਕੱਢਣੀ x ਦੀ ਵੀ ਤੇ y ਦੀ ਵੀ, ਪਰ ਕਿਉਂਕਿ x ਦੀ ਤੇ y ਦੋਨਾਂ ਦੀ ਐਵਰੇਜ 3-3 ਸਾਲਾਂ ਦੀ ਕੱਢਣੀ, ਦੋਨੇ ਪਾਸੇ ਡਿਵਾਈਡ ਬਾਈ 3 ਹੋਊਗਾ, ਰੇਸ਼ੀਓ ਚ ਉਹਨੇ ਕੱਟਿਆ ਜਾਣਾ ਤਾਂ ਕਰ ਹੀ ਨਹੀਂ ਰਹੇ ਡਿਵਾਈਡ ਬਾਈ 3। y ਦੇਖੋ ਇਹਨਾਂ 3 ਸਾਲਾਂ ਚ ਕਿੰਨਾ ਬਣ ਰਿਹਾ ਜੀ, y ਦੀ ਤਾਂ ਆਪਾਂ ਵੈਲਿਊਜ਼ ਹੀ ਲਿਖੇ ਹੋਏ ਨੇ 5 4 9 3 12 125, ਤਾਂ 115 ਤੇ 125 ਕਿੰਨਾ ਆ ਗਿਆ ਬੱਚੇ 23:25। ਤਾਂ ਆਪਣੀ ਰੇਸ਼ੀਓ ਕੀ ਆ ਜੂਗੀ 23:25। ਬੜੇ ਆਰਾਮ ਨਾਲ ਆਨਸਰ ਥਰਡ ਆਪਸ਼ਨ 23:25। ਤਾਂ 1998 ਤੋਂ 2000 ਤੱਕ ਇਹ 3 ਸਾਲਾਂ ਚ x ਤੇ y, x ਬਣ ਗਿਆ ਸੀ ਐਡ ਕਰਕੇ 115, y ਬਣ ਗਿਆ ਸੀ ਐਡ ਕਰਕੇ 125, ਤਾਂ ਇਹ ਆ ਗਿਆ ਬੱਚੇ 23, ਇਹ ਆ ਗਿਆ 25। ਤਾਂ 23:25 ਬੱਚੇ ਸਾਡਾ ਆਨਸਰ ਹੈ। ਇੰਨੀ ਕੁ ਗੱਲਬਾਤ ਹੈ ਇਸ ਕੁਐਸਚਨ ਦੀ। ਅਗਲਾ ਕੁਐਸਚਨ ਐਵਰੇਜ ਪ੍ਰੋਡਕਸ਼ਨ ਕੱਢਣੀ ਆ 5 ਸਾਲਾਂ ਦੀ, ਉਹ ਕਹਿੰਦੇ ਵਾਸ ਮੈਕਸਿਮਮ ਫॉर ਵਿਚ ਕੰਪਨੀ। ਐਗਜ਼ਾਮੀਨਰ ਕਹਿੰਦਾ 5 ਸਾਲਾਂ ਦੀ ਐਵਰੇਜ ਕੱਢੋ 5 ਕੰਪਨੀਆਂ ਦੀ ਤੇ ਦੱਸੋ ਕਿਹਦੀ ਜ਼ਿਆਦਾ ਹੈ। ਤਾਂ ਕਿਉਂਕਿ ਆਪਾਂ ਐਕਸ ਕੰਪਨੀ, ਵਾਈ ਕੰਪਨੀ, ਜ਼ੈਡ ਕੰਪਨੀ ਤਿੰਨਾਂ ਦੀ 5 ਸਾਲਾਂ ਦੀ ਹੀ ਐਵਰੇਜ ਕੱਢਣੀ ਹੈ ਨਾ, ਤਾਂ ਤਿੰਨਾਂ ਦੀ ਐਵਰੇਜ ਕਿਵੇਂ ਨਿਕਲੂ? 5 ਨੂੰ 5 ਵੈਲਿਊਜ਼ 5 ਸਾਲਾਂ ਦੇ ਵੈਲਿਊਜ਼ ਐਡ ਡਿਵਾਈਡ ਬਾਈ 5, ਵਾਈ ਦੇ ਕੇਸ 'ਚ ਵੀ 5 ਵੈਲਿਊਜ਼ ਐਡ ਡਿਵਾਈਡ ਬਾਈ 5, ਜ਼ੈਡ ਦੇ ਕੇਸ 'ਚ ਵੀ 5 ਵੈਲਿਊਜ਼ ਐਡ ਡਿਵਾਈਡ ਬਾਈ 5। ਤਾਂ ਕਿਉਂਕਿ ਤਿੰਨਾਂ ਦੀ ਐਵਰੇਜ ਕੱਢਣ ਵੇਲੇ ਡਿਵਾਈਡ ਬਾਈ 5 ਹੀ ਕੱਢਣਾ ਹੈ, ਤਾਂ ਜੇ ਡਿਵਾਈਡ ਬਾਈ 5 ਨਹੀਂ ਕਰਾਂਗੇ ਤਾਂ ਜਿਹਦਾ ਸਮ ਜ਼ਿਆਦਾ ਆ ਗਿਆ ਉਸੇ ਦੀ ਐਵਰੇਜ ਵੱਧ ਆਊਗੀ। ਤਾਂ ਆਪਾਂ ਇਕੱਲਾ ਸਮ ਕਰਕੇ ਦੇਖ ਲੈਂਦੇ ਹਾਂ, ਜਿਹਦਾ ਸਮ ਜ਼ਿਆਦਾ ਉਹਦੀ ਹੀ ਐਵਰੇਜ ਜ਼ਿਆਦਾ ਆ ਜੂਗੀ। ਤਾਂ ਐਕਸ ਦਾ 5 ਸਾਲਾਂ ਦਾ, ਵਾਈ ਦਾ 5 ਸਾਲਾਂ ਦਾ, ਜ਼ੈਡ ਦਾ 5 ਸਾਲਾਂ ਦਾ ਸਮ ਦੇਖਦੇ ਹਾਂ ਬੱਚੇ। एक्स 30 लिखण की लोड़ नहीं हैगी, वैसे ही मैं देख दांगा, आप लिख के भी टाइम नहीं वेस्ट करांगे। 30 ते 45 75 75 ते 25 100 100 ते 50 150 ते 40 190। एक्स आ गया 190, वाई जेड। वाई देखो जी कैलकुलेशन बच्चे अपनी अपनी
25 ਤੇ 35 60 60 ਤੇ 35 95 95 ਤੇ 40 135 135 ਤੇ 50 185 y ਆ ਗਿਆ ਜੀ 185 ਬੱਚੇ ਮੈਂ ਬਹੁਤ ਤੇਜ਼ੀ ਨਾਲ ਕੈਲਕੂਲੇਟ ਕਰ ਰਿਹਾ ਹਾਂ ਮੇਰੀ ਗਲਤੀ ਹੋ ਸਕਦੀ ਹੈ ਕਿਤੇ ਤੁਸੀਂ ਆਪ ਦਾ ਕ੍ਰਾਸ ਚੈੱਕ ਕਰਦੇ ਜਾਇਓ z ਦੇਖੋ ਜੀ ਐਡ ਕਰਕੇ 35 ਤੇ 40 75 75 ਤੇ 45 120 120 ਤੇ 35 120 ਤੇ 35 35 70 190 ਤਾਂ ਕਿਹਦੀ ਐਵਰੇਜ ਜ਼ਿਆਦਾ ਹੋਊਗੀ ਆਪਾਂ ਸਮ ਕੀਤਾ ਤਾਂ ਐਵਰੇਜ ਕੱਢਣ ਲਈ ਇਹਦਾ ਵੀ ਡਿਵਾਈਡ ਬਾਈ 5 ਡਿਵਾਈਡ ਬਾਈ 5 ਡਿਵਾਈਡ ਬਾਈ 5 ਹੋਊਗਾ ਤਾਂ ਉਹ ਨਾ ਵੀ ਕਰੋ ਜਿਹਦਾ ਸਮ ਜ਼ਿਆਦਾ ਉਹਦੀ ਐਵਰੇਜ ਵੀ ਜ਼ਿਆਦਾ ਤਾਂ x ਐਂਡ z ਕੰਬਾਈਨਡ ਜ਼ਿਆਦਾ ਆ ਜਾਣਗੇ ਤਾਂ x ਐਂਡ z ਬੋਥ ਡੀ ਆਪਸ਼ਨ ਆਊਗਾ ਬੱਚੇ x ਦਾ ਆ ਗਿਆ ਸੀਗਾ 190 y ਦਾ ਸਮ ਆ ਗਿਆ ਸੀ 185 z ਦਾ ਸਮ ਆ ਗਿਆ ਸੀ 190 ਇਹ ਤਾਂ ਸਮ ਆ ਗਿਆ ਸੀ ਐਵਰੇਜ ਕੱਢਣ ਵੇਲੇ ਇਹਦਾ ਵੀ ਡਿਵਾਈਡ ਬਾਈ 5 ਹੋਊ ਇਹਦਾ ਵੀ ਡਿਵਾਈਡ ਬਾਈ 5 ਹੋਊ ਇਹਦਾ ਵੀ ਡਿਵਾਈਡ ਬਾਈ 5 ਹੋਊਗਾ ਤਾਂ ਜਿਹਦਾ ਸਮ ਜ਼ਿਆਦਾ ਆਪਾਂ ਨੂੰ ਡਿਵਾਈਡ ਬਾਈ 5 ਕਰਨ ਦੀ ਕੋਈ ਲੋੜ ਨਹੀਂ ਜਿਹਦਾ ਸਮ ਜ਼ਿਆਦਾ ਉਹਦੀ ਐਵਰੇਜ ਜ਼ਿਆਦਾ ਹੋਊਗੀ ਕਿਉਂਕਿ ਤਿੰਨੇ ਪਾਸੇ ਡਿਵਾਈਡ ਬਾਈ 5 ਹੀ ਹੈ ਤਾਂ ਉਹ ਲੋੜ ਹੀ ਨਹੀਂ ਹੈਗੀ ਕਰਨ ਦੀ ਹਾਂਜੀ ਬੱਚੇ ਇਨ ਵਿਚ ਈਅਰ ਐਗਜ਼ਾਮੀਨਰ ਕਹਿੰਦਾ ਕਿਹੜੇ ਸਾਲ ਚ ਵਾਸ ਦਾ percentage of production of Z to the production of Y maximum ਉਹ ਕਹਿੰਦਾ ਕਿਹੜੇ ਸਾਲ ਚ Z ਦੀ ਪ੍ਰੋਡਕਸ਼ਨ ਹੈ ਜਿਹੜੀ ਉਹ Y ਤੋਂ ਦੇਖੀਏ ਮੈਕਸਿਮਮ ਹੈ ਆ ਫਾਈਂਡ ਕਰਨਾ ਬੱਚੇ ਆਪਾਂ ਐਗਜ਼ਾਮੀਨਰ ਕਹਿੰਦਾ ਇਨ ਵਿਚ ਈਅਰ ਕਿਹੜੇ ਸਾਲ ਚ ਵਾਸ ਦਾ percentage of production of Z to the production of Y maximum ਤਾਂ Z ਦੀ ਪ੍ਰੋਡਕਸ਼ਨ Y ਤੋਂ ਮੈਕਸਿਮਮ ਹੋਣੀ ਚਾਹੀਦੀ ਹੈ ਪਰਸੈਂਟੇਜ 'ਚ ਤਾਂ Z upon Y into 100 ਇਹ ਮੈਕਸਿਮਮ ਚਾਹੀਦਾ ਤਾਂ into 100 ਬੱਚੇ ਸਾਰਿਆਂ ਨਾਲ ਹੋਊਗਾ ਤਾਂ ਜਿਹੜੇ ਸਾਲ ਦੇ ਵਿੱਚ Z upon Y ਮੈਕਸਿਮਮ ਹੋਇਆ into 100 ਕਰਕੇ ਉਹਦੀ ਵੈਲਿਊ ਮੈਕਸਿਮਮ ਆ ਜੂਗੀ ਤਾਂ ਆਪਾਂ ਬੇਸਿਕਲੀ Z upon Y ਦੇਖਣਾ ਹਰ ਸਾਲ ਦੇ ਵਿੱਚ ਤਾਂ ਆਪਸ਼ਨ ਕੀ ਹੈ 96 97 98 99 ਤਾਂ 2000 ਦੇਖਣਾ ਹੀ ਨਹੀਂ ਹੈਗਾ ਆਖਰੀ ਸਾਲ ਦੇਖਣਾ ਹੀ ਨਹੀਂ ਜਿਹੜੇ ਚਾਰ ਆਪਸ਼ਨ ਨੇ ਉਹਨਾਂ 'ਚੋਂ ਦੇਖਾਂਗੇ Z upon Y ਹਾਂਜੀ ਹਰ ਸਾਲ Z upon Y ਪਹਿਲੇ ਸਾਲ Z ਆਖਰੀ ਹੈ Y ਵਿਚਲਾ Z 35 Y 25 35 ਓਵਰ 25 ਹੈ ਜੀ 7/5 7/5 ਹੋ ਗਿਆ 1.4 Z upon Y 40/35 40/35 ਹੋ ਗਿਆ 8/7 8/7 ਹੋ ਗਿਆ ਅਪਰੋਕਸੀਮੇਟਲੀ 1.14 ਤਾਂ ਇਹ ਤਾਂ ਮੈਕਸਿਮਮ ਨਹੀਂ ਹੈਗਾ ਆ ਤਾਂ ਗਲਤ ਹੈ ਇਹ ਹੋ ਸਕਦਾ ਹਲੇ 1.4 ਉੱਪਰ ਹੀ ਜਾ ਰਹੀ ਹੈ ਵੈਲਿਊ ਇਹ ਆ ਗਿਆ ਜੀ ਫਿਰ 55/45 55/45 ਆ ਗਿਆ 11/9 11/9 ਆ ਗਿਆ ਜੀ ਤੁਹਾਡਾ 1.22 ਇਹ ਵੀ ਮੈਕਸਿਮਮ ਨਹੀਂ ਹੈਗਾ ਕਿਉਂਕਿ 1.4 ਮੈਕਸਿਮਮ ਤੇ ਜਾ ਰਿਹਾ ਹੈ ਆਖਰੀ ਚ ਤਾਂ Z ਛੋਟਾ ਰਹਿ ਗਿਆ Y ਵੱਡਾ ਇਹ ਵੈਸੇ ਹੀ ਨਹੀਂ ਮੈਕਸਿਮਮ ਹੈਗਾ ਤਾਂ ਬੱਚੇ 1996 ਆਨਸਰ ਆ ਜਾਊਗਾ ਇਸ ਕੁਐਸਚਨ ਨੂੰ ਧਿਆਨ ਨਾਲ ਦੇਖ ਲਿਓ 1996 ਫਸਟ ਆਪਸ਼ਨ ਇਹ ਬਸ ਆ ਦੇਖਣਾ ਆਪਾਂ ਬਾਰ ਗ੍ਰਾਫ ਦੇ ਵਿੱਚ ਕਿ ਜਿੱਥੇ ਇਹਦੀ ਵੈਲਿਊ ਆ ਜਿਹੜੀ ਫ੍ਰੈਕਸ਼ਨ ਹੈ ਆ ਫ੍ਰੈਕਸ਼ਨ ਜਿੱਥੇ ਮੈਕਸਿਮਮ ਹੋਈ ਇਨਟੂ 100 ਕਰਕੇ ਉਸ ਮੈਕਸਿਮਮ ਪਰਸੈਂਟੇਜ ਹੋਊਗਾ ਐਗਜ਼ਾਮੀਨਰ ਇਹੀ ਪੁੱਛ ਰਿਹਾ ਕਿਹਦੇ ਵਿੱਚ ਆ ਪਰਸੈਂਟੇਜ ਹੈ ਉਹ ਮੈਕਸਿਮਮ ਹੈ ਤਾਂ ਬੱਚੇ ਬੜੇ ਆਰਾਮ ਨਾਲ ਦੇਖ ਲਾਂਗੇ ਤਾਂ ਇਹ ਆਪਣਾ ਆਖਰੀ ਕੁਐਸਚਨ ਹੈ ਇਹ ਕੁਐਸਚਨ ਕਰਵਾ ਕੇ ਫਿਰ ਮੈਂ ਅਗਲਾ ਚਾਰਟ ਦਿਖਾਉਣਾ ਤੁਹਾਨੂੰ ਹਾਂਜੀ ਬੱਚੇ what is the percentage increase percentage ਦੇ ਵਿੱਚ ਦੱਸਣਾ ਕਿਸੇ ਚੀਜ਼ ਦਾ increase in the production of Y from 96 to 99 ਉਹ ਕਹਿੰਦੇ Y ਦੀ ਜਿਹੜੀ ਪ੍ਰੋਡਕਸ਼ਨ ਹੈ ਉਹ 96 ਤੋਂ 99 ਕਿੰਨਾ ਇਨਕਰੀਜ਼ ਕਰ ਰਹੀ ਹੈ ਤੇ ਉਹ ਪਰਸੈਂਟੇਜ 'ਚ ਦੱਸੋ ਤਾਂ ਬੱਚੇ ਜਦੋਂ ਪਰਸੈਂਟੇਜ ਦੇ ਵਿੱਚ ਇਨਕਰੀਜ਼ ਜਾਂ ਡਿਕਰੀਜ਼ ਦੱਸਣਾ ਹੋਵੇ ਪਰਸੈਂਟੇਜ ਛੱਡੋ ਵੈਸੇ ਦੇਖ ਲਓ ਕਿੰਨਾ ਇਨਕਰੀਜ਼ ਕੀਤਾ ਤੇ ਪਰਸੈਂਟੇਜ ਕੱਢਣ ਲਈ ਇਨੀਸ਼ੀਅਲ ਦੇ ਨਾਲ ਕੰਪੈਰੀਜ਼ਨ 96 ਦੀ ਵੈਲਿਊ ਦੇ ਨਾਲ ਕੰਪੈਰੀਜ਼ਨ ਹੋਊਗਾ ਤਾਂ 1900 Y ਕੰਪਨੀ ਦਾ ਦੇਖਣਾ ਹੈ 1996 ਤੋਂ 99 ਕਿੰਨੇ ਪਰਸੈਂਟ ਦਾ ਇਨਕਰੀਜ਼ ਹੈ Y ਕੰਪਨੀ 1996 ਚ ਕੀ ਹੈ 25 Y ਕੰਪਨੀ 1999 ਚ ਕਿੰਨੀ ਹੈ 40 ਤਾਂ ਬੱਚੇ ਕਿੰਨਾ ਇਨਕਰੀਜ਼ ਹੈ 15 ਦਾ ਇਨਕਰੀਜ਼ ਹੈ ਪਰਸੈਂਟੇਜ ਦੇ ਵਿੱਚ ਦੱਸਣਾ ਤਾਂ ਇਨੀਸ਼ੀਅਲ ਦੇ ਨਾਲ ਕੰਪੈਰੀਜ਼ਨ 15/25 ਜਦੋਂ ਆਪਾਂ 1996 ਤੋਂ 1999 ਦੇਖਣਾ ਤਾਂ ਬੱਚੇ 97 98 ਦਾ ਕੁਛ ਨਹੀਂ ਦੇਖਣਾ ਹੁੰਦਾ ਤਾਂ 15/25 15/25 3/5 ਪਰਸੈਂਟੇਜ ਕੱਢਣੀ ਹੈ ਤਾਂ 3/5 ਹੋ ਗਿਆ 60% ਤਾਂ ਬੱਚੇ ਉਸ ਕੁਐਸਚਨ ਦਾ ਆਨਸਰ 60% ਆਊਗਾ ਆਪਸ਼ਨ ਦੇਖਦੇ ਆ ਪਏ ਆ ਬਿਲਕੁਲ ਜੀ ਚੌਥਾ ਆਪਸ਼ਨ 60% ਪਿਆ ਕੰਪਨੀ Y ਦਾ 1996 ਦੇ ਵਿੱਚ ਡਾਟਾ ਗਿਵਨ ਹੈ 25 1999 ਦੇ ਵਿੱਚ ਡਾਟਾ ਗਿਵਨ ਹੈ
40 ਤਾਂ ਕਿੰਨਾ ਇਨਕਰੀਜ਼ ਹੈ 15 ਦਾ ਇਨਕਰੀਜ਼ ਹੈ। ਪਰਸੈਂਟੇਜ ਦੇ ਵਿੱਚ ਕਿੰਨਾ ਬਣਿਆ 15/25 ਪਰਸੈਂਟੇਜ ਕੱਢ ਲਈ ਮਲਟੀਪਲਾਈ 100 ਕਰ ਦਾਂਗੇ ਪਰ 15/25 ਸਾਨੂੰ ਪਤਾ 3/5 ਤੇ 3/5 ਕਿੰਨਾ ਹੁੰਦਾ 60%। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਤੁਹਾਡੇ ਸਾਹਮਣੇ 60% ਆ ਜਾਊਗਾ। ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਇਹ ਜ਼ਰੂਰ ਕਮੈਂਟ ਕਰਕੇ ਦੱਸਦੇ ਜਾਇਓ ਕਿ DI ਸਮਝ ਆ ਰਹੀ ਹੈ। DI ਦੇ ਵਿੱਚ ਕੱਲਾ ਸਵਾਲ ਜਦੋਂ ਸੋਲਵ ਕਰਦੇ ਹਾਂ ਗ੍ਰਾਫ ਦੇਖ ਕੇ ਜਾਂ ਚਾਰਟ ਦੇਖ ਕੇ ਕੈਲਕੂਲੇਸ਼ਨ ਇੰਪਰੂਵ ਹੋ ਰਹੀ ਹੈ। ਇਹ ਚੀਜ਼ਾਂ ਨੂੰ ਥੋੜਾ ਜਿਹਾ ਕੌਨਸ਼ੀਅਸਲੀ ਅਬਜ਼ਰਵ ਕਰਿਓ, ਰਿਅਲਾਈਜ਼ ਕਰਿਓ ਕਿ ਕੈਲਕੂਲੇਸ਼ਨ ਦੀ ਕਿੰਨੀ ਕੁ ਇੰਪੋਰਟੈਂਸ ਆ। ਆਪਾਂ ਜਦੋਂ ਮੈਥ ਦੇ ਕਿਸੇ ਚੈਪਟਰ 'ਚੋਂ ਕੋਈ ਸਵਾਲ ਕਰਦੇ ਉੱਥੇ ਵੀ ਕੈਲਕੂਲੇਸ਼ਨ ਕੰਮ ਆਉਂਦੀ ਹੈ ਤਾਂ DI ਵੈਸੇ ਸਾਡੀ ਕੈਲਕੂਲੇਸ਼ਨ ਨੂੰ ਬਹੁਤ ਇੰਪਰੂਵ ਕਰਦੀ ਹੈ। ਇਸ ਕਰਕੇ ਆਪਾਂ DI ਨੂੰ ਵੀ ਤਵੱਜੋ ਦੇ ਰਹੇ ਹਾਂ। ਇੱਕ ਕਲਾਸ ਛੱਡ ਕੇ ਆਪਾਂ DI ਦਾ ਇੱਕ ਸੈੱਟ ਦੋ ਸੈੱਟ ਕਰ ਰਹੇ ਹਾਂ। ਤਾਂ ਇਹ ਬੱਚੇ ਅੱਜ ਦੀ ਕਲਾਸ ਦੇ ਵਿੱਚ ਆਪਾਂ DI ਕਰ ਲਈ। ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਇੱਕ ਅਗਲਾ ਸੈੱਟ ਮੈਂ ਲੈ ਕੇ ਆਇਆ ਜਿਹੜਾ ਕਿ ਤੁਹਾਡਾ ਹੋਮਵਰਕ ਹੈ। ਤਾਂ ਹੋਮਵਰਕ ਵਾਲੇ ਸੈੱਟ ਨੂੰ ਮੈਂ ਸਾਈਡ ਤੇ ਖੜਾ ਹੋ ਜਾਊਂਗਾ ਸਕਰੀਨ ਤੋਂ ਬਾਹਰ। ਤੁਸੀਂ ਸਲਾਈਡ ਆਪਣਾ ਸਕਰੀਨਸ਼ਾਟ ਲੈਂਦੇ ਜਾਇਓ। ਪਹਿਲਾਂ ਮੈਂ ਤੁਹਾਨੂੰ ਵੈਸੇ ਤੁਹਾਡੇ ਕੋਲ ਵੀਡੀਓ ਹੈਗੀ ਆ, ਤੁਸੀਂ ਸਕਰੀਨਸ਼ਾਟ ਨਹੀਂ ਵੀ ਲਓਗੇ ਤਾਂ ਤੁਸੀਂ ਵੀਡੀਓ ਦੇ ਵਿੱਚੋਂ ਵੀ ਦੇਖ ਸਕਦੇ ਹੋ। 10-10 ਸਕਿੰਟ ਲਈ ਰੋਕੂੰਗਾ। ਅਦਰਵਾਈਜ਼ ਤੁਸੀਂ ਜਦੋਂ ਮੈਂ ਚਾਰਟ ਖੋਲੂੰਗਾ ਉਹਦਾ ਸਕਰੀਨਸ਼ਾਟ ਲੈ ਲੈਣਾ ਜੋ ਵੀ ਟੇਬਲ ਜਾਂ ਚਾਰਟ ਹੋਇਆ। ਫਿਰ ਮੈਂ ਇੱਕ ਸਵਾਲ ਤੇ 10-10 ਸਕਿੰਟ ਲਈ ਸਕਰੀਨ ਰੋਕ ਦੂੰਗਾ, ਤੁਸੀਂ ਉਹਦਾ ਸਕਰੀਨਸ਼ਾਟ ਲੈ ਲਿਓ। ਸੋਲਵ ਕਰਕੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸਦੇ ਜਾਇਓ। ਜੇ ਤਾਂ ਤੁਹਾਡੇ ਕਮੈਂਟ ਹੋਏ ਜ਼ਿਆਦਾਤਰ ਬੱਚਿਆਂ ਦੇ ਸਹੀ ਆਪਸ਼ਨ ਫਿਰ ਤਾਂ ਆਪਾਂ ਬਸ ਠੀਕ ਹੈ, ਮੈਂ ਤੁਹਾਨੂੰ ਵਧਾਈਆਂ ਦੇ ਦੂੰਗਾ ਤੇ ਅਗਲੀ ਕਲਾਸ 'ਚ ਜਦੋਂ DI ਕਰਨੀ ਹੋਈ ਮੈਂ ਨਵੇਂ ਕੁਐਸਚਨ ਲੈ ਆਉਂਗਾ। ਤੇ ਜੇ ਕਿਤੇ ਬੱਚਿਆਂ ਦੇ ਕਮੈਂਟ ਆਏ ਵੀ ਸਰ ਇਹ ਤਾਂ ਸਮਝ ਨਹੀਂ ਆਇਆ ਜਾਂ ਫਲਾਣੇ ਕੁਐਸਚਨ 'ਚ ਪ੍ਰੋਬਲਮ ਹੈ ਜਾਂ ਗਲਤ ਆਨਸਰ ਕਮੈਂਟ ਕੀਤੇ ਹੋਏ, ਫਿਰ ਮੈਂ ਅਗਲੀ ਕਲਾਸ 'ਚ ਇਹੀ ਸੈੱਟ ਕਰਾ ਦੂੰਗਾ। ਤਾਂ ਹਮੇਸ਼ਾ ਆਪਾਂ ਇਹੀ ਰੱਖਾਂਗੇ। ਤਾਂ ਬੱਚੇ ਕੁਐਸਚਨ ਦੇਖੋ, ਡਾਟਾ ਟੇਬਲ ਦਾ ਕੁਐਸਚਨ ਹੈ। क्वेश्चन की है नंबर ऑफ डिफरेंट टाइप्स ऑफ बैटरीज सोल्ड बाय अ कंपनी ओवर द ईयर्स। तो किसी कंपनी का डाटा गिवन है कि कोई कंपनी 1992-93 तो लैके 98 तक 7 ਸਾਲਾਂ ਦੇ ਵਿੱਚ ਜਿਹੜੀਆਂ ਬੈਟਰੀਆਂ ਵੇਚ ਰਹੀ ਹੈ। ਨੰਬਰ ਆਫ ਬੈਟਰੀਜ਼ ਦਾ ਡਾਟਾ ਗਿਵਨ ਹੈ ਕਿ 4AH 7AH 32AH 35 55AH ਇਹ 5 ਤਰ੍ਹਾਂ ਦੀਆਂ ਬੈਟਰੀਆਂ ਵੇਚ ਰਹੀ ਹੈ ਕੰਪਨੀ। ਕਿੰਨੀਆਂ ਵੇਚ ਰਹੀ ਹੈ ਕਿਹੜੇ ਸਾਲ 'ਚ ਉਹ ਸਾਨੂੰ ਟੇਬਲ ਦੇ ਵਿੱਚ ਗਿਵਨ ਹੈ ਤੇ ਆਖਰੀ ਕਾਲਮ ਦੇ ਵਿੱਚ ਸਾਨੂੰ ਟੋਟਲ ਵੀ ਦਿੱਤਾ ਹੋਇਆ ਕਿ 1992 ਚ ਕੰਪਨੀ ਨੇ ਟੋਟਲ ਕਿੰਨੀਆਂ ਬੈਟਰੀਆਂ ਵੇਚੀਆਂ, 93 ਚ ਕੰਪਨੀ ਨੇ ਕਿੰਨੀਆਂ ਬੈਟਰੀਆਂ ਵੇਚੀਆਂ। ਇਹ ਸਾਨੂੰ ਕੁਛ ਇਹੋ ਜਿਹਾ ਡਾਟਾ ਗਿਵਨ ਹੈ। ਤਾਂ ਮੈਂ ਸਾਈਡ ਤੇ ਹੋ ਗਿਆ, ਤੁਸੀਂ ਮਾੜਾ ਜਿਹਾ ਸਕਰੀਨਸ਼ਾਟ ਲਓ ਇਹਦਾ। ਤਾਂ 3 ਸਕਿੰਟ ਨੇ ਤੁਹਾਡੇ ਕੋਲ, 1 2 3 ਟਾਈਮ ਹੋ ਗਿਆ। ਤਾਂ ਇਹ ਬੱਚੇ ਆਪਣਾ ਪਹਿਲਾ ਕੁਐਸਚਨ ਮਤਲਬ ਡਾਟਾ ਟੇਬਲ ਹੈ ਇਹ। ਇਹਦੇ ਵਿੱਚ ਪਹਿਲਾ ਕੁਐਸਚਨ ਕੀ ਹੈ, ਸਕਰੀਨਸ਼ਾਟ ਲਓ। ਵਟ ਵਾਸ ਦਾ ਅਪਰੋਕਸੀਮੇਟ ਪਰਸੈਂਟ ਇਨਕਰੀਜ਼। ਬੱਚੇ ਆਪਾਂ ਪਰਸੈਂਟ ਇਨਕਰੀਜ਼ ਬਾਰੇ ਉਧਰ ਆਖਰੀ ਕੁਐਸਚਨ ਵੀ ਕੀਤਾ in the sales of 55AH batteries in 98 compared to that in 92। ਤਾਂ ਇਸ ਕੁਐਸਚਨ ਦਾ ਸਕਰੀਨਸ਼ਾਟ ਲਓ ਬੱਚੇ। ਅਗਲੇ ਕੁਐਸਚਨ ਤੇ ਆ ਗਿਆ ਮੈਂ। the total sales of all the 7 years is maximum for which battery। ਕਹਿੰਦੇ ਕਿਹੜੀ ਬੈਟਰੀ ਦੇ ਲਈ 7 ਸਾਲਾਂ ਦੀਆਂ ਟੋਟਲ ਸੇਲਸ ਮੈਕਸਿਮਮ ਨੇ, ਇਹ ਦੱਸਣਾ ਬੱਚੇ ਆਪਾਂ। ਤਾਂ ਇਸ ਕੁਐਸਚਨ ਦਾ ਵੀ ਸਕਰੀਨਸ਼ਾਟ ਲਓ। अगला क्वेश्चन आ गया जी, व्हाट इज द डिफरेंस इन द नंबर ऑफ 35 बैटरीज इन 93 एंड 97। बहुत सौखा क्वेश्चन है। 35AH बैटरियां देखनियां ने, 93 च किन्नियां विकियां 97 च किन्नियां विकियां, बस ਉਹਦਾ डिफरेंस दसना है, माइनस करना है, आंसर आ जाऊगा। अगले क्वेश्चन च परसेंटेज कटनी है, ਇਹਦਾ स्क्रीनशॉट लो। परसेंटेज ऑफ 4AH बैटरीज सोल्ड टू द नंबर ऑफ बैटरीज सोल्ड वाज मैक्सिमम इन द ईयर। ਉਹ ਕਹਿੰਦੇ ਆਪਾਂ ਪਰਸੈਂਟੇਜ ਕੱਢਣੀ ਕਿਹਦੀ 4AH ਬੈਟਰੀਜ਼ ਦੀ ਟੋਟਲ ਬੈਟਰੀਜ਼ ਸੋਲਡ ਦੇ ਨਾਲ। ਤਾਂ ਉਹ ਕਹਿੰਦੇ ਕਿਹੜੇ ਸਾਲ ਦੇ ਵਿੱਚ ਜਿਹੜਾ 4AH ਵਿਕੀਆਂ ਨੇ ਵਿਦ ਟੋਟਲ ਉਹ ਮੈਕਸਿਮਮ ਹੈ। ਤਾਂ ਬੱਚੇ ਇਹ ਆਪਣੇ ਕੁਐਸਚਨ ਸੀਗੇ। ਤਾਂ ਫਿਰ ਵੀ ਜੇ ਕਿਸੇ ਬੱਚੇ ਦਾ ਕੋਈ ਸਕਰੀਨਸ਼ਾਟ ਮਿਸ ਹੋ ਗਿਆ ਤਾਂ ਹੁਣੇ ਵੀਡੀਓ ਪਬਲਿਕ ਲੈਕਚਰ ਅਪਲੋਡ ਹੋ ਜਾਊਗਾ ਸਕਸੈਸ ਟਰੀ ਪੰਜਾਬ ਦੇ ਚੈਨਲ ਦੇ ਉੱਤੇ। ਤੁਸੀਂ ਦੁਬਾਰਾ ਵੀਡੀਓ ਪਲੇ ਕਰਕੇ ਪਤਾ ਕਿ ਆਖਰੀ 3-4 ਮਿੰਟ ਦੇ ਵਿੱਚ ਉਹ ਕੁਐਸਚਨ ਦਿਖਾਏ ਨੇ। ਮੈਂ ਉਹਨਾਂ ਬੱਚਿਆਂ ਲਈ ਕਹਿ ਰਿਹਾ ਜਿਨ੍ਹਾਂ ਦਾ ਕੁਝ ਮਿਸ ਹੋ ਗਿਆ। ਤਾਂ ਇਹ ਤੁਸੀਂ ਕੁਐਸਚਨਸ ਜਿਹੜੇ 4 ਜਾਂ 5 ਨੇ, ਮੈਂ ਗਿਣੇ ਨਹੀਂ ਹੈਗੇ, ਇਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਆਨਸਰ ਮਾਰਕ ਕਰਦੇ ਜਾਇਓ। ਮੈਨੂੰ ਥੋੜਾ ਜਿਹਾ ਆਈਡੀਆ ਹੁੰਦਾ ਜਾਊਗਾ ਕਿ ਹਾਂ ਸਮਝ ਆ ਰਿਹਾ ਹੈ, ਸਹੀ ਸੋਲਵ ਕਰ ਰਹੇ ਨੇ। ਜੇ ਕਿਸੇ ਬੱਚੇ ਨੂੰ ਕੋਈ ਵੈਸੇ ਪ੍ਰੋਬਲਮ ਹੋਈ ਉਹ ਤੁਸੀਂ ਮਤਲਬ ਆਪਦਾ ਡਿਸਕਸ ਕਰ ਲਿਓ ਕਮੈਂਟ ਸੈਕਸ਼ਨ ਦੇ ਵਿੱਚ, ਮੈਨੂੰ ਵੀ ਦੱਸ ਦਿਓ। ਕਿਸੇ ਬੱਚੇ ਨੇ ਕੋਈ ਪੇਪਰ ਭੇਜਣਾ ਮੈਨੂੰ ਵੀ ਸਰ ਫਲਾਣਾ ਪੇਪਰ ਕਰਵਾ ਦਿਓ, ਤਾਂ ਇਹ ਨਹੀਂ ਹੈਗਾ ਕਿ ਮੈਂ ਅਗਲੀ ਕਲਾਸ 'ਚ ਕਰਵਾ ਦੂੰਗਾ, ਪਰ ਮੈਂ ਧਿਆਨ 'ਚ ਰੱਖ ਲੂੰਗਾ ਕਿ ਹਾਂ ਉਹ ਪੇਪਰ ਕਰਵਾਉਣਾ। ਉਹਦੇ ਲਈ ਮੈਂ ਤੁਹਾਨੂੰ ਮੇਲ ID ਲਿਖਤੀ ਸੀਗੀ ਆਪਣੀ। ਕੋਈ ਹੋਰ ਕੁਐਰੀ ਹੈ, ਮਾਸਟਰ ਕੋਰਸ ਦਾ ਬੈਚ ਜਿਹੜਾ ਸ਼ੁਰੂ ਹੋਇਆ ਹੈਗਾ ਉਹਦੇ ਬਾਰੇ ਪਤਾ ਹੈ ਕਿ ਫੁੱਲ ਸਿਲੇਬਸ ਕਿਸੇ ਨੇ ਕਰਨਾ ਤਾਂ ਉਹ ਆਪਣਾ ਬੈਚ ਹੁਣੇ ਸ਼ੁਰੂ ਹੋਇਆ। ਇਸ ਤੋਂ ਬਿਨਾਂ ਨਵੀਂ ਜਿਹੜੀ ਜਾਣਕਾਰੀ ਹੈ, ਕਲਾਸ ਖਤਮ ਹੁੰਦਿਆਂ ਮੈਂ ਇੱਕ ਦੱਸ ਦਿੰਦਾ, ਨਵੀਂ ਜਾਣਕਾਰੀ ਇਹ ਹੈ ਕਿ ਨੈਬ ਤਹਿਸੀਲਦਾਰ ਦਾ ਪੇਪਰ ਆ ਰਿਹਾ ਅਗਲੇ ਮਹੀਨੇ, ਹੋਰ ਵੀ ਆਪਣੇ ਕੁਝ ਪੇਪਰ ਆ ਰਹੇ ਨੇ। ਤਾਂ ਉਹਦੇ ਲਈ ਸਕਸੈਸ ਟਰੀ ਚੈਨਲ ਦੇ ਉੱਤੇ ਪੂਰੇ 1 ਸਾਲ ਦਾ ਕਰੰਟ ਅਫੇਅਰ, ਮਤਲਬ ਪਿਛਲੇ ਸਾਲ ਅਪ੍ਰੈਲ ਤੋਂ ਲੈ ਕੇ ਐਤਕੀ ਮਈ ਤੱਕ 14 ਮਹੀਨਿਆਂ ਦਾ ਕਰੰਟ ਅਫੇਅਰ ਸ਼ੁਰੂ ਕਰਵਾਇਆ ਜਾ ਰਿਹਾ ਹੈਗਾ।
ਉਹ ਪੇਡ ਬੈਚ ਹੈ। ਜਿਹੜੇ ਬੱਚਿਆਂ ਨੇ ਤਾਂ ਉਹਦੇ ਵਿੱਚ ਵੀਡੀਓ ਲੈਕਚਰ ਪਲੱਸ ਸਾਰਾ ਸਟੱਡੀ ਮਟੀਰੀਅਲ ਮਤਲਬ PPTs PDFs ਲੈਣੀਆਂ ਨੇ, ਉਹ 999 ਦਾ ਕੋਰਸ ਹੈ, 1000 ਰੁਪਏ ਦਾ ਕੋਰਸ ਹੈ। ਤੇ ਜਿਹੜੇ ਬੱਚਿਆਂ ਨੇ ਸਿਰਫ PDFs ਲੈਣੀਆਂ ਨੇ ਉਹ 499 ਦੇ ਵਿੱਚ 500 ਰੁਪਏ ਦੇ ਵਿੱਚ ਲੈ ਸਕਦੇ ਨੇ। ਤਾਂ ਇਹ ਮਤਲਬ ਨਵਾਂ ਕੋਰਸ ਇੰਟਰੋਡਿਊਸ ਹੋ ਰਿਹਾ, ਇਹਦੇ ਬਾਰੇ ਵੈਸੇ ਵੀ ਜਾਣਕਾਰੀ ਚੈਨਲ ਤੋਂ ਮਿਲ ਜੂਗੀ, ਇਹ ਤਾਂ ਮੈਂ ਬਸ ਆਪਦੀ ਕਲਾਸ ਦੇ ਵਿੱਚ ਦੱਸ ਰਿਹਾ। ਤਾਂ ਆਪਣੀ ਕਲਾਸ ਦਾ ਮੁੱਖ ਰੂਪ ਦੇ ਵਿੱਚ ਅਗਲੀ ਕਲਾਸ 'ਚ ਮੈਂ ਬੋਟਸ ਐਂਡ ਸਟਰੀਮਸ ਦੇ ਕੁਐਸਚਨ ਪੱਕਾ ਲੈ ਕੇ ਆਉਂਗਾ, ਪਰਮੂਟੇਸ਼ਨ ਕੰਬੀਨੇਸ਼ਨ ਮੈਂ ਲੈ ਕੇ ਆਉਣ ਦੀ ਕੋਸ਼ਿਸ਼ ਕਰੂੰਗਾ, ਨਹੀਂ ਅਗਲੀਆਂ ਕਲਾਸਾਂ 'ਚ ਮੈਂ ਲੈ ਕੇ ਆਉਣੇ। ਹਲੇ ਬਹੁਤੇ ਕੁਐਸਚਨ ਆਏ ਨਹੀਂ ਹੈਗੇ, ਮੈਂ ਕੰਪਾਈਲ ਕਰ ਰਿਹਾ, ਤਾਂ 3-3 4-4 ਕੁਐਸਚਨ ਜਦੋਂ ਆ ਜਾਂਦੇ ਨੇ ਮੈਂ ਉਦੋਂ ਕੰਪਾਈਲ ਕਰ ਲੈਣਾ ਹੁੰਦਾ। ਤਾਂ ਅਗਲੀ ਕਲਾਸ ਦੇ ਵਿੱਚ ਅਗਲਾ ਟੈਸਟ ਲੈ ਕੇ ਮਿਲਾਂਗੇ। ਥੈਂਕ ਯੂ ਬੱਚੇ।